ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਵਧੀਆ ਪ੍ਰੈਪਰੇਸ਼ਨ ਤੁਹਾਡੀ ਚੱਲ ਰਹੀ ਹੋਊ। ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਜਿਹੜੇ ਹੈਗੇ ਨੇ ਉਹ ਲੜੀਵਾਰ ਡਿਸਕਸ ਕਰ ਰਹੇ ਹਾਂ, ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਨਵੇਂ ਬੱਚੇ ਜੁੜੇ ਨੇ, ਕਾਫੀ ਬੱਚੇ ਨਵੇਂ ਵੀ ਜੁੜ ਰਹੇ ਨੇ। ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਕਰਨਾ ਹੈ। ਹੁਣ ਕੋਈ ਵੀ ਬੱਚਾ ਆ ਕੇ ਇੱਕ ਵੀਡੀਓ ਦੇ ਨਾਲ ਜੁੜ ਜਾਂਦਾ, ਉਹਨੂੰ ਪਲਾਨ ਥੋੜ੍ਹਾ ਬਹੁਤ ਦੱਸਣਾ ਪੈਂਦਾ। ਸੋ ਜਿਹੜੇ ਪੁਰਾਣੇ ਆ ਤੁਸੀਂ ਥੋੜ੍ਹਾ ਬਹੁਤ ਸਕਿਪ ਕਰ ਲਿਆ ਕਰੋ ਹਨਾ, ਪਰ ਮਜਬੂਰੀ ਆ ਹੁਣ ਕੀ ਕਰੀਏ। ਤਾਂ ਆਪਾਂ ਚੈਪਟਰਸ ਨੇ ਜਿਹੜੇ ਸਾਰੇ ਸਿਲੇਬਸ ਨੂੰ ਕੰਪਿਊਟਰ ਦੇ ਚੈਪਟਰਸ ਦੇ ਵਿੱਚ ਡਿਵਾਈਡ ਕੀਤਾ ਹੈ। ਤਕਰੀਬਨ 17 ਤੋਂ 18 ਜਿਹੜੇ ਨੇ ਟੋਟਲ ਚੈਪਟਰ ਵਾਈਜ਼ ਆਪਾਂ ਡਿਸਕਸ ਕਰ ਰਹੇ ਹਾਂ, ਤੇ ਹਰੇਕ ਚੈਪਟਰ ਨੂੰ ਫਰਦਰ ਲੈਵਲ 1, ਲੈਵਲ 2 ਤੇ ਲੈਵਲ 3, ਬੇਸਿਕ, ਮੀਡੀਅਮ ਤੇ ਹਾਰਡ, ਤਿੰਨ ਲੈਵਲ ਦੇ ਵਿੱਚ ਆਪਾਂ ਡਿਵਾਈਡ ਕੀਤਾ ਹੋਇਆ। ਠੀਕ ਹੈ, ਸੋ ਉਸ ਦੇ ਅਕੋਰਡਿੰਗ ਹੀ ਆਪਾਂ ਇਹ ਕੰਮ ਕਰ ਰਹੇ ਹਾਂ ਸਾਰਾ। ਸੋ ਲੈਵਲ 2 ਚੱਲ ਰਿਹਾ। ਲੈਵਲ 2 ਦੇ ਵਿੱਚੋਂ ਕਾਫੀ ਵੀਡੀਓ ਦੇ ਵਿੱਚ ਆਪਾਂ ਕੰਮ ਡਿਸਕਸ ਕਰ ਚੁੱਕੇ ਹਾਂ। ਸੋ ਉਸ ਤੋਂ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਹਨਾ। ਸੋ ਇਸ ਵੀਡੀਓ ਦੇ ਵਿੱਚ ਆਪਾਂ ਮੇਨਲੀ ਡਿਸਕਸ ਕਰਾਂਗੇ 13ਵਾਂ ਚੈਪਟਰ, ਨੈਟਵਰਕ ਸਿਕਿਉਰਿਟੀ, ਜਿਹਨੂੰ ਆਪਾਂ ਜਾਂ ਸਾਈਬਰ ਸਿਕਿਉਰਿਟੀ ਦੇਖਦੇ ਹਾਂ ਹਨਾ। ਸੋ ਲੈਵਲ 2 ਮੀਡੀਅਮ ਲੈਵਲ ਹੈ ਜਿਹੜਾ, ਇਹਦਾ ਪਹਿਲਾ ਪਾਰਟ ਆਪਾਂ ਆਲਰੇਡੀ ਕਰ ਚੁੱਕੇ ਹਾਂ। ਦੂਸਰਾ ਪਾਰਟ ਹੈ ਉਹਦੇ ਵਿੱਚ ਆਪਾਂ ਜਿਵੇਂ ਡਿਜੀਟਲ ਸਿਗਨੇਚਰ ਬਾਰੇ ਗੱਲਬਾਤ ਕੀਤੀ ਸੀ ਹਨਾ। ਸੋ ਇਹਦੇ ਵਿੱਚ ਜਿਹੜੇ ਵੀ ਕੁਝ ਪੈਂਡਿੰਗ ਟੌਪਿਕ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਇਹਦੇ ਚੋਂ ਸਵਾਲ ਪੁੱਛੇ ਜਾਂਦੇ ਨੇ। ਤੁਸੀਂ ਜਿਵੇਂ ਆਪਾਂ ਅੱਗੇ ਵਧਾਂਗੇ ਇਸ ਚੈਪਟਰ ਦੇ ਵਿੱਚ, ਤੇ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿਹੜੇ ਲੈਵਲ ਦੀ ਸਾਨੂੰ ਥਿਊਰੀ ਪੜ੍ਹਨ ਦੀ ਲੋੜ ਹੈ, ਕਨਸੈਪਟ ਡਿਵੈਲਪ ਕਰਨ ਦੀ ਲੋੜ ਹੈ। ਸਿਰਫ ਭਜਾ ਕੇ ਇਕੱਲੇ ਕੁਐਸਚਨ ਕਰਨ ਦੀ ਲੋੜ ਨਹੀਂ ਹੈਗੀ ਹਨਾ। ਸੋ ਚਲੋ ਠੀਕ ਹੈ, ਭਜਾ ਕੇ ਵੀ ਕਈ ਵਾਰੀ ਸਮਾਂ ਹੁੰਦਾ ਵੀ ਕਿਸੇ ਵੇਲੇ ਭਜਾ ਕੇ ਵੀ ਕਰਾਉਣੇ ਚਾਹੀਦੇ ਨੇ, ਪਰ ਪਹਿਲਾਂ ਸਾਨੂੰ ਕਨਸੈਪਟ ਡਿਵੈਲਪ ਕਰਨੇ ਚਾਹੀਦੇ ਨੇ। ਠੀਕ ਹੈ, ਸੋ ਅੱਗੇ ਵਧਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਟੈਸਟ ਸੀਰੀਜ਼ ਬਾਰੇ ਜ਼ਰੂਰ ਦੱਸ ਦਿੰਦਾ। ਸਾਡੇ ਕੋਲੇ ਬਹੁਤ ਸਾਰੀਆਂ ਇਨਕੁਆਇਰੀਜ਼ ਆਉਂਦੀਆਂ ਨੇ ਬੱਚਿਆਂ ਦੀਆਂ, ਬਹੁਤ ਸਾਰੇ ਬੱਚਿਆਂ ਨੇ ਸਾਡੇ ਇਹ ਟੈਸਟ ਸੀਰੀਜ਼ ਲਈ ਵੀ ਹੋਈ ਆ, ਉਹਨਾਂ ਦਾ ਅੱਛਾ ਰਿਸਪੌਂਸ ਹੈ। ਕੁਝ ਨਵੀਆਂ ਇਨਕੁਆਇਰੀਜ਼ ਆਉਂਦੀਆਂ ਨੇ, ਉਹ ਸੋਚਦੇ ਨੇ ਵੀ ਹਜੇ ਅਸੀਂ ਥੋੜੇ ਜਿਹੇ ਦਿਨ ਸਰ ਲੈਣਾ ਤਾਂ ਚਾਹੁੰਦੇ ਆ, ਵੀ ਕਸ਼ਮਕਸ਼ ਦੇ ਵਿੱਚ ਹੁੰਦਾ ਵੀ ਲਈਏ ਕਿ ਨਹੀਂ ਲਈਏ, ਮਟੀਰੀਅਲ ਜ਼ਿਆਦਾ ਹਨਾ। ਤਾਂ ਮੈਂ ਤੁਹਾਨੂੰ ਟਰੂਲੀ ਜੋ ਵੀ ਚੀਜ਼ਾਂ ਹੈ ਉਹੀ ਦੱਸੂਗਾ। ਆਪਾਂ ਕੋਈ ਮਸਾਲਾ ਨਾ ਤਾਂ ਅੱਜ ਤੱਕ ਲਾਇਆ ਫਾਲਤੂ, ਨਾ ਆਪਾਂ ਨੂੰ ਲਾਉਣਾ ਆਉਂਦਾ ਹਨਾ। ਸੋ ਪੁਰਾਣੇ ਕੁਐਸਚਨ ਨੇ, ਜ਼ਿਆਦਾਤਰ ਇਹੀ ਪੁੱਛੇ ਜਾਂਦੇ ਨੇ ਵੀ ਇਹਦੇ ਚ ਨਵੇਂ ਕੁਐਸਚਨ ਵੀ ਨੇ ਕਿ ਪੁਰਾਣੇ ਨੇ। ਬਿਲਕੁਲ ਹੀ ਪੁਰਾਣੇ ਕੁਐਸਚਨ, ਇਹਦੇ ਚ ਅਸੀਂ ਕੋਈ ਵੀ ਨਵਾਂ ਕੁਐਸਚਨ ਐਡ ਨਹੀਂ ਕੀਤਾ। ਉਹਦਾ ਕਾਰਨ ਇਹ ਹੈ ਵੀ ਆਪਾਂ ਉਸ ਲੈਵਲ ਤੋਂ ਤੁਹਾਨੂੰ ਭਟਕਾਉਣਾ ਨਹੀਂ ਚਾਹੁੰਦੇ, ਕਿਉਂਕਿ ਪੀਟਰ ਪਲੱਸ ਵੀ ਲੈਵਲ ਥੋੜਾ ਸੌਖਾ ਹੁੰਦਾ ਹੈ। ਵੈਸੇ ਤਾਂ ਸਾਡੇ ਕੋਲੇ 5000 ਕੁਐਸਚਨ ਪੀਟਰ ਪਲੱਸ ਵੀ ਲੈਵਲ ਦਾ, ਉਹਦੇ ਵਿੱਚ ਪਾ ਕੇ ਅਸੀਂ ਇਹਦੇ ਵਿੱਚ ਹੀ ਹਜ਼ਾਰਾਂ ਟੈਸਟ ਬਣਾ ਦਈਏ, ਉਸ ਚੀਜ਼ ਦਾ ਫਾਇਦਾ ਕੋਈ ਨਹੀਂ। ਕਿਉਂ? ਕਿਉਂਕਿ ਲੈਵਲ ਜਿਹੜਾ ਪੰਜਾਬ ਪੁਲਿਸ ਲੈਵਲ ਦੇ ਕੁਐਸਚਨ ਨੇ, ਜਾਂ ਜਿਹੜੇ ਸਟੈਂਡਰਡ ਕੁਐਸਚਨ ਨੇ, ਅਥੈਂਟਿਕ ਕੁਐਸਚਨ ਨੇ ਜਿਹੜੇ ਆਏ ਹੋਏ ਨੇ, ਤਾਂ ਹੁਣ ਅਸੀਂ ਨਵੇਂ ਆਪਦੇ ਵੱਲੋਂ ਪਾ ਦਈਏ, ਇੱਕ ਵੀ ਕੁਐਸਚਨ ਅਸੀਂ ਗਲਤ ਕਰਤਾ ਜਾਂ ਕਿਸੇ ਹੋਰ ਲੈਵਲ ਦਾ ਪਾਤਾ, ਉਸ ਦਾ ਆਪਾਂ ਨੂੰ ਬੈਨੀਫਿਟ ਨਹੀਂ ਹੁੰਦਾ। ਪੁਰਾਣੇ ਕੁਐਸਚਨ ਹੀ ਬਹੁਤ ਜ਼ਿਆਦਾ ਨੇ ਸਬ ਇੰਸਪੈਕਟਰ ਦੇ। ਤਾਂ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਸਿਰਫ ਪੁਰਾਣੇ ਕੁਐਸਚਨ 2021 ਵਾਲੇ ਤੇ 2022 ਵਾਲੇ ਸਬ ਇੰਸਪੈਕਟਰ ਦੇ ਟੋਟਲ 26 ਪੇਪਰ ਨੇ, ਜਾਨੀ ਕਿ 2600 ਸਵਾਲ ਆ। ਤਾਂ 13 ਤੁਹਾਨੂੰ ਈਅਰ ਵਾਈਜ਼ 26 ਤੁਹਾਨੂੰ ਫੁੱਲ ਲੈਂਥ ਮਿਲਣਗੇ। ਪੇਪਰ 1 ਦੇ 13 ਤੇ ਪੇਪਰ 2 ਦੇ ਵੀ 13। ਸੋ ਹੁਣ ਜਿਹੜਾ ਸਮਾਂ, ਬਹੁਤ ਥੋੜਾ ਸਮਾਂ ਹੈ। ਮੈਂ ਬਾਕੀ ਦੇ ਲੈਵਲ ਵੀ ਦੱਸ ਦੂੰ ਇਹਨਾਂ ਦੇ ਵਿੱਚ ਕੀ ਹੈ। ਹੁਣ ਜਿਹੜੇ ਬੱਚਿਆਂ ਨੇ ਲਿਆ ਹੋਇਆ ਉਹਨਾਂ ਨੂੰ ਵੀ ਦੱਸਿਆ ਹੋਇਆ ਮੈਂ ਆਲਰੇਡੀ, ਪਰ ਜੇ ਤੁਸੀਂ ਦੇਖ ਰਹੇ ਹੋ ਤਾਂ ਦੁਬਾਰਾ ਦੇਖ ਲਿਓ। ਤਾਂ 26 ਪੇਪਰ ਨੇ ਜਿਹੜੇ ਫੁੱਲ ਲੈਂਥ, ਤੁਸੀਂ ਇਹਨਾਂ ਦੇ ਇਹ ਫੁੱਲ ਲੈਂਥ ਵਾਈਜ਼ ਹੀ ਜਾਓ। ਡੇਲੀ ਦੇ ਤੁਸੀਂ 2 ਪੇਪਰ ਕਰਨੇ ਨੇ, ਪੇਪਰ 1 ਦਾ ਇੱਕ ਪੇਪਰ, ਪੇਪਰ 2 ਦਾ ਦੂਜਾ ਪੇਪਰ। ਇਹ ਫੁੱਲ ਲੈਂਥ ਪੇਪਰ ਕਰਕੇ ਇਸ ਦਾ ਐਨਾਲਿਸਿਸ ਕਰੋ। ਇਹਦੇ ਵਿੱਚ ਸਮਾਂ ਤੁਹਾਨੂੰ ਉਨਾ ਹੀ ਮਿਲੂਗਾ ਜਿੰਨਾ ਤੁਹਾਨੂੰ ਪੇਪਰ ਦੇ ਵਿੱਚ ਮਿਲੂ, 2 ਘੰਟੇ ਦਾ। 4 ਨੰਬਰ ਦਾ ਸਵਾਲ ਮਿਲੂਗਾ, ਪਲੱਸ ਨੈਗੇਟਿਵ ਮਾਰਕਿੰਗ ਹੈ। ਇੱਕ ਪੇਪਰ ਲਗਾ ਕੇ ਪੂਰਾ ਉਹਦਾ 2 ਘੰਟੇ ਵਿੱਚ ਐਨਾਲਿਸਿਸ ਕਰੋ, ਕਿੱਥੇ ਅਸੀਂ ਲੈਕ ਕਰ ਗਏ, ਕਿੰਨੇ ਕੁਐਸਚਨ ਸਾਡੇ ਨੈਗੇਟਿਵ ਮਾਰਕਿੰਗ ਦੇ ਨਾਲ, ਕਿੰਨੇ ਕਿ ਨੈਗੇਟਿਵ ਮਾਰਕਿੰਗ ਨਾਲ ਸਾਡੇ ਨੰਬਰ ਕੱਟੇ ਜਾਂਦੇ ਨੇ। ਪਹਿਲੇ ਦਿਨ 2 ਪੇਪਰ ਦਿੱਤੇ, ਦੂਜੇ ਦਿਨ 2 ਪੇਪਰ ਦਿੱਤੇ, 13 ਦਿਨਾਂ ਦੇ ਵਿੱਚ ਆਪਣਾ ਕੰਮ ਕੰਪਲੀਟ ਹੋ ਜਾਣਾ। ਤਾਂ 13 ਦਿਨਾਂ ਦੇ ਵਿੱਚ ਸਾਨੂੰ ਇਹ ਆਈਡੀਆ ਹੋ ਜਾਊਗਾ ਵੀ ਜੋ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਿੱਚ ਕਿੰਨੀ ਕੁ ਨੈਗੇਟਿਵ ਮਾਰਕਿੰਗ ਕਰ ਰਹੇ ਹਾਂ, ਜਾਂ ਸਮਾਂ ਟਾਈਮ ਮੈਨੇਜਮੈਂਟ ਅਸੀਂ ਕਰ ਪਾ ਰਹੇ ਹਾਂ ਕਿ ਨਹੀਂ ਕਰ ਪਾ ਰਹੇ ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ 26 ਦੇ 26 ਪੇਪਰਾਂ ਤੋਂ ਪਤਾ ਲੱਗ ਜੂ। ਵੈਸੇ ਵੀ ਪੁਰਾਣੇ ਜਿਹੜੇ ਕੁਐਸਚਨ ਕਰਕੇ ਤੁਹਾਨੂੰ ਆਈਡੀਆ ਹੋ ਜਾਊਗਾ, ਸਾਨੂੰ ਕੌਨਫੀਡੈਂਸ ਹੋ ਜਾਊਗਾ ਕਿ ਸਾਨੂੰ ਕਿੰਨਾ ਕੁ ਆਉਂਦਾ। ਆਰਗੈਨਿਕ ਸਵਾਲ ਨੇ, ਕੋਈ ਵੀ ਇਹਦੇ ਵਿੱਚ ਨਵੀਂ ਐਡੀਸ਼ਨ ਨਹੀਂ ਹੈ, ਬਿਲਕੁਲ ਠੀਕ ਆ। ਤਾਂ ਤੁਸੀਂ ਇਸ ਤਰੀਕੇ ਨਾਲ ਜਾ ਸਕਦੇ ਹੋ ਸਾਰੇ, ਜਿਵੇਂ ਤੁਹਾਨੂੰ ਪਤਾ ਹੀ ਹੈ 70-80% ਕਨਸੈਪਟ ਜਿਹੜੇ ਉਹੀ ਨੇ, ਉਹਦੇ ਬੇਸਿਸ ਤੇ ਰਕਮਾਂ ਹੀ ਚੇਂਜ ਹੁੰਦੀਆਂ ਨੇ, ਆਪਾਂ ਦੇਖ ਚੁੱਕੇ ਹਾਂ ਚੀਜ਼ਾਂ ਹਨਾ। ਤਾਂ ਤੁਸੀਂ ਇਹ ਜਾ ਸਕਦੇ ਹੋ। ਅਗਰ ਤੁਸੀਂ ਸਬਜੈਕਟ ਵਾਈਜ਼ ਜਾਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਮੈਂ ਰੀਜ਼ਨਿੰਗ ਦੀ, ਮੇਰਾ ਰੀਜ਼ਨਿੰਗ ਵੀਕ ਹੈ, ਤਾਂ ਰੀਜ਼ਨਿੰਗ ਦੇ ਤੁਹਾਨੂੰ 13 ਪੇਪਰ ਮਿਲ ਜਾਣਗੇ। ਸਿਮਿਲਰਲੀ ਕੁਆਂਟ ਦੇ 13, ਕੰਪਿਊਟਰ ਦੇ 13, ਪੰਜਾਬੀ ਦੇ, ਇੰਗਲਿਸ਼ ਦੇ 13 ਉਹ ਮਿਲ ਜਾਣਗੇ। ਜੇ ਤੁਹਾਨੂੰ ਲੱਗਦਾ ਵੀ ਆਪਣਾ ਕੋਈ, ਵੈਸੇ ਹੁਣ ਇੰਨਾ ਸਮਾਂ ਨਹੀਂ ਹੈਗਾ, ਜੇ ਤੁਸੀਂ ਟੌਪਿਕ ਵਾਈਜ਼ ਜਾਣਾ ਚਾਹੁੰਦੇ ਹੋ, ਜਾਂ ਕੋਈ ਬੱਚਾ ਪਹਿਲੀ ਵਾਰੀ ਤਿਆਰੀ ਕਰ ਰਿਹਾ, ਉਹਨੂੰ ਲੱਗਦਾ ਯਾਰ ਅਗਲੀ ਵਾਰੀ ਆਪਾਂ ਤਿਆਰੀ ਕਰਕੇ ਦੇਵਾਂਗੇ ਵਧੀਆ, ਤਾਂ ਉਹ ਫਿਰ ਜਿਨ੍ਹਾਂ ਕੋਲ ਜ਼ਿਆਦਾ ਸਮਾਂ ਹੈ ਤਾਂ ਤੁਸੀਂ ਚੈਪਟਰ ਵਾਈਜ਼ ਜਾ ਸਕਦੇ ਹੋ। ਜਿਵੇਂ ਕੰਪਿਊਟਰ ਦੇ ਮੈਮਰੀ ਦਾ ਟੌਪਿਕ ਪੜ੍ਹਿਆ ਤੇ ਸਾਰੇ ਫਿਰ ਆਪਾਂ ਚੈਪਟਰ ਵਾਈਜ਼ ਗਏ ਹਨਾ।
ਸੋ ਇਸ ਤਰੀਕੇ ਨਾਲ ਵੀ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ, ਕਿਉਂਕਿ ਪੋਸਟਾਂ ਅਨਾਉਂਸ ਕੀਤੀਆਂ ਹੀ ਸੀ ਆਪਣੇ ਸੀਐਮ ਸਾਹਿਬ ਨੇ ਵੀ ਹਰ ਸਾਲ ਆਉਣਗੀਆਂ। ਕੋਈ ਗੱਲ ਨਹੀਂ, ਕਈ ਵਾਰੀ ਬੱਚਿਆਂ ਦੀ ਤਿਆਰੀ ਨਹੀਂ ਹੁੰਦੀ, ਮੌਕੇ ਤੇ ਜਾ ਕੇ ਆਪਾਂ ਨੂੰ ਇਹ ਲੱਗਦਾ, ਮਨ ਬਣ ਜਾਂਦਾ ਵੀ ਯਾਰ ਅਗਲੀ ਵਾਰੀ ਤੋਂ ਵਧੀਆ ਤਿਆਰੀ ਕਰਾਂਗੇ, ਤਾਂ ਉੱਥੇ ਫਿਰ ਇਹ ਲੈਵਲ ਬਹੁਤ ਜ਼ਿਆਦਾ ਵਧੀਆ ਹੈ। ਤੁਸੀਂ ਪਹਿਲੀਆਂ ਦੇ ਵਿੱਚ ਹੀ ਲੈ ਕੇ 5-6 ਮਹੀਨਿਆਂ ਦੇ ਵਿੱਚ ਚੈਪਟਰ ਵਾਈਜ਼, ਟੌਪਿਕ ਵਾਈਜ਼ ਜਾਓ, 19 ਟੌਪਿਕ ਦੀ ਥਿਊਰੀ ਪੜ੍ਹੋ, ਉਹਦੇ ਕੁਐਸਚਨ ਲਾਓ। ਆਨਲਾਈਨ ਅਸੀਂ ਐਪ ਦੇ ਵਿੱਚ ਵੀ ਅਵੇਲੇਬਲ ਆਪਣੇ ਕੋਲੇ, ਤੇ ਵੈਬਸਾਈਟ ਤੇ ਵੀ ਖੋਲ ਸਕਦੇ ਹੋ। ਜੇਕਰ ਤੁਹਾਡੇ ਕੋਲੇ ਲੈਪਟਾਪ ਹੈ ਤਾਂ ਉਹੀ URL ਭਰ ਕੇ ਜਿਹੜਾ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਖੋਲ ਸਕਦੇ ਹੋ। ਤੇ ਕਾਸਟ ਦੀ ਗੱਲ ਕਰੀਏ ਤਾਂ 249 ਰੁਪਏ ਦਾ ਤਾਂ ਮੈਨੂੰ ਲੱਗਦਾ ਪੀਜ਼ਾ ਵੀ ਨਹੀਂ ਆਉਂਦਾ, ਹਨਾ। ਸੋ ਇੰਨੀ ਘੱਟ ਅਸੀਂ ਕਾਸਟ ਰੱਖੀ ਹੋਈ ਹੈ, ਤੇ ਫਿਰ ਵੀ ਤੁਸੀਂ ਲੱਗਣਾ ਤੁਸੀਂ ਸਬ ਇੰਸਪੈਕਟਰ ਹੈ, ਤੇ ਸੋਚ ਆਪਾਂ ਸਿਰਫ 249 ਰੁਪਏ ਵਿੱਚ ਰਹੇ ਹਾਂ। ਸੋ ਮੈਨੂੰ ਲੱਗਦਾ ਨਹੀਂ, ਚਲੋ ਕਈ ਬੱਚਿਆਂ ਕੋਲ ਇਹ ਹੁੰਦਾ ਵੀ ਮਟੀਰੀਅਲ ਬਹੁਤ ਜ਼ਿਆਦਾ ਹੁੰਦਾ, ਹੋਰ ਵੀ ਕਿਤੋਂ ਲਿਆ ਹੁੰਦਾ, ਉਹਨਾਂ ਲਈ ਤਾਂ ਨਹੀਂ ਹੈ। ਜਿਹੜੇ ਬੱਚਿਆਂ ਨੇ ਨਹੀਂ ਲਿਆ ਹੋਇਆ, ਐਟਲੀਸਟ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਹਾਂ ਸਾਨੂੰ ਮੌਕ ਟੈਸਟ ਲਗਾਉਣ ਦੇ ਨਾਲ ਕਿੰਨਾ ਕੁ ਬੈਨੀਫਿਟ ਹੋਇਆ, ਤੁਹਾਨੂੰ ਇਹ ਪਤਾ ਲੱਗੂਗਾ। ਤੇ ਬਾਕੀ ਤੁਹਾਨੂੰ ਸਾਡੇ ਕੰਮ ਦੀ ਕੁਆਲਿਟੀ ਪਤਾ ਲੱਗੂਗੀ, ਹੈਨਾ। ਉਹ ਤੁਹਾਨੂੰ ਸਾਡੇ ਨਾਲ ਜੁੜ ਕੇ ਪਤਾ ਲੱਗੂਗਾ, ਤੁਹਾਨੂੰ 2-3 ਦਿਨਾਂ ਦੇ ਬਾਅਦ ਹੀ ਪਤਾ ਲੱਗ ਜਾਊਗਾ ਵੀ ਹਾਂ ਅਸੀਂ ਫੈਸਲਾ ਗਲਤ ਲਿਆ ਕਿ ਸਹੀ ਲਿਆ, ਹਨਾ। ਸੋ ਜੇਕਰ ਤੁਸੀਂ ਵੀ ਇਹ ਟੈਸਟ ਸੀਰੀਜ਼ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ 9465390346 ਤੇ ਸਾਨੂੰ ਮੈਸੇਜ ਕਰੋ। ਅਗਰ ਹੋਰ ਵੀ ਕੋਈ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਟਾਈਮ ਲੈ ਸਕਦੇ ਹੋ, ਅਸੀਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ, ਤੁਹਾਨੂੰ ਸਮਾਂ ਦੇਵਾਂਗੇ ਨਾ। ਸੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਇਹ ਬਹੁਤ ਹੀ ਜ਼ਬਰਦਸਤ ਟੌਪਿਕ ਹੈ, ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੈ ਇਹ ਟੌਪਿਕ। ਇੱਕ BOIP ਵਾਲਾ ਉਹ ਵੀ ਆਪਾਂ ਦੇਖਾਂਗੇ ਹੌਲੀ ਹੌਲੀ, ਹਨਾ। ਸੋ ਇਸ ਤੋਂ ਬਾਅਦ BOIP ਦਾ ਹੀ ਦੇਖਾਂਗੇ ਆਪਾਂ। ਜਿਵੇਂ ਪਹਿਲਾ ਸਵਾਲ ਹੈਗਾ, ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਇਨਗਰੀਡੀਐਂਟ ਆਫ ਸਿਮੈਟ੍ਰਿਕ ਕੀ। ਨਾਟ ਆ ਗਿਆ ਨਾ, ਗੋਲਾ ਮਾਰ ਲਾਂਗੇ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਇਨਗਰੀਡੀਐਂਟ ਆਫ ਸਿਮੈਟ੍ਰਿਕ ਇਨਕ੍ਰਿਪਸ਼ਨ ਸਕੀਮ। ਪਹਿਲਾਂ ਤਾਂ ਹੁਣ ਇੱਥੇ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ। ਇੱਕ ਤਾਂ ਆਪਣੇ ਕੋਲੇ ਇਨਕ੍ਰਿਪਸ਼ਨ ਕੀ ਹੁੰਦਾ, ਡੀਕ੍ਰਿਪਸ਼ਨ ਕੀ ਹੁੰਦਾ, ਇਹ ਸਮਝਾਂਗੇ, ਪਿਛਲੀ ਵਾਰੀ ਵੀ ਸਮਝ ਚੁੱਕੇ ਹਾਂ, ਬੇਸਿਕ ਲੈਵਲ ਦੇ ਵਿੱਚ ਵੀ ਕਰਾ ਚੁੱਕਾ, ਦੁਬਾਰੇ ਵੀ ਕਰਾਂਗੇ। ਤੇ ਫਿਰ ਸਿਮੈਟ੍ਰਿਕ ਤੇ ਏਸਿਮੈਟ੍ਰਿਕ ਕੀ ਹੁੰਦਾ, ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ, ਦੁਬਾਰੇ ਫਿਰ ਦੇਖਾਂਗੇ, ਹਨਾ। ਸੋ ਪਹਿਲਾਂ ਉਹੀ ਦੇਖਦੇ ਹਾਂ, ਇਨਕ੍ਰਿਪਸ਼ਨ ਕਿਵੇਂ ਕੰਮ ਕਰਦੀ ਹੈ। ਕੋਈ ਵੀ ਜਿਵੇਂ ਕਹਤਾ ਮੇ ਦੀ ਫੋਰਸ ਬੀ ਵਿਦ ਯੂ, ਇਹ ਆਪਣੇ ਕੋਲੇ ਟੈਕਸਟ ਭੇਜਣੀ ਸੀ, ਇਹ ਸੈਂਡਰ ਹੈ, ਸਪੋਜ਼ ਕਰੋ, ਤੇ ਇਹ ਵਾਲਾ ਆਪਣਾ ਹੈਗਾ ਰਿਸੀਵਰ। ਸੈਂਡਰ ਨੇ ਰਿਸੀਵਰ ਨੂੰ ਡੇਟਾ ਭੇਜਣਾ ਸੀ, ਹਨਾ। ਸੈਂਡਰ ਦੇ ਵਿੱਚੋਂ ਜਦੋਂ ਆਪਾਂ ਨੈਟਵਰਕਸ ਦੇ ਵਿੱਚ ਡੇਟਾ ਨੂੰ ਐਜ਼ ਇਟ ਇਜ਼ ਹੀ ਭੇਜਾਂਗੇ ਤਾਂ ਇੱਥੇ ਬਹੁਤ ਸਾਰੇ ਮਤਲਬ ਕਿ ਅਟੈਕ ਹੋ ਸਕਦੇ ਨੇ ਰਸਤੇ ਦੇ ਵਿੱਚ, ਤੁਹਾਡੀ ਇਨਫੋਰਮੇਸ਼ਨ ਨੂੰ ਰੀਡ ਕੀਤਾ ਜਾ ਸਕਦਾ। ਤੁਸੀਂ ਚਾਹੁੰਦੇ ਹੋ ਵੀ ਸਾਡੀ ਇਨਫੋਰਮੇਸ਼ਨ ਹੈ ਜਿਹੜੀ ਉਹ ਕੌਨਫੀਡੈਂਸ਼ੀਅਲ ਰਵੇ, ਰਸਤੇ ਦੇ ਵਿੱਚ ਕੋਈ ਵੀ ਨਾ ਦੇਖੇ, ਤਾਂ ਫਿਰ ਇਸ ਇਨਫੋਰਮੇਸ਼ਨ ਨੂੰ ਅਸੀਂ ਪਲੇਨ ਟੈਕਸਟ ਮੈਸੇਜ ਬੋਲਦੇ ਹਾਂ ਜਾਂ ਅਨਇਨਕ੍ਰਿਪਟਡ ਹੈ ਇਹ। ਤਾਂ ਕੋਈ ਵੀ ਇੱਕ ਐਲਗੋਰਿਥਮ ਲਗਾ ਕੇ ਇਸ ਵਾਲੀ ਇਨਫੋਰਮੇਸ਼ਨ ਨੂੰ ਅਸੀਂ ਇਨਕ੍ਰਿਪਟ ਕਰ ਸਕਦੇ ਹਾਂ, ਕਿਸੇ ਅਨਰੀਡੇਬਲ ਫਾਰਮ ਚ ਕਨਵਰਟ ਕਰ ਸਕਦੇ ਹਾਂ, ਜਿਹਨੂੰ ਕਿ ਅਸੀਂ ਸਾਈਫਰ ਟੈਕਸਟ ਬੋਲਦੇ ਹਾਂ। ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਯੂਜ਼ਿੰਗ ਇਨਕ੍ਰਿਪਸ਼ਨ। ਤਾਂ ਇਨਕ੍ਰਿਪਸ਼ਨ ਕਰਨ ਦੇ ਲਈ ਇੱਕ ਇਨਕ੍ਰਿਪਸ਼ਨ ਕੀ ਲੱਗਦੀ ਹੈ, ਤਾਂ ਸਵਾਲ ਆਪਾਂ ਨੂੰ ਬਣ ਸਕਦਾ ਹੈ, ਦੀ ਪ੍ਰੋਸੈਸ ਇਨ ਵਿਚ ਪਲੇਨ ਟੈਕਸਟ ਮੈਸੇਜ ਆਰ ਕਨਵਰਟਡ ਟੂ ਸਾਈਫਰ ਟੈਕਸਟ ਇਜ਼ ਨੋਨ ਐਜ਼ ਇਨਕ੍ਰਿਪਸ਼ਨ। ਉਹ ਵਾਲੀ ਪ੍ਰੋਸੈਸ ਜਿਹਦੇ ਵਿੱਚ ਪਲੇਨ ਟੈਕਸਟ ਮੈਸੇਜ ਹੁੰਦਾ, ਜਿਹੜਾ ਉਹਨੂੰ ਆਪਾਂ ਕਾਹਦੇ ਚ ਕਨਵਰਟ ਕਰਦੇ ਆ, ਸਾਈਫਰ ਟੈਕਸਟ ਦੇ ਵਿੱਚ ਕਨਵਰਟ ਕਰਦੇ ਆ, ਉਹਨੂੰ ਕੀ ਬੋਲ ਦਿੰਦੇ ਆ, ਇਨਕ੍ਰਿਪਸ਼ਨ ਬੋਲ ਦਿੰਦੇ ਆ, ਜਾਂ ਐਨਕੋਡਿੰਗ ਤੁਸੀਂ ਰੀਜ਼ਨਿੰਗ ਚ ਪੜ੍ਹਦੇ ਹੋ, ਜਾਂ ਇਹਨੂੰ ਇੱਕ ਮੇਰੇ ਹੋਰ ਨਾਮ ਯਾਦ ਸੀਗਾ, ਸਕ੍ਰੈਂਬਲਿੰਗ, SCRAMBLING। ਇਹ PSSB ਦੇ ਵਿੱਚ ਪੁੱਛਿਆ ਗਿਆ ਵੀ ਸਕ੍ਰੈਂਬਲਿੰਗ ਕੀ ਹੁੰਦਾ। ਸਕ੍ਰੈਂਬਲਿੰਗ ਹੁੰਦਾ ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਦੇ ਵਿੱਚ ਕਨਵਰਟ ਕਰਨਾ, ਹਨਾ। ਸੋ ਅੱਗੇ ਆ ਗਏ, ਹੁਣ ਰਿਸੀਵਰ ਨੂੰ ਤਾਂ ਆਪਣੀ ਇਹ ਗੱਲ ਸਮਝ ਆਉਣੀ, ਉਹਨੂੰ ਵੀ ਫਿਰ ਇਹਨੂੰ ਡੀਕ੍ਰਿਪਟ ਕਰਕੇ ਦੁਬਾਰਾ ਪਲੇਨ ਟੈਕਸਟ ਦੇ ਵਿੱਚ ਹੀ ਸਮਝ ਆਊਗਾ ਨਾ। ਠੀਕ ਹੈ, ਮੰਨ ਲਓ ਤੁਸੀਂ ਕਿਸੇ ਨੂੰ 143 ਭੇਜਣਾ, ਤਾਂ 143 ਸੈਂਡਰ ਨੇ ਕਨਵਰਟ ਕਰਕੇ ਭੇਜਤਾ, ਰਿਸੀਵਰ ਨੂੰ ਤੁਸੀਂ 143 ਦਾ ਕੀ ਮਤਲਬ ਨਹੀਂ ਸਮਝ ਆਊਗਾ ਵੀ ਇਹਦਾ ਕੀ ਮਤਲਬ ਹੁੰਦਾ। ਤਾਂ ਜਿੰਨਾ ਟਾਈਮ ਇਸ ਨੂੰ ਅਸੀਂ ਡੀਕ੍ਰਿਪਟ ਨਹੀਂ ਕਰਦੇ ਵੀ ਇਹਦਾ ਮਤਲਬ ਆਹ ਹੁੰਦਾ ਹੈਨਾ, ਉਹਨਾਂ ਟਾਈਮ ਇਹ ਰਿਸੀਵਰ ਨੂੰ ਸਮਝ ਨਹੀਂ ਆਉਣਾ। ਚਲੋ ਜਿਨ੍ਹਾਂ ਨੂੰ ਪਤਾ ਉਹ ਵੱਖਰੀ ਗੱਲ ਹੈ, ਕਈ ਬੱਚਿਆਂ ਨੂੰ ਕਲਾਸ ਦੇ ਵਿੱਚ ਮੈਂ ਬੋਲ ਦੇਣਾ 143, ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹ ਮੇਰੇ ਮੂੰਹ ਨਹੀਂ ਦੇਖਣ ਲੱਗ ਜਾਂਦੇ ਨਾ। ਸੋ ਇਹ ਹੈ ਇਨਕ੍ਰਿਪਟਡ ਤੇ ਇਹ ਡੀਕ੍ਰਿਪਟਡ। ਤਾਂ ਰਿਸੀਵਰ ਕੋਲੇ ਫਿਰ ਡੀਕ੍ਰਿਪਟਡ ਹੀ ਪਹੁੰਚਣਾ ਚਾਹੀਦਾ। ਤਾਂ ਵਾਪਸ ਫਿਰ ਕਹਿੰਦਾ ਸਾਈਫਰ ਟੈਕਸਟ ਨੂੰ ਪਲੇਨ ਟੈਕਸਟ ਦੇ ਵਿੱਚ ਕਨਵਰਟ ਕਰਨ ਨੂੰ ਅਸੀਂ ਕੀ ਬੋਲ ਦਿੰਦੇ ਆ, ਡੀਕ੍ਰਿਪਸ਼ਨ ਜਾਂ ਡੀਕੋਡਿੰਗ। ਕਲੀਅਰ ਹੋਈ ਗੱਲ। ਤਾਂ ਇਸ ਤਰੀਕੇ ਨਾਲ ਇਨਕ੍ਰਿਪਸ਼ਨ ਕੰਮ ਕਰਦੀ, ਆਪਾਂ ਪੜ੍ਹਿਆ ਸੀਗਾ। ਇੱਥੇ ਚਾਬੀਆਂ ਜਾਂ ਕੀਜ਼ ਵਰਤੀਆਂ ਜਾਂਦੀਆਂ ਨੇ। ਇਹ ਐਲਗੋਰਿਥਮ ਹੈ ਕਿ ਹਰ ਵਾਰੀ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਲਈ ਇੱਕੋ ਹੀ ਚਾਬੀ ਵਰਤਣੀ ਹੈ ਕਿ ਵੱਖੋ ਵੱਖਰੀ ਵਰਤਣੀ ਹੈ। ਜੇ ਅਸੀਂ ਇੱਕੋ ਹੀ ਕੀ ਵਰਤਾਂਗੇ, ਇਨਕ੍ਰਿਪਸ਼ਨ ਦੇ ਲਈ ਵੀ ਇਹੀ ਚਾਬੀ ਹੈ, ਡੀਕ੍ਰਿਪਸ਼ਨ ਦੇ ਲਈ ਵੀ ਇਹੀ ਚਾਬੀ ਹੈ, ਤਾਂ ਫਿਰ ਸਾਨੂੰ ਸੈਂਡਰ ਤੋਂ ਰਿਸੀਵਰ ਦੇ ਵਿੱਚ ਕੀ ਐਕਸਚੇਂਜ ਕਰਨੀ ਪੈਣੀ ਹੈ।
ਕੀ ਟ੍ਰਾਂਸਫਰ ਕਰਨੀ ਪੈਣੀ ਹੈ। ਟ੍ਰਾਂਸਫਰ ਕਰਨਾ ਥੋੜਾ ਜਿਹਾ ਰਿਸਕੀ ਹੈ, ਵੈਸੇ ਤਾਂ ਟ੍ਰਾਂਸਫਰ ਦੇ ਲਈ ਵੀ ਬਹੁਤ ਸਾਰੇ ਮੈਕੈਨਿਜ਼ਮ ਹੁੰਦੇ ਨੇ, ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ, ਬਟ ਇਹ ਸ਼ੇਅਰ ਕਰਨ ਵਾਲਾ ਕੰਮ ਹੀ ਥੋੜਾ ਜਿਹਾ ਰਿਸਕੀ ਆ। ਤਾਂ ਦੋ ਤਰੀਕੇ ਦਾ ਇਨਕ੍ਰਿਪਸ਼ਨ ਆਪਾਂ ਪੜਾਂਗੇ, ਜਿਹਦੇ ਵਿੱਚ ਇੱਕੋ ਹੀ ਚਾਬੀ, ਇੱਕੋ ਹੀ ਕੀ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਲਈ ਵਰਤੀ ਜਾਵੇ, ਉਹਨੂੰ ਸਿਮੈਟ੍ਰਿਕ ਕਵਾਂਗੇ ਆਪਾਂ। ਤੇ ਜੇ ਆਪਣੇ ਕੋਲੇ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਲਈ ਵੱਖੋ ਵੱਖਰੀਆਂ ਚਾਬੀਆਂ, ਦੋ ਚਾਬੀਆਂ ਵਰਤੀਆਂ ਜਾਣ, ਉਹਨੂੰ ਆਪਾਂ ਕੀ ਕਵਾਂਗੇ, ਡੀਕ੍ਰਿਪਸ਼ਨ ਪੜਾਂਗੇ। ਠੀਕ ਹੈ, ਥੋੜਾ ਜਿਹਾ ਹੌਲੀ ਕਰਾਉਂਗਾ ਕੰਮ, ਕਿਉਂਕਿ ਕਲਾਸ ਮੈਨੂੰ ਲੱਗਦਾ ਲੰਬੀ ਹੋ ਜਾਣੀ ਆ ਤੇ ਥੋੜਾ ਜਿਹਾ ਫਿਰ ਦਮ ਚੜ ਜਾਂਦਾ ਹੈ ਨਾ ਮੈਨੂੰ ਬੋਲਣਾ, ਇੱਕ ਮੇਰੀ ਆਵਾਜ਼ ਉੱਚੀ ਆ ਥੋੜੀ ਜੀ, ਤਾਂ ਕਰਕੇ ਹੌਲੀ ਹੌਲੀ ਚੱਲਾਂਗੇ ਆਪਾਂ। ਤਾਂ ਇਨਕ੍ਰਿਪਸ਼ਨ ਸਮਝ ਆ ਗਿਆ। ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਦੇ ਵਿੱਚ ਕਨਵਰਟ ਕਰਨਾ, ਉਹਨੂੰ ਕੀ ਬੋਲਦੇ ਨੇ ਆਪਾਂ, ਇਨਕ੍ਰਿਪਸ਼ਨ। ਤੇ ਸਾਈਫਰ ਟੈਕਸਟ ਨੂੰ ਪਲੇਨ ਟੈਕਸਟ ਕਨਵਰਟ ਕਰਨਾ, ਉਹਨੂੰ ਕੀ ਬੋਲਦੇ ਨੇ, ਡੀਕ੍ਰਿਪਸ਼ਨ। ਇਹ ਚੰਗੀ ਤਰ੍ਹਾਂ ਤੁਹਾਨੂੰ ਗੱਲ ਸਮਝ ਆਉਣੀ ਚਾਹੀਦੀ ਹੈ। ਤੇ ਇਹਨਾਂ ਦੋਨੋਂ ਪ੍ਰੋਸੈਸ ਨੂੰ ਮਿਲਾ ਕੇ ਬੋਲਦੇ ਨੇ ਕ੍ਰਿਪਟੋਗ੍ਰਾਫੀ। ਕ੍ਰਿਪਟੋਗ੍ਰਾਫੀ ਕੀ ਹੈ? ਕ੍ਰਿਪਟੋਗ੍ਰਾਫੀ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੋਨੋਂ ਹੁੰਦੇ ਨੇ। ਜਿਵੇਂ ਆਪਾਂ WhatsApp ਤੇ ਦੇਖਦੇ ਹਾਂ, ਉੱਥੇ ਲਿਖਿਆ ਨਹੀਂ ਹੁੰਦਾ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਔਨ, ਤਾਂ WhatsApp ਤੇ ਕ੍ਰਿਪਟੋਗ੍ਰਾਫੀ ਲੱਗ ਰਹੀ ਹੈ, ਆਪਾਂ ਕਹਿ ਸਕਦੇ ਹਾਂ। ਹੁਣ ਕਮਿਊਨੀਕੇਸ਼ਨ ਦੇ ਲਈ ਦੋਨੋਂ ਚੀਜ਼ਾਂ ਚਾਹੀਦੀਆਂ ਨੇ, ਇਕੱਲੇ ਇਨਕ੍ਰਿਪਸ਼ਨ ਦੇ ਨਾਲ ਕੰਮ ਨਹੀਂ ਚੱਲ ਸਕਦਾ। ਸੈਂਡਰ ਸਾਈਡ ਤੇ ਕੀ ਹੋਊਗੀ, ਇਨਕ੍ਰਿਪਸ਼ਨ, ਰਿਸੀਵਰ ਸਾਈਡ ਤੇ ਕੀ ਹੋਊਗਾ, ਡੀਕ੍ਰਿਪਸ਼ਨ। ਕਲੀਅਰ ਹੋਈ ਗੱਲ? ਸੋ ਜਿਹੜੇ ਇਹ ਦੋਨਾਂ ਨੂੰ ਮਿਲਾ ਕੇ ਕੀ ਬਣੂਗਾ, ਕ੍ਰਿਪਟੋਗ੍ਰਾਫੀ ਬਣੂਗਾ, ਹਨਾ। ਤੇ ਹੁਣ ਇੱਕ ਟਰਮ ਹੋਰ ਹੁੰਦੀ ਹੈ, ਕ੍ਰਿਪਟ ਐਨਾਲਿਸਿਸ। ਕ੍ਰਿਪਟ ਐਨਾਲਿਸਿਸ ਦਾ ਮਤਲਬ ਹੈਗਾ ਕਿ ਉਹ ਵਾਲਾ ਡੇਟਾ ਜਿਹੜਾ ਅਸੀਂ ਇਨਕ੍ਰਿਪਟ ਕੀਤਾ ਸੀ ਜਾਂ ਜਿਹੜਾ ਅਸੀਂ ਸਿਕਿਉਰ ਕੀਤਾ ਸੀ, ਉਹਦੇ ਵਿੱਚ ਹੁਣ ਜਿਹੜੇ ਹੈਕਰ ਹੋਣਗੇ ਉਹ ਕੋਸ਼ਿਸ਼ ਕਰਨਗੇ ਕਿ ਉਸ ਨੂੰ ਅਸੀਂ ਬ੍ਰੇਕ ਕੀਤਾ ਜਾਵੇ। ਜਿਹੜੇ ਹੈਕਰ ਹੋਣਗੇ ਉਹਨਾਂ ਕੋਲ ਕੀ ਤਾਂ ਹੋਊਗੀ ਨਹੀਂ, ਚਾਬੀ ਤਾਂ ਹੁੰਦੀ ਨਹੀਂ, ਉਹ ਡਾਟਾ ਦਾ ਐਨਾਲਿਸਿਸ ਕਰਕੇ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਨੇ ਵਿਦਆਊਟ ਨੋਇੰਗ ਇਹ ਕੀ, ਤਾਂ ਉਸ ਨੂੰ ਅਸੀਂ ਬੋਲ ਦਿੰਦੇ ਆ ਕ੍ਰਿਪਟ ਐਨਾਲਿਸਿਸ। ਕਲੀਅਰ ਹੋਈ ਗੱਲ? ਕ੍ਰਿਪਟ ਐਨਾਲਿਸਿਸ ਕੀ ਹੁੰਦਾ ਹੈ? ਸੋ ਇਹ ਦੋਨਾਂ ਨੂੰ ਅਸੀਂ ਬੋਲ ਦਿੰਦੇ ਆ ਕ੍ਰਿਪਟੋਲੋਜੀ। ਕ੍ਰਿਪਟੋਲੋਜੀ ਕੀ ਹੁੰਦਾ ਹੈ? ਸਟੱਡੀ ਆਫ ਕ੍ਰਿਪਟੋਗ੍ਰਾਫੀ ਐਂਡ ਕ੍ਰਿਪਟ ਐਨਾਲਿਸਿਸ। ਮੈਂ ਥੋੜੀ ਜਿਹੀ ਥਿਊਰੀ ਤੁਹਾਨੂੰ ਦਿੱਤੀ ਹੋਈ ਹੈ, ਤੁਸੀਂ ਪੜ੍ਹ ਸਕਦੇ ਹੋ ਨਾਲ, ਇਹ ਵੀ ਤੁਹਾਨੂੰ ਮੈਂ ਡਿਕਟੇਟ ਕਰਾ ਦੇਣਾ। ਜਿਵੇਂ ਆਪਾਂ ਦੱਸਿਆ, ਇਨਕ੍ਰਿਪਸ਼ਨ ਇਜ਼ ਏ ਪ੍ਰੋਸੈਸ ਆਫ ਕਨਵਰਟਿੰਗ ਇਨਫੋਰਮੇਸ਼ਨ ਔਰ ਡੇਟਾ ਇਨਟੂ ਕੋਡ ਔਰ ਸਾਈਫਰ ਟੈਕਸਟ ਟੂ ਪ੍ਰੀਵੈਂਟ ਅਨਆਥੋਰਾਈਜ਼ਡ ਐਕਸੈਸ। ਇਹ ਮੈਂ ਇਨਫੋਰਮੇਸ਼ਨ ਕਿਉਂ ਦੇ ਰਿਹਾ ਤੁਹਾਨੂੰ, ਕਿਉਂਕਿ ਐਸ ਸੱਚ ਹੀ ਡਾਇਰੈਕਟ ਲਾਈਨਾਂ ਆ ਜਾਂਦੀਆਂ ਨੇ। ਜਿਵੇਂ ਤੁਹਾਨੂੰ ਬੋਲ ਕੇ ਪੰਜਾਬੀ 'ਚ ਦੱਸਦਾ, ਸਮਝ ਤਾਂ ਉਵੇਂ ਵੀ ਆ ਜਾਂਦੀ ਆ, ਪਰ ਟੈਕਨੀਕਲ ਸ਼ਬਦ ਨੇ ਜਿਹੜੇ ਤੁਸੀਂ ਸਕਰੀਨਸ਼ਾਟ ਵਗੈਰਾ ਲੈ ਸਕਦੇ ਹੋ ਜਾਂ ਲਿਖ ਸਕਦੇ ਹੋ। ਕਨਵਰਟਿੰਗ ਕੋਡ ਸਾਈਫਰ ਟੂ data to code ਜਾਂ cipher text to prevent unauthorized access or to protect its confidentiality। confidentiality ਮਤਲਬ ਹੁੰਦਾ ਉਹ ਦਿਖੇ ਨਾ ਰਸਤੇ ਦੇ ਵਿੱਚ ਕਿਸੇ ਨੂੰ। ਠੀਕ ਹੈ, ਅਗਲਾ, the encryption process involve using encryption algorithm। ਕਹਿੰਦਾ ਇਹਦੇ ਵਿੱਚ ਕੀ ਹੁੰਦਾ ਹੈ, encryption algorithm ਹੁੰਦੇ ਨੇ and cryptographic key। ਇੱਕ ਕੀ ਲੱਗਦੀ ਹੈ to transfer the original data। original data ਨੂੰ ਆਪਾਂ ਨੂੰ ਟ੍ਰਾਂਸਫਰ ਕਰਨ ਦੇ ਲਈ refer to as plain text। original data ਨੂੰ plain text ਬੋਲਦੇ ਆ। unreadable text ਦੇ ਵਿੱਚ ਕਨਵਰਟ ਹੁੰਦਾ ਜਿਹੜਾ, ਉਹਨੂੰ ਕੀ ਬੋਲਦੇ ਆ, cipher text ਬੋਲਦੇ ਆ। ਠੀਕ ਆ, the cipher text can only be deciphered or decrypted back to plain text। ਜਿਹੜਾ ਕਹਿੰਦਾ cipher text ਹੁੰਦਾ ਹੈ ਉਹ decipher ਜਾਂ decrypt back ਕੀਤਾ ਜਾ ਸਕਦਾ by authorized individual who possesses the ਹੈ ਨਾ, ਗਲਤ ਤਾਂ ਨਹੀਂ ਪੜ ਰਿਹਾ, ਹਾਂ, possesses the corresponding decryption key। ਕਹਿੰਦਾ ਉਹੀ ਬੰਦਾ, ਆਥੋਰਾਈਜ਼ਡ ਬੰਦਾ, ਜਿਹਦੇ ਕੋਲੇ ਉਹ ਵਾਲੀ ਕੀ ਅਵੇਲੇਬਲ ਹੋਵੇ, ਉਹੀ ਡੇਟਾ ਨੂੰ ਕੀ ਕਰ ਸਕਦਾ, ਡੀਕ੍ਰਿਪਟ ਕਰ ਸਕਦਾ ਜਾਂ ਡੀਸਾਈਫਰਡ ਕਰ ਸਕਦਾ। ਕਲੀਅਰ ਹੋਈ ਗੱਲ? ਹੁਣ ਆ ਗਿਆ, ਪਹਿਲਾਂ ਪੜਿਆ ਸੀ ਆਪਾਂ ਇਨਕ੍ਰਿਪਸ਼ਨ, ਡੀਕ੍ਰਿਪਸ਼ਨ ਪੜ੍ਹਦੇ ਹਾਂ। ਡੀਕ੍ਰਿਪਸ਼ਨ ਇਜ਼ ਦੀ ਪ੍ਰੋਸੈਸ ਆਫ ਕਨਵਰਟਿੰਗ encrypted or cipher text data back to original form known as plain text। ਆਪਾਂ ਹੁਣੀ ਪੜ੍ਹ ਕੇ ਆਏ ਆ ਨਾ। It is the reverse operation of encryption and requires the use of decryption algorithm। ਕਹਿੰਦਾ ਇਹ ਰਿਵਰਸ ਹੁੰਦਾ ਹੈ encryption ਦਾ, ਤੇ ਇਹ decryption algorithm ਇਹਨੂੰ ਲੋਡ ਪੈਂਦੀ ਹੈ। corresponding decryption key, ਤਾਂ ਹੁਣ ਜਿਹੜੀ ਚਾਬੀ ਨਾਲ ਲੌਕ ਲਗਾ ਲਿਆ, ਜੇ ਉਹੀ ਚਾਬੀ ਨਾਲ ਲੌਕ ਖੁੱਲਦਾ ਤੇ ਜਿਹਦੇ ਕੋਲੇ ਅਸੀਂ ਬਾਕਸ ਭੇਜਾਂਗੇ ਉਹਦੇ ਕੋਲੇ ਚਾਬੀ ਵੀ ਹੋਣੀ ਚਾਹੀਦੀ ਹੈ, ਹਨਾ, ਤਾਂ corresponding key ਹੋਣੀ ਚਾਹੀਦੀ ਹੈ। ਅਗਲਾ, when encrypted data is received by authorized recipient they use their decryption key। ਤਾਂ ਜਦੋਂ ਉਹਦੇ ਕੋਲੇ ਪਹੁੰਚ ਜਾਂਦਾ authorized recipient ਦੇ ਕੋਲੇ, ਉਹਦੇ ਕੋਲੇ ਕੀ ਵੀ ਹੁੰਦੀ ਹੈ, an appropriate decryption algorithm to reverse the encryption process। encryption ਉਹ ਰਿਵਰਸ ਕਰ ਦਿੰਦਾ ਹੈ। ਜਿਵੇਂ ਤੁਸੀਂ ਕੋਡਿੰਗ ਡੀਕੋਡਿੰਗ ਨਹੀਂ ਕਰਦੇ, ਜੇ ਇੱਕ ਸਵਾਲ ਤੁਹਾਨੂੰ ਦਿੱਤਾ ਹੁੰਦਾ ਦੂਜੇ ਸਵਾਲ 'ਚ ਪੁੱਛ ਲੈਂਦਾ ਵੀ ਇਹਨੂੰ ਡੀਕੋਡ ਕਰੋ, ਤਾਂ ਉਹ ਇੱਕ ਸਵਾਲ ਦੇ ਵਿੱਚੋਂ ਆਪਾਂ ਨੂੰ ਕੀ ਪਤਾ ਲੱਗ ਜਾਂਦਾ, ਲੌਜਿਕ ਪਤਾ ਲੱਗ ਜਾਂਦਾ। ਜਿਵੇਂ 1 ਨੂੰ 5 ਦੇ ਨਾਲ ਰਿਪਲੇਸ ਕੀਤਾ ਹੈ,
2 ਨੂੰ ਫਿਰ ਜਾ ਕੇ 9 ਦੇ ਨਾਲ ਕੀਤਾ ਵੀ ਕਿਹੜਾ ਕੋਡ ਬਣਦਾ। ਉਹ ਕੋਡ ਲੌਜਿਕ ਹੁੰਦਾ ਜਿਹੜਾ ਉਹ ਇਹਦੇ ਵਿੱਚ ਵੀ ਲੱਗਦਾ ਡੀਕ੍ਰਿਪਸ਼ਨ ਦੇ ਵਿੱਚ, ਠੀਕ ਆ। ਸਾਰੇ ਰੀਜ਼ਨਿੰਗ ਦੇ ਕਨਸੈਪਟ ਹੀ ਨੇ ਜਿਹੜੇ ਇਹਦੇ ਵਿੱਚ ਇੰਪਲੀਮੈਂਟ ਹੁੰਦੇ ਨੇ ਮੈਥ ਦੇ ਵਿੱਚ। ਰੀਜ਼ਨਿੰਗ ਅਸਲ ਦੇ ਵਿੱਚ ਕੀ ਹੁੰਦੀ ਹੈ, ਕਿਸੇ ਵੀ ਕੰਮ ਨੂੰ ਕਰਨ ਦੇ ਲਈ ਰੀਜ਼ਨਿੰਗ ਹੈ ਜਿਹੜੀ ਉਹ ਇੰਪਲੀਮੈਂਟ ਹੁੰਦੀ ਹੈ ਕੋਡਿੰਗ ਫਾਰਮ ਦੇ ਵਿੱਚ, ਹਨਾ। ਤਾਂ ਤੁਹਾਨੂੰ ਬਹੁਤ ਸਾਰੇ ਬੱਚਿਆਂ ਨਾਲ ਮੇਰੀ ਗੱਲ ਹੁੰਦੀ ਹੈ, ਉਹਨਾਂ ਨੂੰ ਲੱਗਦਾ ਵੀ ਇਹ ਸਾਨੂੰ ਕਿਉਂ ਪੜ੍ਹਾਈਆਂ ਜਾ ਰਹੀਆਂ ਚੀਜ਼ਾਂ, ਕੀ ਲੋੜ ਹੈ ਇਹਨਾਂ ਦੀ, ਹਨਾ। ਅੱਜ ਹੀ ਕਿਸੇ ਬੱਚੇ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਵੀ ਖੜਨਾ ਤਾਂ ਅਸੀਂ ਉੱਥੇ ਹੀ ਹੈ ਨਾਕਿਆਂ ਦੇ 7-7 10-10 ਘੰਟੇ, ਵੀ ਇੰਨਾ ਔਖਾ ਕੰਪਿਊਟਰ ਸਾਨੂੰ। ਮੈਨੂੰ ਬਹੁਤ ਜ਼ਿਆਦਾ ਹਾਸਾ ਵੀ ਆਇਆ ਵੀ ਗੱਲ ਤਾਂ ਚਲੋ ਠੀਕ ਹੈ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਜੁੜੀਆਂ ਹੋਈਆਂ ਨੇ। ਦੇਖੋ ਰੀਜ਼ਨਿੰਗ ਨੂੰ ਆਪਾਂ ਐਲਗੋਰਿਥਮ ਕੰਪਿਊਟਰ ਦੇ ਵਿੱਚ ਕਿਵੇਂ ਯੂਜ਼ ਕਰਾਂਗੇ, ਤਾਂ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਜੇ ਤੁਸੀਂ ਇਹਨਾਂ ਨੂੰ ਅੱਕ ਕੇ ਨਾ ਪੜ੍ਹੋ, ਤੁਸੀਂ ਬੜੇ ਚਾਅ ਦੇ ਨਾਲ ਪੜ੍ਹੋ, ਤੁਹਾਨੂੰ ਲੱਗਣਾ ਚਾਹੀਦਾ ਵੀ ਯਾਰ ਸਾਨੂੰ ਗਿਆਨ ਹੋ ਰਿਹਾ ਬਹੁਤ ਸਾਰੀਆਂ ਚੀਜ਼ਾਂ, ਇਹਨਾਂ ਨੂੰ ਅਸੀਂ ਯੂਜ਼ ਕਿਵੇਂ ਕਰਨਾ। ਤਾਂ ਇਹ ਸਾਰੀਆਂ ਹੀ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਉਹ ਗੱਲ ਵੱਖਰੀ ਆ ਕਿ ਸਾਨੂੰ ਉਸ ਤਰੀਕੇ ਨਾਲ ਪੜ੍ਹਾਇਆ ਨਹੀਂ ਜਾਂਦਾ, ਸਾਨੂੰ ਸਿਰਫ ਰੱਟੇ ਮਾਰੋ, ਕ੍ਰੈਮ ਕਰੋ ਜੀ, ਨੰਬਰ ਕਿਵੇਂ ਜ਼ਿਆਦਾ ਲੈਣੇ ਨੇ। ਇਹ ਸਾਡੀ ਬੜੀ ਕਹਿ ਸਕਦੇ ਹੋ ਵੀ ਬੜੀ ਵੱਡੀ ਇੱਕ ਦੁੱਖ ਦੀ ਰਗ ਹੈ। ਮੈਂ ਵੀ ਜਿਵੇਂ ਪੜ੍ਹਿਆ, ਮੈਨੂੰ ਵੀ ਇੰਨਾ ਨਹੀਂ ਪੜ੍ਹਾਇਆ ਗਿਆ ਟੀਚਰਾਂ ਨੇ, ਹਨਾ। ਚਲੋ ਬਹੁਤ ਸਾਰੀਆਂ ਮਜਬੂਰੀਆਂ ਨੇ, ਹੁਣ ਆਪਾਂ ਜਿਨ੍ਹਾਂ ਤੋਂ ਪੜ੍ਹਿਆ ਉਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਵਧੀਆ ਨਹੀਂ ਪੜ੍ਹਾਇਆ, ਪਰ ਦੁਖੀ ਤਾਂ ਹੁੰਦਾ ਹੀ ਹੈ ਮਨ ਵੀ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ। ਵੀ ਬਾਅਦ ਚ ਸਾਨੂੰ ਜਦੋਂ ਮੈਂ ਗੇਟ ਦੀ ਤਿਆਰੀ ਕਰਨ ਲੱਗਿਆ ਮੈਨੂੰ ਫੇਰ ਪਤਾ ਲੱਗਿਆ ਵੀ ਅੱਛਾ ਆਹ ਵੀ ਚੀਜ਼ਾਂ ਨੇ, ਹਨਾ। ਤਾਂ ਹੀ ਹੁਣ ਇਹ ਲੱਗਦਾ ਵੀ ਚੀਜ਼ਾਂ ਨੂੰ ਬਹੁਤ ਬਰੀਕੀ ਨਾਲ ਪੜ੍ਹਨਾ ਚਾਹੀਦਾ। ਮੈਨੂੰ ਇਹ ਲੱਗਦਾ, ਮਤਲਬ ਮੈਨੂੰ ਬਹੁਤ ਜ਼ਿਆਦਾ ਭੁੱਖ ਹੈ ਚੀਜ਼ਾਂ ਨੂੰ ਸਿੱਖਣ ਦੀ, ਸਮਝਣ ਦੀ, ਹਨਾ। ਤਾਂ ਕਰਕੇ ਹੀ ਜੇ ਆਪਣੇ ਕਿਤੇ ਕੰਟੈਂਟ ਦੇ ਵਿੱਚ ਕੋਈ ਗਲਤੀ ਵੀ ਹੁੰਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਕਿਉਂਕਿ ਮੈਨੂੰ ਹਮੇਸ਼ਾ ਹੀ ਆਪਾਂ ਇੱਕ ਲਰਨਿੰਗ ਐਟੀਟਿਊਡ ਲੈ ਕੇ ਚੱਲੇ ਆ। ਮੈਨੂੰ ਸਿੱਖਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਜ਼ਿਆਦਾ ਆਪਾਂ ਆਪਦੀਆਂ ਕਮੀਆਂ ਤੋਂ ਹੀ ਸਿੱਖਦੇ ਹਾਂ, ਠੀਕ ਹੈ। ਸੋ ਜਿੱਥੇ ਆਪਾਂ ਨੂੰ ਲੱਗਦਾ ਵੀ ਲੈਕ ਪੈ ਰਹੀ ਹੈ ਚੀਜ਼ਾਂ ਦੇ ਵਿੱਚ, ਤੇ ਜੇਕਰ ਅਸੀਂ ਉਹਨਾਂ ਨੂੰ ਸੁਣਾਂਗੇ ਨਹੀਂ ਤਾਂ ਫਿਰ ਅਸੀਂ, ਮੈਨੂੰ ਲੱਗਦਾ ਨਹੀਂ ਵੀ ਅਸੀਂ ਗਰੋ ਕਰਾਂਗੇ ਚੀਜ਼ਾਂ ਨੂੰ ਲੈ ਕੇ, ਹਨਾ। ਸੋ ਬਹੁਤ ਸਾਰੇ ਬੱਚੇ, ਆਪਣੇ ਬੱਚਿਆਂ ਨਾਲ ਬੜਾ ਵਧੀਆ ਲਿੰਕ ਹੈ। ਬਹੁਤ ਸਾਰੇ ਬੱਚੇ ਮੈਨੂੰ ਭੇਜਦੇ ਵੀ ਆ ਵੀ ਉਹਨਾਂ ਨੇ ਕਮੈਂਟ ਕੀਤਾ ਤੇ ਉਹ ਵੀਡੀਓ ਦੇ ਵਿੱਚ ਉਹ ਪੜ੍ਹਾਉਣ ਵਾਲੇ ਬੰਦੇ ਹੀ ਉਹਨਾਂ ਨੂੰ ਬੋਲਣ ਲੱਗ ਜਾਂਦੇ ਆ ਵੀ ਇਸ ਤਰ੍ਹਾਂ ਕਰਕੇ। ਸੋ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਨਹੀਂ ਚਾਹੀਦਾ, ਹਨਾ। ਵੀ ਆਪਾਂ ਨੂੰ ਹਮੇਸ਼ਾ ਹੀ ਸਿੱਖਣ ਦੇ ਲਈ ਤਿਆਰ ਰਹਿਣਾ ਚਾਹੀਦਾ, ਠੀਕ ਹੈ। ਤਾਂ ਤੁਸੀਂ ਵੀ ਬੁਰਾ ਨਾ ਫੀਲ ਕਰੋ, ਚੀਜ਼ਾਂ ਹੋ ਸਕਦਾ ਤੁਸੀਂ ਇਹ ਨਹੀਂ ਪੜ੍ਹੀਆਂ, ਤੁਹਾਡੇ ਲਈ ਔਖੀਆਂ ਹੋ ਸਕਦੀਆਂ ਨੇ, ਪਰ ਜੇ ਤੁਸੀਂ ਦਿਲ ਲਗਾ ਕੇ ਪੜ੍ਹੋਗੇ ਫਿਰ ਤੁਹਾਨੂੰ ਵਧੀਆ ਲੱਗੂਗਾ। ਤੁਸੀਂ ਭੁੱਲ ਜਾਓ ਵੀ ਤੁਹਾਡਾ ਕਿਹੜਾ ਸਬਜੈਕਟ ਹੈ। ਹੁਣ ਮੇਰੇ ਬਹੁਤ ਸਾਰੇ ਸਬਜੈਕਟ ਐਵੇਂ ਦੇ ਨੇ ਜਿਹੜੇ ਮੈਂ ਪੜ੍ਹੇ ਨਹੀਂ ਹੋਏ। ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਆ, ਮੈਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੈਂ ਪੜ੍ਹਾਈਆਂ, ਹਾਇਰ ਐਜੂਕੇਸ਼ਨ ਮੇਰੇ ਸਬਜੈਕਟ ਦਾ ਨਹੀਂ ਮੈਂ ਪੜ੍ਹਾਇਆ ਹੋਇਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਚੈਨਲ ਤੇ ਦੇਖੋਗੇ ਬਹੁਤ ਸਾਰੇ ਐਵੇਂ ਦੇ ਸਬਜੈਕਟ ਹੋਣਗੇ ਜਿਹੜੇ ਮੈਂ ਪੜ੍ਹੇ ਨਹੀਂ ਹੈਗੇ, ਪਰ ਮੈਂ ਪੜ੍ਹਾਊਂਗਾ। ਕਿਉਂ? ਕਿਉਂਕਿ ਅਸੀਂ ਹਮੇਸ਼ਾ ਹੀ ਸਿੱਖਣ ਦੇ ਲਈ ਖੜੇ ਆ। ਉਹੀ ਤਾਂ ਕੰਮ ਹੁੰਦਾ ਵੀ ਜਿਹੜਾ ਤੁਹਾਡਾ ਫੀਲਡ ਨਹੀਂ ਹੈਗਾ, ਉਸ ਫੀਲਡ ਦੇ ਵਿੱਚ ਤੁਸੀਂ ਕਿਵੇਂ ਕੰਮ ਕਰਦੇ ਹੋ, ਕਿਵੇਂ ਤੁਸੀਂ ਪਰਫਾਰਮ ਕਰਦੇ ਹੋ, ਉੱਥੋਂ ਹੀ ਫਿਰ ਤੁਹਾਡੀ ਪਰਸਨੈਲਿਟੀ ਨਿਖਰ ਕੇ ਸਾਹਮਣੇ ਆਉਂਦੀ। ਕੋਈ ਗੱਲ ਨਹੀਂ, ਪਹਿਲੀ ਵਾਰੀ ਥੋੜਾ ਜਿਹਾ ਠੀਕ ਠਾਕ ਪੜ੍ਹਾਵਾਂਗੇ, ਉਦੋਂ ਐਕਸਪੀਰੀਅੰਸ ਹੋ ਜਾਣਾ। ਐਕਸਪੀਰੀਅੰਸ ਤਾਂ ਕੰਮ ਕਰਕੇ ਹੀ ਹੁੰਦਾ। ਤਾਂ ਕੰਪਿਊਟਰ ਹੋ ਸਕਦਾ ਤੁਹਾਡੇ ਲਈ ਨਵਾਂ ਹੈ, ਪਰ ਮੰਨਣਾ ਨਹੀਂ ਹੈਗਾ ਆਪਾਂ। ਇੰਨੀ ਛੇਤੀ ਹਾਰ ਤਾਂ ਨਹੀਂ ਮੰਨਣ ਵਾਲੇ, ਹਨਾ। ਜ਼ਿੰਦਗੀ ਮਿਲੀ ਹੈ, ਜੂਝਾਂਗੇ ਤਾਂ ਹੈਗੇ, ਠੀਕ ਹੈ। ਸੋ ਇਹਨੂੰ ਚਾਅ ਨਾਲ ਪੜ੍ਹਿਓ। ਹੁਣੀ ਤੁਸੀਂ ਆਪਦੇ ਦਿਮਾਗ ਦੇ ਵਿੱਚੋਂ ਐਨਕਾਂ ਲਾ ਦਿਓ ਵੀ ਸਾਡਾ ਕੰਪਿਊਟਰ ਸਬਜੈਕਟ ਨਹੀਂ ਹੈ, ਸਾਨੂੰ ਆਉਂਦਾ ਨਹੀਂ। ਹੁਣੀ ਆਉਣ ਵਾਲੇ 15 ਮਿੰਟਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਵਾਦ ਆਉਂਦਾ ਕਿ ਨਹੀਂ ਆਉਂਦਾ। ਜੇ ਸਵਾਦ ਆਇਆ ਤਾਂ ਕਮੈਂਟ ਜ਼ਰੂਰ ਕਰਕੇ ਜ਼ਰੂਰ ਦੱਸਿਓ ਵੀ ਸਵਾਦ ਆਇਆ ਬਾਕੀ, ਠੀਕ ਹੈ। ਸੋ ਅਗਲੇ ਪੁਆਇੰਟ ਤੇ ਆਉਂਦੇ ਆ, ਕਹਿੰਦਾ ਬਾਈ ਅਪਲਾਈਂਗ ਦੀ ਡਿਕ੍ਰਿਪਸ਼ਨ ਐਲਗੋਰਿਥਮ ਐਂਡ ਯੂਜ਼ਿੰਗ ਦੀ ਕਰੈਕਟ ਕੀ ਦੀ ਰੈਸੀਪੈਂਟ ਕੈਨ ਰਿਕਵਰ ਦੀ ਓਰੀਜਨਲ ਪਲੇਨ ਟੈਕਸਟ। ਕਹਿੰਦਾ ਰੈਸੀਪੈਂਟ ਹੁੰਦਾ ਜਿਹੜਾ ਡਿਕ੍ਰਿਪਸ਼ਨ ਐਲਗੋਰਿਥਮ ਲਾਉਂਦਾ ਇੱਕ ਉਹ, ਤੇ ਇੱਕ ਕਰੈਕਟ ਸ਼ਬਦ, ਸਹੀ ਚਾਬੀ ਜੇਕਰ ਲੱਗ ਜੇ, ਕਹਿੰਦਾ ਤੁਸੀਂ ਵੀ ਸਹੀ ਚਾਬੀ ਦੀ ਭਾਲ ਦੇ ਵਿੱਚ ਹੀ ਹੋ। ਜੇ ਤੁਹਾਡੀ ਸਹੀ ਚਾਬੀ ਲੱਗ ਗਈ ਤਾਂ ਤੁਸੀਂ ਫਿਰ ਵੀ ਤੁਸੀਂ ਮਿੱਤਰੋ ਵਰਦੀ ਪਾ ਸਕਦੇ ਹੋ, ਠੀਕ ਹੈ। ਸੋ ਟਾਈਪਸ ਆਫ ਇਨਕ੍ਰਿਪਸ਼ਨ ਕੀ ਹੋ ਸਕਦੇ ਆ? 2 ਟਾਈਪ ਦੀਆਂ ਨੇ ਮੇਨਲੀ, ਸਿਮੈਟ੍ਰਿਕ ਤੇ ਏਸਿਮੈਟ੍ਰਿਕ। ਸਿਮੈਟ੍ਰਿਕ ਦੇ ਵਿੱਚ ਦੇਖੋ, ਇਨ ਸਿਮੈਟ੍ਰਿਕ ਇਨਕ੍ਰਿਪਸ਼ਨ ਦੀ ਸੇਮ ਕੀ ਇਹ ਯੂਜ਼ਡ ਫॉर ਬੋਥ ਇਨਕ੍ਰਿਪਸ਼ਨ ਐਂਡ ਡੀਕ੍ਰਿਪਸ਼ਨ। ਸਿਮੈਟ੍ਰਿਕ ਦੇ ਵਿੱਚ ਕਹਿੰਦਾ ਇੱਕੋ ਹੀ ਚਾਬੀ ਵਰਤੀ ਜਾਂਦੀ ਹੈ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਲਈ। ਸੈਂਡਰ ਐਂਡ ਰਿਸੀਵਰ ਮਸਟ ਹੈਵ ਦਾ ਸੇਮ ਸੀਕ੍ਰੇਟ ਕੀ। The encryption algorithm takes the plain text and key as input and produce the cipher text। ਕਈ ਵਾਰੀ ਨਾ ਇਨਗਰੀਡੀਐਂਟ, ਜਿਵੇਂ ਪਹਿਲੇ ਸਵਾਲ 'ਚ ਹੀ ਪੁੱਛਿਆ, ਉਹ ਪੁੱਛ ਲੈਂਦਾ ਹੁੰਦਾ ਵੀ ਸਿਮੈਟ੍ਰਿਕ ਕੀ ਦੇ ਕੀ ਇਨਗਰੀਡੀਐਂਟ ਨੇ, ਪਲੇਨ ਟੈਕਸਟ, ਕੀ ਤੇ ਸਾਈਫਰ ਟੈਕਸਟ। ਸਾਈਫਰ ਟੈਕਸਟ ਆਊਟਪੁੱਟ ਹੈ, ਪਲੇਨ ਟੈਕਸਟ ਤੇ ਕੀ ਉਹਦਾ ਕੀ ਹੈ, ਇਨਪੁੱਟ ਹੈ। The receiver use the same key to reverse the process and obtain the original plain text। ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਏਸਿਮੈਟ੍ਰਿਕ ਕੀ, ਏਸਿਮੈਟ੍ਰਿਕ ਦੇ ਵਿੱਚ ਕਹਿੰਦਾ ਆਲਸੋ ਨੋਨ ਐਜ਼ ਪਬਲਿਕ ਕੀ, ਠੀਕ ਹੈ। ਇਹਨੂੰ ਵੀ ਕੁਝ ਹੋਰ ਕਹਿੰਦੇ ਨੇ, ਮੈਂ ਅੱਗੇ ਦੱਸੂਗਾ। ਚਲੋ, ਯੂਜ਼ ਏ ਪੇਅਰ ਆਫ ਮੈਥਮੈਟਿਕਲੀ ਰਿਲੇਟਡ ਕੀ। ਦੇਖੋ ਪੇਅਰ ਦਾ ਮਤਲਬ 2 ਚਾਬੀਆਂ, ਇੱਥੇ 2 ਚਾਬੀਆਂ ਵਰਤੀਆਂ ਜਾਂਦੀਆਂ ਨੇ, ਇੱਥੇ 1 ਚਾਬੀ ਵਰਤੀ ਨੇ, ਯਾਦ ਰੱਖਣਾ। ਪੇਅਰ ਆਫ ਮੈਥਮੈਟਿਕਲੀ ਰਿਲੇਟਡ ਕੀਜ਼, ਜਿਹਦਾ ਨਾਮ ਹੈਗਾ ਪਬਲਿਕ ਕੀ ਤੇ ਪ੍ਰਾਈਵੇਟ ਕੀ। 2 ਚਾਬੀਆਂ ਨੇ ਬਟ ਆਪਸ ਦੇ ਵਿੱਚ ਮੈਥਮੈਟਿਕਲੀ ਰਿਲੇਟਡ ਨੇ। ਜਿਵੇਂ ਮੈਂ ਤੁਹਾਨੂੰ ਕਹਿ ਦਿਆਂ ਵੀ
ਆਪਾਂ ਇੱਕ ਲੌਕ ਜਿਹਾ ਬਣਾ ਲੈਂਦੇ ਹਾਂ। ਲੱਗਦਾ ਨਹੀਂ ਵੈਸੇ ਲੌਕ ਜਿਹਾ, ਚਲ ਐਂ ਜੇ ਕਰ ਦਿੰਦੇ, ਐਂ ਵੀ ਹੁੰਦਾ ਉੱਤੇ ਜੇ ਨਾ। ਇਹ ਇੱਕ ਲੌਕ ਜਿਹਾ ਹੈਗਾ, ਇਹਦੇ ਵਿੱਚ 2 ਚਾਬੀਆਂ ਨੇ, ਇੱਕ ਆਹ ਚਾਬੀ ਹੈ, ਇੱਕ ਆਪਾਂ ਐਂ ਜੇ ਬਣਾ ਲੈਂਦੇ ਹਾਂ। ਹੁਣ ਇੱਕ ਚਾਬੀ ਦੇ ਨਾਲ ਲੌਕ ਲੱਗਦਾ ਹੈ ਤੇ ਦੂਜੀ ਨਾਲ ਹੀ ਖੁੱਲਦਾ ਹੈ। ਇਹ ਆਪਸ ਦੇ ਵਿੱਚ ਰਿਲੇਟਡ ਨੇ। ਜੇ ਇਹਦੇ ਨਾਲ ਲੌਕ ਲੱਗ ਗਿਆ, ਕਿਸੇ ਹੋਰ ਚਾਬੀ ਨਾਲ ਨਹੀਂ ਖੁੱਲਦਾ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਏਸਿਮੈਟ੍ਰਿਕ ਦੇ ਵਿੱਚ ਜਿਹੜੀਆਂ ਕੀ ਵਰਤੀਆਂ ਜਾਂਦੀਆਂ ਨੇ ਉਹ ਮੈਥੇਮੈਟਿਕਲੀ ਰਿਲੇਟਡ ਨੇ। ਜੇ ਇੱਕ ਨੇ ਲੌਕ ਲਗਾਤਾ, ਹੋਰ ਕੋਈ ਵੀ ਚਾਬੀ ਲੌਕ ਖੋਲ ਨਹੀਂ ਸਕਦੀ। ਕਲੀਅਰ? ਸੋ ਇਸ ਤਰੀਕੇ ਦੇ ਨਾਲ ਏਸਿਮੈਟ੍ਰਿਕ ਇਨਕ੍ਰਿਪਸ਼ਨ ਹੁੰਦੀ ਹੈ। ਦੀ ਪਬਲਿਕ ਕੀ ਇਜ਼ ਵਾਈਡਲੀ ਡਿਸਟ੍ਰੀਬਿਊਟਡ। ਪਬਲਿਕ ਕੀ ਕਹਿੰਦਾ ਉਹ ਆਪਦੀ ਵੈਬਸਾਈਟ ਤੇ ਪਾ ਦਿੰਦਾ, ਲੋਕਾਂ ਨੂੰ ਦੱਸ ਦਿੰਦਾ ਸਾਰਿਆਂ ਨੂੰ ਵੀ ਇਹ ਮੇਰੀ ਪਬਲਿਕ ਕੀ ਆ। ਐਂਡ ਯੂਜ਼ ਟੂ ਇਨਕ੍ਰਿਪਟ ਦੀ ਡੇਟਾ, ਤੇ ਕਹਿੰਦਾ ਇਨਕ੍ਰਿਪਟ ਕਰਨ ਲਈ ਇਹ ਵਰਤੀ ਜਾਂਦੀ ਹੈ। ਵਾਈਲ ਦੀ ਪ੍ਰਾਈਵੇਟ ਕੀ ਇਜ਼ ਕੈਪਟ ਸੀਕ੍ਰੇਟ ਐਂਡ ਯੂਜ਼ਡ ਫॉर ਡੀਕ੍ਰਿਪਸ਼ਨ। ਕਹਿੰਦਾ ਪ੍ਰਾਈਵੇਟ ਕੀ ਉਹ ਬੰਦਾ ਆਪਦੇ ਕੋਲੇ ਰੱਖਦਾ ਤੇ ਉਹ ਕਾਹਦੇ ਲਈ ਵਰਤਦਾ? ਡੀਕ੍ਰਿਪਸ਼ਨ ਦੇ ਲਈ ਵਰਤਦਾ। ਤਾਂ ਇੱਥੇ ਹੁਣ ਇੱਕ ਗੱਲ ਯਾਦ ਰੱਖਣ ਵਾਲੀ ਆ ਗਈ। ਅਗਲਾ ਪੁਆਇੰਟ ਦੱਸਦੇ ਆ, ਫਿਰ ਮੈਂ ਦੱਸਦਾ ਦੁਬਾਰੇ। Anything encrypted with public key can only be decrypted using a corresponding private key। ਦੇਖੋ ਉਹੀ ਗੱਲ ਹੈ ਵੀ ਜਿਹੜਾ ਪ੍ਰਾਈਵੇਟ ਕੀ ਜਿਹੜਾ ਪਬਲਿਕ ਕੀ ਦੇ ਨਾਲ ਇਨਕ੍ਰਿਪਟ ਹੋਇਆ ਉਹ ਕਰੋਸਪੋਂਡਿੰਗ ਪ੍ਰਾਈਵੇਟ ਕੀ ਦੇ ਨਾਲ ਹੀ ਡੀਕ੍ਰਿਪਟ ਹੋ। ਕਰੋਸਪੋਂਡਿੰਗ ਮਤਲਬ ਜਿਹੜੀ ਉਹਦੇ ਨਾਲ ਲਿੰਕਡ ਹੈ, ਜਿਹੜੀ ਮੈਥੇਮੈਟਿਕਲੀ ਲਿੰਕਡ ਪਬਲਿਕ ਕੀ ਹੈ, ਉਹਦੇ ਪਬਲਿਕ ਕੀ ਦੇ ਨਾਲ ਦੀ ਜਿਹੜੀ ਪ੍ਰਾਈਵੇਟ ਕੀ ਹੈ ਉਹਦੇ ਨਾਲ ਹੀ ਉਹ ਕੀ ਹੋਊਗਾ? ਡੀਕ੍ਰਿਪਟ ਹੋਊਗਾ। ਤਾਂ ਇੱਥੇ 2 ਗੱਲਾਂ ਪਹਿਲਾਂ ਯਾਦ ਰੱਖਣ ਵਾਲੀਆਂ ਨੇ, ਇੱਥੇ ਲਿਖਣੀਆਂ, ਲਿਖ ਲਓ, ਮੈਂ ਦੱਸ ਦਿੰਦਾ। ਪਬਲਿਕ ਕੀ, ਦੂਸਰਾ ਹੈਗਾ ਪ੍ਰਾਈਵੇਟ ਕੀ। ਪਬਲਿਕ ਕੀ ਹੈ ਜਿਹੜੀ ਇਹ ਇਨਕ੍ਰਿਪਸ਼ਨ ਦੇ ਲਈ ਵਰਤੀ ਜਾਂਦੀ ਹੈ। ਪ੍ਰਾਈਵੇਟ ਕੀ ਹੈ ਜਿਹੜੀ ਇਹ ਡੀਕ੍ਰਿਪਸ਼ਨ ਦੇ ਲਈ। ਵੀਡੀਓ ਥੋੜੀ ਜਿਹੀ ਤੇਜ਼ ਕਰ ਲਿਓ ਯਾਰ, ਕਿਉਂਕਿ ਫਿਰ ਚੀਜ਼ਾਂ ਸਕਿਪ ਹੋ ਜਾਂਦੀਆਂ। ਮੈਨੂੰ ਇਹ ਹੁੰਦਾ ਵੀ ਵੀਡੀਓ ਲੰਬੀ ਨਾ ਹੋ ਜਾਏ। ਜੇ ਮੈਂ ਇਹ ਸੋਚਣ ਲੱਗ ਜਾਣਾ ਫਿਰ ਉਹਦੀ ਐਕਸਪਲੇਨੇਸ਼ਨ ਘੱਟ ਜਾਂਦੀ ਹੈ ਥੋੜੀ ਜਿਹੀ। ਫਿਰ ਮੈਨੂੰ ਐਂ ਲੱਗਦਾ ਵੀ ਜਲਦੀ ਨਿਬੇੜ ਦਈਏ, ਉਹ ਫਿਰ ਘਿਚਮਿਚ ਜੀ ਹੋ ਜਾਂਦੀ ਹੈ। ਤੁਸੀਂ ਸਪੀਡ ਤੇਜ਼ ਰੱਖਿਓ, ਕੋਈ ਚੱਕਰ ਨਹੀਂ। ਆਪਾਂ ਨੂੰ ਕੋਈ ਵਾਲਾ ਵਿਊ ਦਾ ਹੈ ਨਹੀਂਗਾ ਵੀ ਇਹਦੇ ਨਾਲ ਬਾਅਦ ਟਾਈਮ ਹੋ ਗਿਆ ਰਿਕਾਰਡ, ਉਹ ਚੀਜ਼ਾਂ ਨਹੀਂ ਹੈਗੀਆਂ ਹੁਣ। ਠੀਕ ਹੈ, ਸੋ ਮੈਨੂੰ ਉਮੀਦ ਸੀ ਵੀ ਆਪਾਂ ਥੋੜਾ ਗਰੋ ਕਰਾਂਗੇ ਇਸ ਦੇ ਵਿੱਚ। ਮੇਰਾ ਸੀਗਾ ਵੀ ਆਪਾਂ 5000 ਦਾ ਟਾਰਗੇਟ ਲੈ ਕੇ ਚੱਲਾਂਗੇ, ਹਨਾ। ਸੋ ਚੀਜ਼ਾਂ ਥੋੜੀਆਂ ਔਖੀਆਂ ਨੇ। ਗੂਗਲ ਕਹਿੰਦਾ ਅਸੀਂ ਇਸ ਤਰ੍ਹਾਂ ਨਹੀਂ ਤੁਹਾਡੀਆਂ ਚੀਜ਼ਾਂ ਪਹੁੰਚਾਉਣੀਆਂ, ਜਾਂ ਤਾਂ ਸਾਨੂੰ ਪੈਸੇ ਦਿਓ ਜਾਂ ਫਿਰ ਭੜਕੀਲੇ ਜੇ ਤੁਸੀਂ ਆਪਦੇ ਉਹ ਬਣਾਓ, ਥੰਬਨੇਲ ਬਣਾਓ। ਸੋ ਉਹ ਵੀ ਹੁਣ ਆਉਂਦੇ ਨਹੀਂ। ਜੇ ਹੁਣ ਆਪਾਂ ਧਿਆਨ ਸਾਰਾ ਇੱਧਰ ਲਗਾਉਂਦੇ ਆ, ਕੰਟੈਂਟ ਤੇ ਲਾਉਣੇ ਆ, ਤਿਆਰ ਕਰਨ ਤੇ, ਫਿਰ ਸਮਾਂ ਤਾਂ ਇੱਧਰ ਹੀ ਲੰਘ ਜਾਂਦਾ, ਫਿਰ ਉੱਧਰ ਸੋਚਣ ਦਾ ਸਮਾਂ ਨਹੀਂ ਹੈਗਾ ਵੀ ਅਟਰੈਕਟ ਕਿਵੇਂ ਕਰੀਏ। ਤਾਂ ਹੁਣ ਕੋਈ ਗੱਲ ਨਹੀਂ, ਜਿਨ੍ਹਾਂ ਨੂੰ ਲੋੜ ਹੈ ਬੱਚਿਆਂ ਨੂੰ, ਉਹਨਾਂ ਨੇ ਲੱਭ ਹੀ ਲੈਣਾ। ਸੋ ਕਹਿੰਦੇ ਹੁੰਦੇ ਨੇ ਵੀ ਜਿਹੜੀਆਂ, ਜੇ ਅਸੀਂ ਆਥੈਂਟਿਕ ਚੀਜ਼ਾਂ ਰੱਖਾਂਗੇ ਤਾਂ ਸਾਨੂੰ ਕੋਈ ਨਾ ਕੋਈ ਬੰਦਾ ਤਾਂ ਲੱਭ ਹੀ ਲਊ। ਜਿਹਨੂੰ ਲੋੜ ਆ ਉਹ ਲੱਭ ਹੀ ਲੈਣਗੇ। ਤਾਂ ਆਪਾਂ ਹੁਣ ਇਸੇ ਕੰਮ ਤੇ ਕੰਮ ਪ੍ਰਿੰਸੀਪਲ ਦੇ ਕੰਮ ਕਰ ਰਹੇ ਹਾਂ। ਜਿਹੜੇ ਤੁਸੀਂ ਜੁੜੇ ਹੋ, ਤੁਸੀਂ ਹੈਲਪ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਹਨਾ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਸਕਦੇ ਹੋ। ਤਾਂ ਆਪਾਂ ਮੇਨ ਧਿਆਨ ਕੰਟੈਂਟ ਤੇ ਦੇਵਾਂਗੇ, ਬਾਕੀ ਜਿਹਨੂੰ ਲੋੜ ਆ ਉਹਨੇ ਆਪਾਂ ਨੂੰ ਲੱਭ ਹੀ ਲੈਣਾ। ਠੀਕ ਹੈ, ਸੋ ਤਾਂ ਕਰਕੇ ਹੈਗਾ ਵੀ ਆਪਾਂ ਕੰਮ ਕਰਾਂਗੇ, ਮਿਹਨਤ ਕਰਾਂਗੇ। ਸੋ ਬੜਾ ਇੱਥੇ ਮਾਰਕੀਟ ਦੇ ਵਿੱਚ ਬੜਾ ਇਨਫੋਰਮੇਸ਼ਨ ਅਵੇਲੇਬਲ ਹੈ, ਬੜੀ ਫਾਸਟ ਦੁਨੀਆ ਚੱਲ ਰਹੀ ਹੈ, ਪਰ ਆਪਾਂ ਕੰਮ ਕਰਾਂਗੇ ਕੁਆਲਿਟੀ ਤੇ। ਕੁਆਲਿਟੀ ਦੇਵਾਂਗੇ ਤਾਂ ਅੱਜ ਨਹੀਂ ਤੇ ਕੱਲ ਆਪਾਂ ਲੰਬੀ ਰੇਸ ਦੇ ਘੋੜੇ ਬਣਾਂਗੇ ਤਾਂ ਅੱਗੇ ਆ ਹੀ ਜਾਵਾਂਗੇ। ਠੀਕ ਹੈ, ਸੋ ਅੱਗੇ ਹੈਗਾ ਕ੍ਰਿਪਟ ਐਨਾਲਿਸਿਸ। ਕ੍ਰਿਪਟ ਐਨਾਲਿਸਿਸ ਆਪਾਂ ਪੜ੍ਹਿਆ ਹੀ ਸੀਗਾ। ਕ੍ਰਿਪਟ ਐਨਾਲਿਸਿਸ ਇਜ਼ ਦੀ ਪ੍ਰੈਕਟਿਸ ਆਫ ਐਨਾਲਾਈਜ਼ਿੰਗ ਐਂਡ ਡੀਸਾਈਫਰਿੰਗ। ਡੀਸਾਈਫਰਿੰਗ ਹੀ ਨਾ, ਡੀਸਾਈਫਰਾਈਜ਼ਿੰਗ ਕੀ ਹੋ ਗਿਆ? ਡੀਸਾਈਫਰਿੰਗ, ਹਾਂ, ਡੀਸਾਈਫਰਿੰਗ ਇਨਕ੍ਰਿਪਟਡ। ਡੀਸਾਈਫਰ ਕਰਨਾ, ਡੀਕ੍ਰਿਪਟ ਕਰਨਾ। ਕਹਿੰਦਾ ਐਨਾਲਾਈਜ਼ ਕਰਨਾ ਤੇ ਡੀਸਾਈਫਰ ਕਰਨਾ ਔਰ ਐਨਕੋਡਡ ਇਨਫੋਰਮੇਸ਼ਨ। ਦੁਬਾਰੇ ਪੜ੍ਹਦਾ ਯਾਰ, ਮੈਂ ਭੁੱਲ ਗਿਆ। Crypt analysis is the practice of analyzing and deciphering encrypted or encoded information। ਹਾਂ, ਐਨਾਲਾਈਜ਼ ਕਰਨਾ ਤੇ ਡੀਸਾਈਫਰ ਕਰਨਾ ਔਰ encoded information without possessing the corresponding decryption key। ਜਿਹੜਾ ਹੈਕਰ ਹੁੰਦਾ ਉਹਦੇ ਕੋਲੇ ਚਾਬੀ ਨਹੀਂ ਹੁੰਦੀ, ਉਹਦਾ ਐਨਾਲਿਸਿਸ ਹੀ ਕਰਦਾ, ਔਰ ਦੀ ਨੌਲੇਜ ਆਫ ਇਨਕ੍ਰਿਪਸ਼ਨ ਮੈਥਡ, ਨਾ ਉਹਨੂੰ ਇਨਕ੍ਰਿਪਸ਼ਨ ਦਾ ਪਤਾ ਹੁੰਦਾ। ਜਿਵੇਂ ਆਪਣੇ ਕੋਲੇ ਵਿਆਹਾਂ ਦੇ ਵਿੱਚ ਆਪਾਂ ਟੈਚੀ ਜੇ ਨਹੀਂ ਲੈ ਕੇ ਜਾਂਦੇ, ਇੱਥੇ ਅੱਖਰ ਜੇ ਲੱਗੇ ਹੁੰਦੇ ਨੇ। ਜਿਵੇਂ ਲੌਕ ਆਪਣਾ ਹੈਗਾ 786, ਸਪੋਜ਼ ਕਰੋ ਕਿਸੇ ਦਾ ਲੌਕ ਹੈ 786, ਹੈ ਨਾ। ਤਾਂ ਇਹ 0 ਤੋਂ ਲੈ ਕੇ 9 ਅੱਖਰ ਹੋ ਸਕਦੇ ਨੇ, ਇਹਦੇ ਤੇ ਵੀ 0 ਤੋਂ ਲੈ ਕੇ 9 ਅੱਖਰ ਹੋ ਸਕਦੇ ਨੇ, ਇੱਥੇ ਵੀ 0 ਤੋਂ ਲੈ ਕੇ 9 ਅੱਖਰ ਹੋ ਸਕਦੇ ਨੇ, ਹੈ ਨਾ। ਸੋ ਟੋਟਲ ਕਿੰਨੇ ਕੰਬੀਨੇਸ਼ਨ ਬਣ ਗਏ? ਤੁਸੀਂ ਮੈਥ ਵਾਲੇ ਹੋ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। 10 ਗੁਣਾ 10 ਗੁਣਾ 10 ਤਾਂ 1000 ਕੰਬੀਨੇਸ਼ਨ ਬਣਨਗੇ।
ਤਾਂ ਸ਼ੁਰੂ ਹੋਣਗੇ ਇਹ 000 ਤੋਂ ਲੈ ਕੇ 999 ਤੱਕ। ਤੇ ਇਹਦੇ ਵਿੱਚੋਂ ਕੋਡ ਕੋਈ ਵੀ ਹੋ ਸਕਦਾ ਹੈ। ਸਾਰਿਆਂ ਤੋਂ ਪਹਿਲਾਂ ਜੇ ਤੁਸੀਂ ਅਟੈਚੀ ਚੱਕ ਕੇ ਲੈ ਗਏ, ਤੁਸੀਂ ਖੜਕਾ ਕੇ ਦੇਖਿਆ ਖੜਕਦਾ, ਤੁਹਾਨੂੰ ਲੱਗਿਆ ਵੀ ਖੋਲਣਾ ਤਾਂ ਹੈਗਾ ਹੀ ਆ, ਤੁਹਾਨੂੰ ਕੋਡ ਤਾਂ ਯਾਦ ਹੀ ਨਹੀਂ, ਤੁਹਾਡੇ ਕੋਲ ਕੀ ਨਹੀਂ ਹੈਗੀ, ਤੁਸੀਂ ਸਭ ਤੋਂ ਪਹਿਲਾਂ ਕੀ ਟਰਾਈ ਕਰੋਗੇ? ਸਾਰੀਆਂ 0, ਸਾਰੇ 1 ਸਾਰੇ 2 ਸਾਰੇ 9 ਫਿਰ ਫੇਮਸ ਜੇ ਟਰਾਈ ਕਰੋਗੇ ਜਿਵੇਂ 786 ਇਹ ਵਾਲੇ, ਜੇ ਇਹ ਵਾਲੇ ਵੀ ਨਹੀਂ ਲੱਗਦੇ ਤੁਹਾਡੇ, ਫਿਰ ਤੁਸੀਂ ਕੀ ਕਰੋਗੇ ਵੀ ਐਂ ਕਰੋ 00 ਤੋਂ ਸ਼ੁਰੂ ਹੋ ਜਾਓ, 001 ਤੋਂ ਲੈ ਕੇ 999 ਤੱਕ ਕੋਈ ਤਾਂ ਲੱਗੂਗਾ ਹੀ। ਤਾਂ ਇਸ ਵਾਲੀ ਜੀ ਪੋਸੀਬਿਲਿਟੀ ਹੁੰਦੀ ਆ ਬਰੂਟ ਫੋਰਸ, ਇਹਦਾ ਵੀ ਨਾਮ ਯਾਦ ਰੱਖ ਲਿਓ, ਬਰੂਟ ਫੋਰਸ। ਕਈ ਵਾਰੀ ਪੁੱਛ ਲੇ ਵੀ ਬਰੂਟ ਫੋਰਸ ਅਟੈਕ ਕਿਹੜਾ ਹੁੰਦਾ, ਜਿਹਦੇ ਵਿੱਚ ਸਾਰੀਆਂ ਪੋਸੀਬਿਲਿਟੀ ਚੈੱਕ ਕਰੇ, ਚੈਕਿੰਗ ਐਵਰੀ ਪੋਸੀਬਿਲਿਟੀ ਟੂ ਬ੍ਰੇਕ ਦੀ ਕੋਡ, ਟੂ ਬ੍ਰੇਕ ਦੀ ਇਨਕ੍ਰਿਪਸ਼ਨ ਇਜ਼ ਨੋਨ ਐਜ਼ ਬਰੂਟ ਫੋਰਸ। ਬਰੂਟ ਫੋਰਸ ਮੈਥਡ ਹੁੰਦਾ ਹਰੇਕ ਪੋਸੀਬਿਲਿਟੀ ਨੂੰ ਚੈੱਕ ਕਰਨਾ, ਬਟ ਇਹਦੇ ਨਾਲ ਸਮਾਂ ਬਹੁਤ ਜ਼ਿਆਦਾ ਲੱਗ ਜਾਂਦਾ। ਮੰਨ ਲਓ ਤੁਹਾਡੇ ਕੋਲੇ ਇੱਕ ਲੌਕ ਲੱਗਿਆ ਹੋਇਆ, ਤੁਸੀਂ ਘਰ ਦਾ ਤਾਲਾ ਤੋੜਨਾ, ਤੁਹਾਡੇ ਕੋਲੇ 500 ਚਾਬੀਆਂ ਨੇ, 500 ਚਾਬੀਆਂ ਨੇ, 500 5000 ਤਾਂ ਲਿਖਤਾ, ਉਹ ਸਬਸਕ੍ਰਾਈਬਰ ਹੀ ਯਾਦ ਆਈ ਜਾਂਦੇ ਆ ਵੀ 500 ਨਾ। ਸੋ 500 ਚਾਬੀਆਂ, ਤੁਹਾਨੂੰ ਮੈਂ ਸਮਾਂ ਦੇ ਦਾਂ ਵੀ 10 ਮਿੰਟ ਦਾ ਸਮਾਂ। ਹੁਣ 500 ਦੀਆਂ 500 ਚਾਬੀਆਂ 10 ਮਿੰਟਾਂ ਦੇ ਵਿੱਚ ਤਾਂ ਲਾਉਣੀਆਂ ਔਖੀਆਂ ਨੇ। ਤੁਸੀਂ ਥੋੜਾ ਬਹੁਤ ਦਿਮਾਗ ਲਾਓਗੇ ਵੀ ਯਾਰ ਜਿਹੜੀ ਚਾਬੀ ਇਹ ਲੌਕ ਦੇ ਨਾਲ ਦੇਖ ਲਓਗੇ ਵੀ ਤੇ ਆਈ ਰਾਮ ਲਿਖਿਆ ਹੋਇਆ ਜਾਂ ਲੌਕ ਛੋਟੀਆਂ ਚਾਬੀਆਂ ਲੱਗਣੀ, ਲੌਕ ਵੱਡਾ ਹੈ, ਤਾਂ ਕੋਈ ਨਾ ਕੋਈ ਮੈਥਡ ਲਾ ਕੇ ਜਿਹੜੇ ਹੈਕਰ ਹੁੰਦੇ ਨੇ ਉਹ ਵੀ ਚਾਹੁੰਦੇ ਨੇ ਵੀ ਹਰੇਕ ਪੋਸੀਬਿਲਿਟੀ ਚੈੱਕ ਕਰਨੀ, ਤਾਂ ਬਹੁਤ ਜ਼ਿਆਦਾ ਔਖੀ ਹੈ। ਜਿਵੇਂ ਇਹ ਤਾਂ ਅੱਖਰ ਹੀ 3 ਨੇ ਨਾ, ਜੇ ਮੈਂ ਕਰਦਾ 15 ਅੱਖਰਾਂ ਦਾ ਤਾਂ ਫਿਰ 10 ਨੂੰ 15 ਵਾਰੀ ਗੁਣਾ ਕਰ ਲਾਂਗੇ ਆਪਾਂ, ਤਾਂ ਬਹੁਤ ਜ਼ਿਆਦਾ ਵੱਡੀਆਂ ਵੈਲਿਊਜ਼ ਬਣ ਜਾਣਗੀਆਂ। ਤਾਂ ਅੱਜ ਕੱਲ ਜਿਹੜੀਆਂ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਦੇ ਐਲਗੋਰਿਥਮ ਨੇ, ਉਹਦੀ ਕੀ ਹੈ ਜਿਹੜੀ ਉਹਦੀ ਲੈਂਥ ਬਹੁਤ ਜ਼ਿਆਦਾ ਹੈ, 128 ਬਿਟ 256 ਬਿਟ। ਇਹ ਆਪਾਂ ਲੈਵਲ ਤੀਜੇ ਦੇ ਵਿੱਚ ਮੈਂ ਤੁਹਾਨੂੰ ਪੜਾਉਂਗਾ ਵੀ ਕਿਹੜੇ ਐਲਗੋਰਿਥਮ ਦੇ ਵਿੱਚ ਚਾਬੀਆਂ ਦਾ ਸਾਈਜ਼ ਕਿੰਨਾ ਹੈਗਾ, ਪੜਾਂਗੇ ਆਪਾਂ, ਇਹਦੇ ਵਿੱਚ ਵੀ ਸਵਾਲ ਪੁੱਛਿਆ ਗਿਆ। ਤਾਂ ਇੰਨੀ ਜ਼ਿਆਦਾ ਲੈਂਥ ਦੀਆਂ ਕੀਜ਼ ਦਾ ਬਰੂਟ ਫੋਰਸ ਦੇ ਨਾਲ ਜਾਣਾ ਬਹੁਤ ਔਖਾ ਹੈਗਾ। ਤਾਂ ਬਰੂਟ ਫੋਰਸ ਇੱਕ ਹੈਗਾ ਹਰੇਕ ਪੋਸੀਬਿਲਿਟੀ ਚੈੱਕ ਕਰਨੀ, ਬਟ ਬਰੂਟ ਫੋਰਸ ਮੈਥਡ ਹੈ ਜਿਹੜਾ ਟਾਈਮ ਕੰਜ਼ਿਊਮਿੰਗ, ਤਾਂ ਬੈਟਰ ਹੈ ਕਿ ਆਪਾਂ ਕੋਈ ਹੋਰ ਤਰੀਕਾ ਲਗਾ ਲਈਏ। ਜਿਵੇਂ ਹੋ ਸਕਦਾ 786 ਤੇ ਚੱਲ ਗਿਆ ਸਾਡਾ, ਤਾਂ ਬੜਾ ਨਜ਼ਾਰਾ ਹੀ ਆ ਜਾਊਗਾ ਫਿਰ ਤਾਂ, ਵਿੱਚੋਂ ਭਾਵੇਂ ਕੁਛ ਵੀ ਨਾ ਨਿਕਲੇ, ਲੌਕ ਤਾਂ ਖੁੱਲਿਆ ਹੈਨਾ। ਸੋ ਠੀਕ ਆ, ਕਹਿੰਦਾ ਇਟ ਇਨਵੋਲਵ ਸਟੱਡੀਇੰਗ ਦੀ ਕ੍ਰਿਪਟੋਗ੍ਰਾਫਿਕ ਐਲਗੋਰਿਥਮ। ਕ੍ਰਿਪਟੋਗ੍ਰਾਫਿਕ ਐਲਗੋਰਿਥਮ ਨੂੰ ਸਾਨੂੰ ਸਟੱਡੀ ਕਰਨਾ ਪਊਗਾ ਵੀ ਉਹ ਕਿਵੇਂ ਕੰਮ ਕਰਦੇ ਨੇ, ਪ੍ਰੋਟੋਕੋਲਸ ਪੜ੍ਹਨੀਆਂ ਪੈਣਗੀਆਂ, ਐਂਡ ਸਿਸਟਮ ਇਨ ਆਰਡਰ ਟੂ ਡਿਸਕਵਰ ਵਲਨਰੇਬਿਲਟੀਜ਼। ਇਹ ਮੈਂ ਅੱਗੇ ਲਾਸਟ ਕੁਐਸਚਨ ਚ ਕਰਾਊਂਗਾ ਵੀ ਵਲਨਰੇਬਿਲਟੀਜ਼ ਕੀ ਹੁੰਦੀਆਂ ਨੇ। ਵਲਨਰੇਬਿਲਟੀਜ਼ ਅਸਲ ਦੇ ਵਿੱਚ ਉਹ ਵਾਲੇ ਵੀਕ ਲੂਪ ਹੋਲ ਜਿੱਥੇ ਸਾਨੂੰ ਲੱਗਦਾ ਕਮੀ ਹੋ ਸਕਦੀ ਆ, ਜਿਵੇਂ ਸਿੱਧੂ ਮੂਸੇਵਾਲੇ ਦੇ ਨਾਲ ਹੋਇਆ ਕਿ ਉਹਦੀ ਵਲਨਰੇਬਿਲਟੀ ਸੀ ਵੀ ਉਹਦੇ ਨਾਲ ਸਿਕਿਉਰਿਟੀ ਗਾਰਡ ਵਾਪਸ ਲਏ ਗਏ, ਤਾਂ ਉੱਥੇ ਉਹ ਬੰਦਾ ਵਲਨਰੇਬਲ ਹੋ ਗਿਆ ਸੀ। ਤਾਂ ਜਿਹੜੇ ਅਟੈਕਰ ਸੀਗੇ ਉਹ ਬੰਦੇ ਉਹਦੀ ਸਟੱਡੀ ਕਰ ਰਹੇ ਸੀ, ਸਾਰੇ ਉਹਦੇ ਐਲਗੋਰਿਥਮ ਨੂੰ, ਉਹਦੇ ਸਿਸਟਮ ਨੂੰ ਸਮਝ ਰਹੇ ਸੀ, ਤਾਂ ਉਹਨੇ ਡਿਸਕਵਰ ਕੀਤਾ ਵਲਨਰੇਬਿਲਟੀਜ਼ ਕਿ ਹੁਣ ਸਿਕਿਉਰਿਟੀ ਹੈ ਨਹੀਂ, ਹੁਣ ਅਸੀਂ ਅਟੈਕ ਕਰ ਸਕਦੇ ਹਾਂ। ਵੀਕਨੈਸਸ ਕਮੀਆਂ ਔਰ ਫਲॉज that can exploit to decrypt or break the encryption। ਕਹਿੰਦਾ ਜਦੋਂ ਹੀ ਸਾਨੂੰ ਉਹ ਚੀਜ਼ਾਂ ਮਿਲ ਗਈਆਂ ਉਦੋਂ ਹੀ ਆਪਾਂ ਅਟੈਕ ਕਰ ਸਕਦੇ। ਰੀਅਲ ਲਾਈਫ ਦੇ ਵਿੱਚ ਵੀ ਚੀਜ਼ਾਂ ਹੋਈਆਂ ਨੇ ਹਨਾ। ਅੱਗੇ ਕ੍ਰਿਪਟ ਐਨਾਲਿਸਿਸ ਦੇ ਆਬਜੈਕਟਿਵ ਕੀ ਹੁੰਦੇ ਨੇ? ਦਾ ਪ੍ਰਾਇਮਰੀ ਆਬਜੈਕਟਿਵ ਡੀਕ੍ਰਿਪਟਿੰਗ ਦਾ ਸਾਈਫਰ ਟੈਕਸਟ, ਆਪਾਂ ਨੂੰ ਪਤਾ ਹੀ ਹੈ ਵੀ ਉਹਨੂੰ ਡੀਕ੍ਰਿਪਟ ਕਰਨਾ, ਲੌਕ ਤੋੜਨਾ, ਚਾਹੇ ਭਾਵੇਂ ਕਹਿੰਦਾ ਡੱਬੇ ਚੋਂ ਕੁਛ ਨਾ ਨਿਕਲੇ ਪਰ ਤੋੜਨਾ ਤਾਂ ਤੋੜਨਾ ਹੀ ਹੈ। ਅਗਲਾ ਹੈਗਾ ਆਇਡੈਂਟੀਫਾਈਂਗ ਵਲਨਰੇਬਿਲਟੀਜ਼, ਤੇ ਉਹ ਸਿਸਟਮ ਦੇ ਵਿੱਚ ਲੂਪ ਹੋਲ ਲੱਭਣਾ ਵੀ ਉਹਦਾ ਏਮ ਹੋ ਸਕਦਾ ਕ੍ਰਿਪਟ ਐਨਾਲਿਸਿਸ ਦਾ। ਅੱਗੇ ਹੈਗਾ ਡਿਵੈਲਪਿੰਗ ਅਟੈਕ, ਕੋਈ ਨਵਾਂ ਅਟੈਕ ਲਾਂਚ ਕਰਨਾ, ਤੇ ਇਹਦਾ ਇੱਕ ਕਾਰਨ ਇਹ ਵੀ ਹੋ ਸਕਦਾ, ਸਪੋਜ਼ ਕਰੋ ਤੁਸੀਂ ਕੋਈ ਕੰਪਨੀ ਰਨ ਕਰ ਰਹੇ ਹੋ, ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਹੋ, ਤੁਸੀਂ ਮੰਨ ਲਓ ਵੈਬਸਾਈਟਾਂ ਨੂੰ ਸਿਕਿਉਰ ਕਰਦੇ ਹੋ, ਤਾਂ ਤੁਸੀਂ ਕ੍ਰਿਪਟ ਐਨਾਲਿਸਿਸ ਦੇ ਲਈ ਵੀ ਬੰਦੇ ਰੱਖੋਗੇ, ਫਿਰ ਹੀ ਤੁਹਾਨੂੰ ਤੁਹਾਡੇ ਤੇ ਲੋਕ ਯਕੀਨ ਕਰਨਗੇ ਨਾ। ਤੁਸੀਂ ਕਿਸੇ ਵੀ ਯੂਨੀਵਰਸਿਟੀ ਦੀ ਵੈਬਸਾਈਟ ਹੈਕ ਕਰੋਗੇ, ਜਿਵੇਂ ਆਪਣੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਕਿਸੇ ਨੇ ਹੈਕ ਕੀਤੀ, ਉਹਨਾਂ ਨੇ ਕਿਹਾ ਵੀ ਤੁਹਾਡੀ ਵੈਬਸਾਈਟ ਬਹੁਤ ਜ਼ਿਆਦਾ ਵੀਕ ਹੈ ਜੀ, ਅਸੀਂ ਹੈਕ ਕਰ, ਤੁਸੀਂ ਸਾਡੇ ਤੋਂ ਸਿਕਿਉਰਿਟੀ ਪ੍ਰੋਵਾਈਡ ਕਰਾਓ। ਉਹ ਕਹਿੰਦੇ ਕਰ ਦਿਓ, ਕੋਈ ਚੱਕਰ ਨਹੀਂ, ਅਸੀਂ ਨਹੀਂ ਦਿੰਦੇ ਪੈਸੇ, ਹਨਾ। ਜਿਵੇਂ ਹੁਣ ਪਿੱਛੇ ਜੇ ਏਮਸ ਦਾ ਹੋਇਆ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਏਮਸ ਤੇ ਅਟੈਕ ਹੋਇਆ ਸੀ, ਦਿੱਲੀ ਏਮਸ ਦੇ ਉੱਪਰ ਅਟੈਕ ਹੋਇਆ, ਰੈਂਸਮਵੇਅਰ ਅਟੈਕ ਹੋਇਆ ਸੀ, ਮੈਨੂੰ ਲੱਗਦਾ ਥੋੜੇ ਜਿਹੇ 4-5 ਮਹੀਨਿਆਂ ਦੀ ਗੱਲ ਹੈ ਪਹਿਲਾਂ। ਉਹਨਾਂ ਨੇ ਸਾਰਾ ਡਾਟਾ, ਰੈਂਸਮ ਦਾ ਮਤਲਬ ਕੀ ਹੁੰਦਾ, ਉਹ ਅਟੈਕ ਨੂੰ, ਉਹ ਸਾਰੇ ਹੀ ਡਾਟਾ ਨੂੰ ਲੌਕ ਲਗਾ ਕੇ ਕਹਿ ਦਿੰਦੇ ਨੇ ਅਸੀਂ ਤੁਹਾਨੂੰ ਡਾਟਾ ਤਾਂ ਦੇਵਾਂਗੇ ਤੁਸੀਂ ਪੈਸੇ ਦਿਓ। ਤਾਂ ਹੈਕਰਾਂ ਨੇ ਕੀ ਕੀਤਾ, ਸਾਰਾ ਡਾਟਾ ਚੱਕ ਲਿਆ ਏਮਸ ਦਾ, ਉਹਨੂੰ ਲੌਕ ਲਗਾਤਾ, ਉਹਨਾਂ ਦੇ ਸਿਸਟਮ 'ਚ ਹੀ ਪਿਆ ਏਮਸ ਵਾਲਿਆਂ ਦੇ ਸਿਸਟਮ ਦੇ ਵਿੱਚ ਹੀ ਹੈ, ਸਰਵਰ ਤੇ ਲੌਕ ਲਗਾਤਾ ਬਸ।
ਕਹਿੰਦੇ ਪੈਸੇ ਦਿਓ, ਅਸੀਂ ਲੌਕ ਨਹੀਂ ਖੋਲਣਾ ਨਹੀਂ। ਉਹ ਸਰਕਾਰ ਕਿੱਥੇ ਪੈਸੇ ਦਿੰਦੀ ਆ, 2-3 ਕਰੋੜ ਮੰਗਿਆ ਉਹਨਾਂ ਨੇ ਕਰੋੜਾਂ 'ਚ, ਉਹ ਕਹਿੰਦੇ ਨਹੀਂ ਦਿਓ। ਉਹਨਾਂ ਨੇ ਨਵੇਂ ਬੰਦੇ ਲਾਏ, ਸਿਸਟਮ ਤੇ ਡਾਟਾ ਦੁਬਾਰੇ ਚੜਾਤਾ, ਕਿਉਂਕਿ ਸਰਕਾਰੀ ਦੇ ਨਾਲ ਆਨਲਾਈਨ ਤੇ ਆਫਲਾਈਨ ਦੋਨੋਂ ਚੀਜ਼ਾਂ ਚੱਲਦੀਆਂ ਨੇ। ਸੋ ਜਿਹੜੇ ਅਟੈਕਰ ਨੇ ਉਹਨਾਂ ਦਾ ਏਮ ਪੈਸੇ ਲੈਣਾ, ਫਰੌਤੀ ਲੈਣਾ ਵੀ ਹੋ ਸਕਦਾ ਹੈ, ਤੇ ਉਹਨਾਂ ਦਾ ਏਮ ਜਿਹੜੀਆਂ ਚੰਗੀਆਂ ਕੰਪਨੀ ਨੇ, ਜਿਹੜੀਆਂ ਸਿਕਿਉਰਿਟੀ ਪ੍ਰੋਵਾਈਡ ਕਰਦੀਆਂ ਨੇ, ਉਹ ਵੀ ਕ੍ਰਿਪਟ ਐਨਾਲਿਸਿਸ ਦੇ ਲਈ ਆਪਣੀ ਟੀਮ ਰੱਖਦੇ ਨੇ। ਤਾਂ ਕਰਕੇ ਉਹ ਸਿਸਟਮ ਦੇ ਵਿੱਚ ਵਲਨਰੇਬਿਲਟੀਜ਼ ਤੇ ਲੂਪ ਹੋਲ ਨੂੰ ਫਾਈਂਡ ਆਊਟ ਕਰਕੇ ਫਿਰ ਕਹਿੰਦੇ ਨੇ ਵੀ ਆਹ ਤੁਹਾਡੀਆਂ ਕਮੀਆਂ ਨੇ, ਇਹਨਾਂ ਨੂੰ ਅਸੀਂ ਦੂਰ ਕਰਾਂਗੇ, ਸਹੀ ਕਰਾ ਲਓ, ਵੀ ਤੁਹਾਡੀ ਜ਼ਿਆਦਾ ਉਹ ਅਪਰੋਚ ਹੈ ਜਿਹੜੀ ਠੀਕ ਹੋ ਜੂਗੀ, ਤੁਹਾਨੂੰ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ। ਸੋ ਇਹਦੇ ਆਬਜੈਕਟਿਵ ਹੋ ਸਕਦੇ ਨੇ। ਅੱਗੇ ਹੈਗਾ ਕ੍ਰਿਪਟੋਲੋਜੀ। Cryptology is a broader field that encompasses both cryptography and cryptanalysis. Both cryptography and cryptanalysis are essential component of the cryptology. Clear ਹੋਈ ਗੱਲ? The cryptology focus on protecting information through encryption techniques, while cryptanalysis involve analyzing and breaking encryption to understand the vulnerabilities and improve the security। ਮਤਲਬ ਇਹੀ ਮੈਂ ਤੁਹਾਨੂੰ ਗੱਲ ਦੱਸ ਕੇ ਗਿਆ ਵੀ ਕ੍ਰਿਪਟੋਲੋਜੀ ਦੇ ਵਿੱਚ ਇੱਕ ਤਾਂ ਆਉਂਦੀ ਹੈ ਕ੍ਰਿਪਟੋਗ੍ਰਾਫੀ, ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ। ਕ੍ਰਿਪਟ ਐਨਾਲਿਸਿਸ ਸਾਨੂੰ ਲੂਪ ਹੋਲ ਤੇ ਵਲਨਰੇਬਿਲਟੀਜ਼ ਨੂੰ ਸਮਝ ਕੇ ਸਿਕਿਉਰਿਟੀ ਪਾਲਿਸੀ ਨੂੰ ਇੰਪਰੂਵ ਕਰਨ ਦੇ ਲਈ ਹੈਲਪ ਕਰਦੀ ਆ। ਕਲੀਅਰ ਗੱਲ ਹੋਈ? ਤਾਂ ਇੱਕ ਚੀਜ਼ਾਂ ਇਹ ਵੀ ਯਾਦ ਰੱਖਣੀਆਂ ਨੇ, ਕਈ ਵਾਰੀ ਆਪਾਂ ਨੂੰ ਸਵਾਲ ਪੁੱਛ ਲੈਂਦਾ ਵੀ ਹੇਠ ਲਿਖਿਆਂ ਦੇ ਵਿੱਚੋਂ ਜਾਂ ਵਿੱਚ ਉਹਦੀ ਫੋਲੋਇੰਗਸ ਆਰ ਨਾਟ ਸਿਕਿਉਰਿਟੀ ਰਿਲੇਟਡ ਟਰਮਸ, ਤਾਂ ਉੱਥੇ ਵੀ ਇਹ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਇਨਕ੍ਰਿਪਸ਼ਨ, ਡੀਕ੍ਰਿਪਸ਼ਨ, ਕ੍ਰਿਪਟੋਐਨਾਲਿਸਿਸ ਨਹੀਂ, ਕ੍ਰਿਪਟੋਗ੍ਰਾਫੀ, ਕ੍ਰਿਪਟ ਐਨਾਲਿਸਿਸ ਤੇ ਕ੍ਰਿਪਟੋਲੋਜੀ, ਇਹ ਸਾਰੇ ਹੀ ਟਰਮਾਂ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਇਨਕ੍ਰਿਪਸ਼ਨ ਦੀਆਂ ਟਾਈਪਸ ਹੁਣ ਆਪਾਂ ਚੰਗੇ ਤਰੀਕੇ ਨਾਲ ਪੜ੍ਹਦੇ ਹਾਂ। ਟਾਈਪਸ ਆਫ ਇਨਕ੍ਰਿਪਸ਼ਨ ਦੇਖੋ, ਮੈਂ ਪਹਿਲਾਂ ਵੀ ਦੱਸ ਚੁੱਕਿਆ, ਪਿਛਲੇ ਪਾਰਟ 'ਚ ਵੀ ਦੱਸਿਆ, ਦੁਬਾਰੇ ਵੀ ਦੱਸ ਦੇਣਾ। ਸਿਮੈਟ੍ਰਿਕ ਕੀ ਇਨਕ੍ਰਿਪਸ਼ਨ, ਸਿਮੈਟ੍ਰਿਕ ਦੇ ਵਿੱਚ ਸੇਮ ਚਾਬੀ ਹੁੰਦੀ ਹੈ, ਸੈਂਡਰ ਸਾਈਡ ਤੇ ਰਿਸੀਵਰ ਸਾਈਡ ਤੇ ਇੱਕੋ ਹੀ ਚਾਬੀ ਹੁੰਦੀ ਹੈ। ਇਹਦਾ ਦੂਜਾ ਨਾਂ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਵੀ ਕਹਿੰਦੇ ਨੇ ਇਹਨੂੰ, ਤੇ ਸੀਕ੍ਰੇਟ ਕੀ ਇਨਕ੍ਰਿਪਸ਼ਨ ਵੀ ਕਹਿੰਦੇ ਨੇ। ਕਿਉਂ? ਕਿਉਂਕਿ ਇੱਕੋ ਹੀ ਚਾਬੀ ਵਰਤੀ ਜਾਂਦੀ ਹੈ। ਇਸ ਤੋਂ ਯਾਦ ਰੱਖਿਓ, ਇਸ ਤੋਂ ਸਿਮੈਟ੍ਰਿਕ, ਇਸ ਤੋਂ ਸੇਮ ਕੀ ਯੂਜ਼ਡ ਫॉर ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ। ਇਹਨੂੰ ਪ੍ਰਾਈਵੇਟ ਕੀ ਬੋਲਦੇ ਆ ਤੇ ਸੀਕ੍ਰੇਟ ਬੋਲਦੇ ਆ, ਤਾਂ ਕਰਕੇ ਇਸ ਨੂੰ ਸੀਕ੍ਰੇਟ ਕੀ ਇਨਕ੍ਰਿਪਸ਼ਨ। ਠੀਕ ਹੈ। ਅਗਲਾ ਸਵਾਲ, ਏਸਿਮੈਟ੍ਰਿਕ ਕੀ। ਏਸਿਮੈਟ੍ਰਿਕ ਦੇ ਵਿੱਚ ਕੀ ਹੁੰਦਾ ਹੈ? ਏਸਿਮੈਟ੍ਰਿਕ ਨੂੰ ਆਲਸੋ ਕਾਲਡ ਪਬਲਿਕ ਕੀ ਇਨਕ੍ਰਿਪਸ਼ਨ। ਏਸਿਮੈਟ੍ਰਿਕ ਏ ਤੇ ਅਲੱਗ-ਅਲੱਗ ਯਾਦ ਰੱਖਿਓ, ਅਲੱਗ-ਅਲੱਗ ਚਾਬੀਆਂ ਨੇ ਜਿਹੜੀਆਂ ਵਰਤੀਆਂ ਜਾਂਦੀਆਂ ਨੇ। ਆ ਦੋ ਚਾਬੀਆਂ ਨੇ, ਡਿਫਰੈਂਟ ਕੀਜ਼ ਨੇ। ਸਿਮੈਟ੍ਰਿਕ ਦੇ ਲਈ ਹਰੇ ਜਿਹੇ ਵਾਲੀ ਹੈ ਤੇ ਨੀਲੇ ਜਿਹੇ ਵਾਲੀ ਹੈਗੀ, ਸੌਰੀ, ਇਨਕ੍ਰਿਪਸ਼ਨ ਦੇ ਲਈ ਹਰੇ ਜਿਹੇ ਵਾਲੀ ਆ ਤੇ ਡੀਕ੍ਰਿਪਸ਼ਨ ਦੇ ਲਈ ਨੀਲੇ ਵਾਲੀ ਹੈ। ਤੇ ਜਿਹੜੀ ਇਹ ਹਰੇ ਵਾਲੀ ਹੈ ਇਹਨੂੰ ਆਪਾਂ ਬੋਲਾਂਗੇ ਪਬਲਿਕ ਕੀ, ਤੇ ਜਿਹੜੀ ਇਹ ਵਾਲੀ ਹੈ ਨੀਲੀ ਜੀ, ਇਹ ਹੈਗੀ ਹੈ ਪ੍ਰਾਈਵੇਟ ਕੀ, ਜਾਂ ਇਹਨੂੰ ਸੀਕ੍ਰੇਟ ਕੀ ਵੀ ਬੋਲਦੇ ਨੇ। ਧਿਆਨ ਰੱਖਣਾ, ਏਸਿਮੈਟ੍ਰਿਕ ਨੂੰ ਸੀਕ੍ਰੇਟ ਕੀ ਕ੍ਰਿਪਟੋਗ੍ਰਾਫੀ ਨਹੀਂ ਬੋਲਦੇ, ਇਹਨੂੰ ਪਬਲਿਕ ਕੀ ਕ੍ਰਿਪਟੋਗ੍ਰਾਫੀ ਬੋਲਦੇ। ਪਿਛਲੇ ਨੂੰ ਸੀਕ੍ਰੇਟ ਬੋਲਦੇ ਆਪਾਂ, ਯਾਦ ਰੱਖਣੀ ਹੈ, ਇੱਥੇ ਕਨਫਿਊਜ਼ ਨਹੀਂ ਹੋਣਾ। ਤਾਂ ਪਹਿਲਾ ਸਵਾਲ ਆ ਗਿਆ ਮਿੱਤਰੋ, ਹੁਣ ਕਹਿੰਦਾ ਜਿਹੜਾ ਆਪਾਂ ਹੁਣੀ ਪੜਿਆ ਸੀ ਪਹਿਲਾਂ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਇਨਗਰੀਡੀਐਂਟ ਆਫ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਸਕੀਮ। ਸਿਮੈਟ੍ਰਿਕ ਦੇ ਵਿੱਚ ਪਲੇਨ ਟੈਕਸਟ ਤਾਂ ਹੁੰਦਾ ਹੀ ਹੁੰਦਾ। ਪਲੇਨ ਟੈਕਸਟ ਆਪਾਂ ਬਾਹਰੋਂ ਦਿੰਨੇ ਆ, ਇੱਥੇ ਦੱਸਣਾ, ਪਲੇਨ ਟੈਕਸਟ ਦਿੰਨੇ ਆ, ਇਨਕ੍ਰਿਪਸ਼ਨ ਲੱਗਦਾ, ਸੀਕ੍ਰੇਟ ਕੀ ਲੱਗਦੀ ਹੈ, ਤੇ ਐਂਡ ਦੇ ਵਿੱਚ ਕੀ ਆ ਜਾਂਦਾ ਹੁੰਦਾ, ਸੌਰੀ ਕੀ ਬਣ ਜਾਂਦਾ ਹੁੰਦਾ, ਸਾਈਫਰ ਟੈਕਸਟ ਬਣ ਜਾਂਦਾ ਹੁੰਦਾ। ਤਾਂ ਪਲੇਨ ਟੈਕਸਟ ਵੀ ਹੁੰਦਾ, ਇਨਕ੍ਰਿਪਸ਼ਨ ਐਲਗੋਰਿਥਮ ਵੀ ਹੁੰਦਾ, ਡੀਕ੍ਰਿਪਸ਼ਨ ਵੀ ਹੁੰਦਾ, ਕਿਉਂਕਿ ਸੈਂਡਰ ਸਾਈਡ ਇਨਕ੍ਰਿਪਸ਼ਨ ਹੁੰਦਾ ਤੇ ਰਿਸੀਵਰ ਸਾਈਡ ਕੀ ਹੋ ਜਾਂਦਾ, ਡੀਕ੍ਰਿਪਸ਼ਨ ਹੁੰਦਾ। ਪਬਲਿਕ ਕੀ ਤੇ ਪ੍ਰਾਈਵੇਟ ਕੀ ਨਹੀਂ ਹੁੰਦੀਆਂ। ਉਹ ਕਿਹੜੇ 'ਚ ਹੁੰਦੀਆਂ ਨੇ? ਸਿਮੈਟ੍ਰਿਕ 'ਚ ਨਹੀਂ ਹੁੰਦੀਆਂ, ਏਸਿਮੈਟ੍ਰਿਕ ਦੇ ਵਿੱਚ ਹੁੰਦੀਆਂ ਨੇ। ਤਾਂ ਆਨਸਰ ਫਿਰ ਕੀ ਹੋ ਗਿਆ? ਸੀ ਹੋ ਗਿਆ। ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਣਾ। ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਨ ਦੀ ਲੋੜ ਹੈ, ਫੇਰ ਕੁੱਤੀਆਂ ਕੰਧਾਂ ਨਹੀਂ ਚੜ੍ਹਦੀਆਂ। ਐ ਨਹੀਂ ਹੈਗਾ ਵੀ ਇਕੱਲਾ ਸਵਾਲ ਪੜ੍ਹਿਆ ਤੇ ਆਨਸਰ ਸੀ ਹੈ, ਐ ਕੁੱਤੀਆਂ ਕੰਧਾਂ ਤਾਂ ਨਹੀਂ ਚੜ੍ਹਦੀਆਂ। ਠੀਕ ਹੈ। ਸੋ ਅਗਲੇ ਸਵਾਲਾਂ ਦੀਆਂ ਵੀ ਆਪਾਂ ਚੜਾਉਣੇ ਆ ਜਾਓ। ਕਹਿੰਦਾ ਇਹ ਕ੍ਰਿਪਟੋ ਸਿਸਟਮ ਵੇਅਰ ਡੈਸ਼ ਡਿਫਰੈਂਟ ਕੀ ਆਰ ਯੂਜ਼ਡ ਫॉर ਇਨਕ੍ਰਿਪਸ਼ਨ ਐਂਡ ਡੀਕ੍ਰਿਪਸ਼ਨ ਇਜ਼ ਕਾਲਡ ਏਸਿਮੈਟ੍ਰਿਕ ਕੀ ਸਿਸਟਮ। ਦੇਖੋ, ਤੁਹਾਨੂੰ ਸਵਾਲ ਦਾ ਤਾਂ ਆਨਸਰ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ। ਕਹਿੰਦਾ ਉਹ ਕ੍ਰਿਪਟੋ ਸਿਸਟਮ ਵੇਅਰ ਕਿੰਨੀਆਂ, 4 3 2 1 ਹੁਣੀ ਪੜ੍ਹ ਕੇ ਆਏ ਨਾ, ਦੋ ਡਿਫਰੈਂਟ ਕੀਜ਼ ਆਰ ਯੂਜ਼ਡ ਫॉर ਇਨਕ੍ਰਿਪਸ਼ਨ ਐਂਡ ਡੀਕ੍ਰਿਪਸ਼ਨ ਇਜ਼ ਕਾਲਡ ਏਸਿਮੈਟ੍ਰਿਕ ਕੀ ਸਿਸਟਮ। ਤਾਂ ਆਨਸਰ ਫਿਰ ਇਹਦਾ ਸੀ ਹੀ ਹੋਣਾ, ਜਿਹਦਾ ਹੈਗਾ ਹੀ ਸੀ ਆ। ਦੇਖੋ 19 ਅਗਸਤ ਨੂੰ ਕਿਹੜਾ ਪੁੱਛਦਾ ਉਹ, ਇਹ ਵਾਲਾ, ਤੇ ਅੱਗੇ ਦੇਖੋ 20 ਅਗਸਤ ਨੂੰ ਕੀ ਪੁੱਛਦਾ। ਦੇਖੋ ਕਿੰਨੀ ਰਿਲੇਟਡ ਇਨਫੋਰਮੇਸ਼ਨ ਇਹਨੇ ਪਾਈ ਆ।
A system where dash secret keys are shared is called symmetric or secret key cryptography। ਜਾਂ ਤਾਂ ਇਹਨੂੰ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਵੀ ਬੋਲਦਾ ਜਾਂ ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ ਵੀ ਬੋਲਦਾ। ਲਾਸਟ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਸੀ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਜਾਂ ਕ੍ਰਿਪਟੋਗ੍ਰਾਫੀ ਇੱਕੋ ਹੀ ਗੱਲ ਆ। ਤਾਂ ਇੱਥੇ ਫਿਰ ਆਨਸਰ ਤੁਸੀਂ ਦੱਸ ਦਿਓ 1 ਲੱਗੂਗਾ ਇੱਥੇ। ਇੱਕ ਜਿੱਥੇ ਚਾਬੀ ਵਰਤੀ ਜਾਵੇ ਉਹ ਕੀ ਹੁੰਦਾ ਸੀਕ੍ਰੇਟ ਕੀ ਹੁੰਦਾ। ਤਾਂ ਹੁਣ ਇਹ ਤਾਂ ਉਹਨੇ ਪੁੱਛ ਲਿਆ ਸਵਾਲ ਪਹਿਲਾਂ। ਹੁਣ ਜ਼ਰੂਰੀ ਤਾਂ ਨਹੀਂ ਅਗਲੀ ਵਾਰੀ ਇਹੀ ਪੁੱਛੂ ਜਦੋਂ ਮੈਂ ਤੁਹਾਨੂੰ ਇੰਨਾ ਕੀ ਕਰਾ ਕੇ ਕਹਿ ਦੇਣਾ ਵੀ ਠੀਕ ਆ ਵੀ ਮਿੱਤਰੋ ਇੰਨਾ ਹੀ ਬਹੁਤ ਆ। ਪਰ ਜੇ ਆਪਾਂ ਥੋੜਾ ਜਿਹਾ ਵਿਜ਼ਨ ਅੱਗੇ ਲਾਈਏ ਵੀ ਯਾਰ ਹੋਰ ਵੀ ਪੁੱਛ ਸਕਦਾ ਉਹਦੇ ਨਾਲ ਦਾ ਵੀ ਮੈਂ ਤੁਹਾਨੂੰ ਸਵਾਲ ਕਰਾਉਣਾ। ਅਗਲਾ ਸਵਾਲ ਇਹ ਪੁੱਛ ਸਕਦਾ ਹੋ ਸਕਦਾ ਮੈਂ ਸ਼ਾਇਦ ਪੁੱਛਿਆ ਵੀ ਹੋਇਆ ਉਹਨੇ ਪੁੱਛਿਆ ਹੋਇਆ ਮੈਂ ਤੀਜੇ ਲੈਵਲ 'ਚ ਪਾਇਆ ਹੋਇਆ ਸ਼ਾਇਦ ਮੈਨੂੰ ਯਾਦ ਨਹੀਂ ਪ੍ਰੋਪਰ ਕਿਉਂਕਿ ਮੈਂ ਤੀਜੇ ਲੈਵਲ ਦੇ ਕੁਐਸਚਨ ਬਹੁਤ ਟਾਈਮ ਪਹਿਲਾਂ ਆਇਡੈਂਟੀਫਾਈ ਕਰ ਲਏ ਸੀ। ਸੋ ਹੁਣ ਆਪਾਂ ਦੇਖਦੇ ਹਾਂ ਵੀ ਸਪੋਜ਼ ਕਰੋ ਇਹ ਆਪਣੇ ਕੋਲ ਇੱਕ ਡਿਵਾਈਸ ਹੈ D1 D2 D3 ਤੇ D4 ਡਿਵਾਈਸ ਨੇ 4 ਹਨਾ। ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਸਿਮੈਟ੍ਰਿਕ ਕੀ ਚਾਹੀਦੀਆਂ ਨੇ। ਸਿਮੈਟ੍ਰਿਕ SYMMETRI ਜੇਕਰ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਵਰਤ ਰਹੇ ਆ ਤਾਂ ਕਿੰਨੀਆਂ ਚਾਬੀਆਂ ਨੇ। ਜਦੋਂ n ਡਿਵਾਈਸ ਹੋਣ ਸਿਮੈਟ੍ਰਿਕ ਦੇ ਵਿੱਚ ਕਿੰਨੀਆਂ ਚਾਬੀਆਂ ਚਾਹੀਦੀਆਂ ਨੇ ਏਸਿਮੈਟ੍ਰਿਕ ਦੇ ਵਿੱਚ ਕਿੰਨੀਆਂ ਚਾਬੀਆਂ ਚਾਹੀਦੀਆਂ ਨੇ। ਇਹ ਸਾਡਾ ਬਹੁਤ ਹੀ ਵਧੀਆ ਸਵਾਲ ਆ। ਪਿੱਛੇ ਨੈਟਵਰਕਸ ਵਾਲੇ ਚੈਪਟਰ ਦੇ ਵਿੱਚ ਆਪਾਂ ਵੀਡੀਓਜ਼ ਕੀਤੀਆਂ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਵੀ ਉਹਨੇ ਪੁੱਛਿਆ ਸੀ ਵੀ ਮੈਸ਼ ਟੋਪੋਲੋਜੀ ਦੇ ਵਿੱਚ ਨੰਬਰ ਆਫ ਡਿਵਾਈਸਸ ਕਿੰਨੇ ਨੇ। ਉਹ ਇਹਦੇ ਨਾਲ ਰਿਲੇਟ ਕਰੂਗੀ ਗੱਲ। ਮੈਂ ਤੁਹਾਨੂੰ ਉੱਥੇ ਦੱਸਿਆ ਸੀ ਜਿਹੜੇ ਬੰਦੇ ਪੁਰਾਣੇ ਜੁੜੇ ਨੇ ਜਿਨ੍ਹਾਂ ਨੂੰ ਮੈਂ ਦੱਸਿਆ ਸੀਗਾ ਵੀ ਆਪਾਂ ਨੰਬਰ ਆਫ ਕੀਜ਼ ਜਿਹੜੀਆਂ ਮੈਸ਼ ਟੋਪੋਲੋਜੀ ਦੇ ਵਿੱਚ ਉਨੀਆਂ ਹੀ ਚਾਬੀਆਂ ਇਹਨਾਂ ਚੋਂ ਪਤਾ ਨਹੀਂ ਕਿਹੜੇ ਵਿੱਚ ਹੁੰਦੀਆਂ ਨੇ। ਉਹ ਫਾਰਮੂਲਾ ਵੀ ਤੁਹਾਨੂੰ ਯਾਦ ਹੋਊਗਾ ਵੀ ਮੈਸ਼ ਟੋਪੋਲੋਜੀ ਦੇ ਵਿੱਚ ਨੰਬਰ ਆਫ ਡਿਵਾਈਸਸ ਕਿੰਨੇ ਹੁੰਦੇ ਨੇ। ਹੁਣੀ 2 ਮਿੰਟਾਂ 'ਚ ਆਪਾਂ ਕਹਿੰਦੇ ਵੀ ਦੁੱਧ ਤੇ ਪਾਣੀ ਦਾ ਪਾਣੀ ਕਰ ਦਾਂਗੇ ਸਿਮੈਟ੍ਰਿਕ ਤੇ ਏਸਿਮੈਟ੍ਰਿਕ ਦੇ ਵਿੱਚ ਉਹਦੇ ਨਾਲ ਇੱਕ ਸੇਮ ਆਨਸਰ ਉਹਨਾਂ ਦਾ। ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਸਿਮੈਟ੍ਰਿਕ ਕੀ। ਮੰਨ ਲਓ ਆਹ ਸੈਂਡਰ ਹੈ ਤੇ ਆਹ ਰਿਸੀਵਰ ਹੈ। ਜਦੋਂ ਆਹ ਸੈਂਡਰ ਹੈ ਤੇ ਆਹ ਰਿਸੀਵਰ ਹੈ ਇਹਨਾਂ ਦੇ ਵਿੱਚ ਇੱਕ ਚਾਬੀ ਚਾਹੀਦੀ ਹੈ। ਉਹੀ ਚਾਬੀ ਹੋਊਗੀ ਜਿਹੜੀ ਇਹਨੂੰ ਆਪਾਂ K1 ਕਹਿ ਦਿੰਦੇ ਕੀ 1 ਉਹ ਇਹਨਾਂ ਦੇ ਵਿੱਚ ਸ਼ੇਅਰ ਹੋ ਜੂਗੀ ਐਕਸਚੇਂਜ ਹੋ ਜੂਗੀ ਤਾਂ ਇੱਥੇ ਇਨਕ੍ਰਿਪਸ਼ਨ ਪੋਸੀਬਲ ਹੈ। ਹੁਣ ਜੇ ਇਹਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਾ ਇਹਨਾਂ ਦੇ ਵਿੱਚ K1 ਤਾਂ ਆਪਾਂ ਨਹੀਂ ਰੱਖ ਸਕਦੇ ਕਿਉਂਕਿ ਫਿਰ ਜਿਹੜਾ ਡਾਟਾ ਇੱਧਰ ਨੂੰ ਗਿਆ K1 ਇਹਦੇ ਕੋਲੇ ਵੀ ਹੈਗੀ ਆ ਤਾਂ ਉਹ ਇਹ ਡਾਟਾ ਵੀ ਖੋਲ ਸਕਦਾ ਚੋਰੀ ਕਰ ਸਕਦਾ। ਆਪਾਂ 10 ਬੰਦਿਆਂ ਨੂੰ ਕਹਿ ਲਓ ਵੀ ਤਾਲੇ ਲਾ ਕੇ ਕੋਈ ਚੀਜ਼ਾਂ ਭੇਜਾਂਗੇ 10ਾਂ ਦੀ ਚਾਬੀ ਇੱਕ ਤਾਂ ਨਹੀਂ ਨਾ ਹੋ ਸਕਦੀ ਨਾ। ਸਾਰਿਆਂ ਦੀਆਂ ਚਾਬੀਆਂ ਵੱਖੋ ਵੱਖਰੀਆਂ ਹੋਣਗੀਆਂ ਤਾਂ ਕਾਮਨ ਸੈਂਸ ਦੀ ਗੱਲ ਹੈ। ਤਾਂ ਇੱਥੇ K1 ਹੈ ਤਾਂ ਇਹਨੂੰ ਕਮਿਊਨੀਕੇਸ਼ਨ ਦੇ ਲਈ K2 ਚਾਹੀਦਾ। ਜੇ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਟ ਕਰਨਾ ਤਾਂ ਇੱਥੇ K3 ਚਾਹੀਦਾ ਤੀਜੀ ਚਾਬੀ ਚਾਹੀਦੀ ਹੈ। ਤੇ ਜੇ ਇਹ ਆਪਸ ਦੇ ਵਿੱਚ ਕਮਿਊਨੀਕੇਟ ਕਰਨਗੇ ਤਾਂ ਚੌਥੀ ਚਾਬੀ ਚਾਹੀਦੀ ਹੈ K4। ਤਾਂ 4 ਚਾਬੀਆਂ ਹੋਈਆਂ 4 ਹੀ ਡਿਵਾਈਸ ਸੀ। ਡਿਵਾਈਸ ਦਾ ਮਤਲਬ ਹੋ ਗਿਆ ਕਿਹੜੇ ਕਿਹੜੇ ਕੰਪਿਊਟਰ ਹੋ ਸਕਦਾ ਲੈਪਟਾਪ ਹੋ ਸਕਦਾ ਫੋਨ ਹੈ ਨਾ। ਤਾਂ n ਦੀ ਵੈਲਿਊ ਇੱਥੇ 4 ਹੈ। ਇਹਦੇ ਤੇ ਬਾਅਦ ਚ ਆਉਂਦੇ ਆਪਾਂ n ਸਾਡੇ ਕੋਲੇ ਹੈਗਾ 4। ਜਦੋਂ n 4 ਹੈ ਚਾਬੀਆਂ ਕਿੰਨੀਆਂ ਨੇ 4 ਨੇ ਬਟ ਅਸੀਂ ਜਿਹੜਾ ਡਾਇਗਨਲ ਨੇ ਉਹਨਾਂ ਨੂੰ ਤਾਂ ਦੇਖਿਆ ਹੀ ਨਹੀਂ। ਸਪੋਜ਼ ਕਰੋ ਇਹ ਵੀ ਤਾਂ ਹੋ ਸਕਦਾ ਇਹਨਾਂ ਨੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਾ ਤਾਂ ਹੁਣ ਇਹਨਾਂ ਵਾਲੀ ਚਾਬੀ ਨਾ K1 ਨਾ K2 ਨਾ K3 ਨਾ K4 ਇਹ ਤਾਂ ਵਰਤ ਹੀ ਨਹੀਂ ਸਕਦੇ। ਇਹਨਾਂ ਨੂੰ ਨਵੀਂ ਚਾਬੀ ਚਾਹੀਦੀ ਹੈ ਤਾਂ ਇਹਦੇ ਲਈ ਜਿਹੜੀ ਚਾਬੀ ਵਰਤੀ ਜਾਊਗੀ K5। ਇਹਨਾਂ ਨੂੰ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਾਉਣ ਦੇ ਲਈ ਜਿਹੜੀ ਚਾਬੀ ਵਰਤੀ ਜਾਊਗੀ ਉਹ ਹੋ ਜੂਗੀ K6। ਤਾਂ ਜਦੋਂ n ਦੀ ਵੈਲਿਊ 4 ਹੈ ਤਾਂ ਨੰਬਰ ਆਫ ਕੀਜ਼ ਕਿੰਨੀਆਂ ਹੋਣਗੀਆਂ ਨੰਬਰ ਆਫ ਕੀਜ਼ ਸਾਡੇ ਕੋਲੇ ਬਣਦੀਆਂ ਨੇ 6। ਠੀਕ ਹੈ। ਤੇ ਜੇ ਸਾਡੇ ਕੋਲੇ ਡਿਵਾਈਸ ਵੱਧ ਜਾਂਦੇ ਨੇ ਸਪੋਜ਼ ਕਰੋ 5 ਆਪਾਂ ਡਿਵਾਈਸ ਲੈ ਲੈਂਦੇ ਹਾਂ 5 ਡਿਵਾਈਸ ਲੈ ਲੈਂਦੇ ਹਾਂ 5 ਦੇ ਵਿੱਚੋਂ ਪਹਿਲਾਂ ਜਿਵੇਂ K1 K2 K3 K4 ਇੱਧਰ ਆ ਗਿਆ K5 ਇੱਧਰ ਆ ਗਿਆ K6 ਇੱਧਰ ਆ ਗਿਆ K7 ਇੱਧਰ ਆ ਗਿਆ K8 ਤੇ ਇੱਧਰੋਂ ਰੰਗ ਜਿਹਾ ਬਦਲ ਲੈਂਦੇ ਆ ਵਿੱਚ ਹੀ ਕਨਫਿਊਜ਼ਨ ਨਾ ਹੋ ਜੇ। K8 ਤੋਂ ਬਾਅਦ ਇੱਥੇ ਆ ਗਿਆ K9 ਇੱਥੇ ਆ ਗਿਆ K10 ਹੋਰ ਨਹੀਂ ਕੋਈ ਵੀ ਬਣਦਾ। ਹਾਂ ਜਦੋਂ ਕਹਿੰਦਾ n ਦੀ ਵੈਲਿਊ ਸਾਡੇ ਕੋਲੇ 5 ਸੀਗੀ ਤਾਂ ਨੰਬਰ ਆਫ ਕੀਜ਼ ਨੇ ਜਿਹੜੀਆਂ ਉਹ ਹੋ ਗਈਆਂ ਸਾਡੇ ਕੋਲੇ 10 ਹੋ ਗਈਆਂ। ਤਾਂ ਇਹਦੇ ਲਈ ਜਰਨਲ ਫਾਰਮੂਲਾ ਮੈਂ ਤੁਹਾਨੂੰ ਦੱਸ ਦਿੰਦਾ। ਜਰਨਲ ਫਾਰਮੂਲਾ ਸਾਡੇ ਕੋਲੇ ਹੁੰਦਾ ਹੈ n into n-1/2 ਇੰਨੀਆਂ ਚਾਬੀਆਂ ਚਾਹੀਦੀਆਂ ਨੇ। ਇੱਥੇ ਫਾਰਮੂਲਾ ਲਾ ਕੇ ਦੇਖਦੇ ਹਾਂ ਜਦੋਂ n ਦੀ ਵੈਲਿਊ 4 ਹੈ 4 into 4 - 1 3/2
ਕੱਟ ਕੇ ਕਿੰਨਾ ਆ ਗਿਆ 6 ਬਣ ਗਿਆ। ਜਦੋਂ n ਦੀ ਵੈਲਿਊ 5 ਹੈ 5 into 5 minus 1 4 divided by 2 ਕੱਟ ਕੇ 5 ਦੂਣੀ 10 ਤਾਂ ਇੰਨਾ ਬਣ ਗਿਆ। ਠੀਕ ਹੈ, ਤੇ ਜਦੋਂ ਸਾਡੇ ਕੋਲੇ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਹੋ ਰਹੀ ਹੈ ਜਿਹਦੇ ਵਿੱਚ ਇੱਕੋ ਹੀ ਚਾਬੀ ਚਾਹੀਦੀ ਹੈ ਦੋ ਪਾਰਟੀਆਂ ਦੇ ਵਿੱਚ, D1 ਤੇ D2 ਬੰਦਾ ਉਹਨਾਂ ਲਈ ਇੱਕ ਚਾਬੀ ਚਾਹੀਦੀ ਹੈ, D1 ਤੇ D3 ਉਹਨਾਂ ਲਈ ਇੱਕ ਚਾਬੀ ਚਾਹੀਦੀ ਹੈ, ਤਾਂ ਟੋਟਲ ਨੰਬਰ ਆਫ ਡਿਵਾਈਸਿਸ ਜੇਕਰ ਸਾਡੇ ਕੋਲੇ n ਨੇ ਤਾਂ ਨੰਬਰ ਆਫ ਕੀਜ਼ ਕਿੰਨੀਆਂ ਹੋਣਗੀਆਂ n into n minus 1 by 2। ਇਹੀ ਮੈਸ਼ ਟਪੋਲੋਜੀ ਕਹਿੰਦੀ ਆ। ਮੈਸ਼ ਟਪੋਲੋਜੀ ਕੀ ਹੁੰਦੀ ਹੈ? ਉਹ ਵਾਲੀ ਨੈਟਵਰਕ ਟਪੋਲੋਜੀ ਜਿਹਦੇ ਵਿੱਚ ਸਾਰੇ ਲਿੰਕ ਸਾਰੇ ਕੰਪਿਊਟਰ ਇੱਕ ਦੂਜੇ ਦੇ ਨਾਲ, ਜਵਾਨ ਕਈ ਵਾਰੀ ਉਲਟ ਜਾਂਦੀ ਹੈ ਨਾ, ਉਹ ਵਾਲੀ ਨੈਟਵਰਕ ਟਪੋਲੋਜੀ ਕਿ ਜਿਹਦੇ ਵਿੱਚ ਸਾਰੇ ਹੀ ਕੰਪਿਊਟਰ ਇੱਕ ਦੂਜੇ ਦੇ ਨਾਲ ਡੈਡੀਕੇਟਡ ਪਾਥ ਜਾਂ ਡੈਡੀਕੇਟਡ ਲਿੰਕ ਦੇ ਨਾਲ ਜੁੜੇ ਹੁੰਦੇ ਨੇ, ਉਹਨੂੰ ਮੈਸ਼ ਟਪੋਲੋਜੀ ਬੋਲਦੇ ਆ। ਹਰੇਕ ਦਾ ਡੈਡੀਕੇਟਡ ਪਾਥ ਹੈ। ਤਾਂ ਉੱਥੇ ਸਵਾਲ ਇਹ ਪੁੱਛਿਆ ਸੀ ਉਹਨੇ, ਕਹਿੰਦਾ ਮੈਸ਼ ਟਪੋਲੋਜੀ ਦੇ ਵਿੱਚ ਟੋਟਲ ਨੰਬਰ ਆਫ ਲਿੰਕਸ ਕਿੰਨੇ ਨੇ? ਆ ਦੇਖੋ, ਆ ਲਿੰਕਸ ਹੀ ਨੇ, ਪਹਿਲਾ ਲਿੰਕ, ਦੂਜਾ, ਤੀਜਾ, ਚੌਥਾ। ਤਾਂ ਜਦੋਂ n4 ਹੈ ਤਾਂ ਲਿੰਕਸ 6 ਨੇ। ਤਾਂ ਉੱਥੇ ਵੀ ਇਹੀ ਫਾਰਮੂਲਾ ਸੀ, ਮੈਂ ਤੁਹਾਨੂੰ ਦੱਸਿਆ ਸੀ, ਜੇਕਰ n ਨੰਬਰ ਆਫ ਡਿਵਾਈਸ ਨੇ ਤਾਂ n into n minus 1 by 2 ਇੰਨੇ ਟੋਟਲ ਨੰਬਰ ਆਫ ਲਿੰਕਸ ਸਾਡੇ ਕੋਲ ਐਗਜ਼ਿਸਟ ਕਰਦੇ ਨੇ। ਕਲੀਅਰ ਹੋਈ ਗੱਲ? ਸੋ ਇਹ ਸੀਗਾ ਸਿਮੈਟ੍ਰਿਕ ਦਾ। ਹੁਣ ਆਪਾਂ ਸਕਰੀਨਸ਼ਾਟ ਲੈਣਾ ਲੈ ਲਓ। ਇਸ ਤੋਂ ਬਾਅਦ ਮੈਂ ਹੁਣ ਤੁਹਾਨੂੰ ਏਸਿਮੈਟ੍ਰਿਕ ਦਾ ਬਣਾ ਕੇ ਦਿਖਾਉਣਾ। ਤਾਂ ਏਸਿਮੈਟ੍ਰਿਕ ਦੇ ਲਈ ਸਪੋਜ਼ ਕਰੋ ਉਵੇਂ ਹੀ ਲੈ ਲੈਣੇ ਆਪਾਂ, 4 ਡਿਵਾਈਸ ਨੇ ਆਪਣੇ ਕੋਲੇ। ਮੰਨ ਲਓ ਇਹ ਹੈਗਾ ਆਪਣੇ ਕੋਲੇ D1 D2 D3 D4। ਇਹ ਜਿਹੜਾ ਬੰਦਾ, ਇਹਦੇ ਕੋਲੇ ਆਪਦੀ ਚਾਬੀ ਹੋਊਗੀ, ਸੀਕ੍ਰੇਟ ਕੀ ਆਪਦੇ ਕੋਲੇ ਰੱਖੂਗਾ ਇਹ ਸੀਕ੍ਰੇਟ ਕੀ, ਤੇ ਪਬਲਿਕ ਕੀ ਆਪਦੀ ਵੈਬਸਾਈਟ ਤੇ ਪਾ ਦੂਗਾ। ਉਵੇਂ ਹੀ ਆਹ ਸੀਕ੍ਰੇਟ ਕੀ ਆਪਦੀ ਇੱਥੇ ਰੱਖੂਗਾ, ਪਬਲਿਕ ਕੀ ਵੈਬਸਾਈਟ ਤੇ ਪਾ ਦੂਗਾ। ਇਹ ਵਾਲਾ ਵੀ ਬੰਦਾ ਸੀਕ੍ਰੇਟ ਕੀ ਆਪਦੇ ਕੋਲੇ ਰੱਖੂਗਾ, ਪਬਲਿਕ ਕੀ ਵੈਬਸਾਈਟ ਤੇ ਪਾ ਦੂਗਾ। ਇਹ ਬੰਦਾ ਵੀ ਸੀਕ੍ਰੇਟ ਕੀ ਆਪਦੇ ਕੋਲੇ ਰੱਖੂਗਾ, ਪਬਲਿਕ ਕੀ ਆਪਣੀ ਵੈਬਸਾਈਟ ਤੇ ਪਾ ਦੂਗਾ। ਹੁਣ ਇਹ P1 ਕਹਿੰਦਾ, ਸੌਰੀ D1 ਡਿਵਾਈਸ 1 ਕਹਿੰਦਾ ਮੈਨੂੰ ਕਿਸੇ ਵੀ ਬੰਦੇ ਨੇ ਡੇਟਾ ਭੇਜਣਾ ਤਾਂ ਮੈਨੂੰ ਮੇਰੀ ਵੈਬਸਾਈਟ ਦੇ ਵਿੱਚੋਂ ਪਬਲਿਕ ਕੀ ਚੱਕੇ, ਮੈਨੂੰ ਇਨਕ੍ਰਿਪਟ ਕਰਕੇ ਭੇਜੇ, ਤੇ ਮੈਂ ਕਾਹਦੇ ਨਾਲ ਡੀਕ੍ਰਿਪਟ ਕਰ ਦੂੰਗਾ? S1 ਦੇ ਨਾਲ ਡੀਕ੍ਰਿਪਟ ਕਰ ਦੂੰਗਾ। ਤਾਂ ਇਹ ਆਪਾਂ ਪੜ੍ਹ ਕੇ ਆਏ ਆ ਵੀ ਦੋ ਜਿਹੜੀਆਂ ਪਬਲਿਕ ਤੇ ਪ੍ਰਾਈਵੇਟ ਕੀ ਨੇ ਉਹਨਾਂ ਦਾ ਮੈਥੇਮੈਟਿਕਲੀ ਰਿਲੇਟਡ ਹੁੰਦੀਆਂ ਨੇ, ਯਾਨੀ ਕਿ ਜਿਹੜਾ ਡੇਟਾ P1 ਨੇ ਇਨਕ੍ਰਿਪਟ ਕੀਤਾ ਉਹ ਸਿਰਫ ਉਹਨੂੰ S1 ਹੀ ਕੀ ਕਰ ਸਕਦਾ, ਇਨਕ੍ਰਿਪਟ ਕਰ ਸਕਦਾ। ਯਾਨੀ ਕਿ P1 ਜਿਹੜੀਆਂ ਨੀਅਰ ਅਪਰੋਚ ਹੁੰਦੀ ਹੈ S1 ਦੀ ਅਪਰੋਚ ਕਰਦੀਆਂ ਨੇ ਜਾਂ ਮੈਥੇਮੈਟਿਕਲੀ ਲਿੰਕਡ ਨੇ। ਤਾਂ ਜਿਹੜਾ ਵੀ, ਚਾਹੇ ਉਹ D2 ਨੇ ਕਰਨਾ ਹੈ, ਚਾਹੇ D3 ਨੇ ਕਰਨਾ ਹੈ, ਚਾਹੇ D4 ਨੇ ਕਰਨਾ ਹੈ, ਸਾਰੇ ਬੰਦੇ D1 ਜਿਹੜਾ ਡਿਵਾਈਸ ਹੈ ਉਹਦੀ ਪਬਲਿਕ ਕੀ P1 ਚੱਕਣਗੇ, ਉਹਨੂੰ ਇਨਕ੍ਰਿਪਟ ਕਰਕੇ ਭੇਜਣਗੇ, ਤੇ ਉਹ ਆਪਦੀ S1 ਕੀ ਦੇ ਨਾਲ ਕੀ ਕਰ ਦੂਗਾ, ਡੀਕ੍ਰਿਪਟ ਕਰਕੇ ਮੈਸੇਜ ਪੜ੍ਹ ਦੂਗਾ। ਤਾਂ ਉਹਨੂੰ ਹੋਰ ਚਾਬੀ ਦੀ ਲੋੜ ਹੀ ਨਹੀਂ, ਸਿਰਫ ਉਹਦੇ ਕੋਲੇ ਆਪਦੀਆਂ ਦੋ ਚਾਬੀਆਂ ਨੇ, ਇਹਦੀਆਂ ਵੀ ਦੋ ਨੇ, ਇਹਦੀਆਂ ਵੀ ਦੋ ਨੇ, ਇਹਦੀਆਂ ਵੀ ਦੋ ਨੇ। ਤਾਂ ਇਸ ਤਰੀਕੇ ਦੇ ਨਾਲ ਏਸਿਮੈਟ੍ਰਿਕ ਕਮਿਊਨੀਕੇਸ਼ਨ ਹੈ ਜਿਹੜੀ, ਜਾਂ ਇਨਕ੍ਰਿਪਸ਼ਨ ਹੈ, ਉਹ ਕੰਮ ਕਰਦੀ ਆ। ਤਾਂ ਕੀ ਨੂੰ ਐਕਸਚੇਂਜ ਕਰਨ ਦੀ ਲੋੜ ਨਹੀਂ ਪਈ। ਪਬਲਿਕ ਕੀ ਉਹਨੇ ਆਪਦੀ ਵੈਬਸਾਈਟ ਤੇ ਰੱਖੀ ਹੈ, ਪ੍ਰਾਈਵੇਟ ਕੀ ਜਾਂ ਸੀਕ੍ਰੇਟ ਕੀ ਆਪਦੇ ਕੋਲੇ ਰੱਖ ਲਈ, ਐਕਸਚੇਂਜ ਕਰਨ ਦੀ ਲੋੜ ਨਹੀਂ ਪਈ। ਤਾਂ ਨੰਬਰ ਆਫ ਕੀਜ਼ ਦੀ ਇੱਥੇ ਗੱਲ ਆ ਗਈ ਵੀ ਕਿੰਨੀਆਂ ਹੋ ਗਈਆਂ, ਇਹਦੀਆਂ ਵੀ ਦੋ ਨੇ, ਇਹਦੀਆਂ ਵੀ ਦੋ ਨੇ, 2 4 6 8। ਤਾਂ ਜਦੋਂ n ਦੀ ਵੈਲਿਊ 4 ਹੈ ਤਾਂ ਨੰਬਰ ਆਫ ਕੀਜ਼ ਕਿੰਨੀਆਂ ਹੋ ਗਈਆਂ? 8 ਹੋ ਗਈਆਂ। ਜੇ ਅਸੀਂ ਡਿਵਾਈਸ 3 ਲੈ ਲਈਏ ਤਾਂ 2 ਇਹਦੀਆਂ, 2 ਇਹਦੀਆਂ, 2 ਇਹਦੀਆਂ, ਤਾਂ 3 ਦੇ ਲਈ 6 ਹੋ ਗਿਆ। ਤਾਂ ਇਹਦਾ ਸਿੱਧਾ ਹੀ ਫਾਰਮੂਲਾ ਬਣਦਾ ਹੈ ਏਸਿਮੈਟ੍ਰਿਕ ਦੇ ਵਿੱਚ ਸਾਡੇ ਕੋਲੇ ਨੰਬਰ ਆਫ ਕੀਜ਼ ਕਿੰਨੀਆਂ ਹੁੰਦੀਆਂ ਨੇ? ਡਿਵਾਈਸ ਦੀ ਨੰਬਰ ਆਫ ਡਿਵਾਈਸ, ਜਿੰਨੇ ਡਿਵਾਈਸ ਹੁੰਦੇ ਨੇ ਉਦੋਂ ਦੁੱਗਣੀਆਂ ਹੁੰਦੀਆਂ ਨੇ। ਦੇਖੋ ਮੈਂ ਸਵਾਲ ਤੁਹਾਨੂੰ ਦਿੱਤੇ ਵੀ ਹੋਏ ਹੈ, ਪ੍ਰਾਈਵੇਟ ਕੀ, ਟੋਟਲ ਨੰਬਰ ਆਫ ਸੀਕ੍ਰੇਟ ਕੀਜ਼ ਫॉर ਪ੍ਰਾਈਵੇਟ ਇਨਕ੍ਰਿਪਸ਼ਨ। ਹਾਂ, ਜਾਂ ਤਾਂ ਇੱਥੇ ਪ੍ਰਾਈਵੇਟ ਇਨਕ੍ਰਿਪਸ਼ਨ ਕਹਿ ਸਕਦਾ ਜਾਂ ਸੀਕ੍ਰੇਟ ਇਨਕ੍ਰਿਪਸ਼ਨ ਕਹਿ ਸਕਦਾ, ਠੀਕ ਆ, ਜਾਂ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਕਹਿ ਸਕਦਾ। ਨਾਮ ਵੱਖੋ ਵੱਖਰੇ ਹੋ ਸਕਦੇ ਨੇ, ਪਬਲਿਕ ਦੀ ਥਾਂ ਤੇ ਏਸਿਮੈਟ੍ਰਿਕ ਕਹਿ ਸਕਦਾ। ਤਾਂ ਜਦੋਂ ਸੀਕ੍ਰੇਟ ਕੀ ਜਾਂ ਸਿਮੈਟ੍ਰਿਕ ਜਾਂ ਪ੍ਰਾਈਵੇਟ ਹੈ ਤਾਂ n into n minus 1 by 2 ਹੈ। ਤੇ ਜਦੋਂ ਪਲਾਈ ਕਹਿ ਰਿਹਾ, ਜਦੋਂ ਪਬਲਿਕ ਤੇ ਏਸਿਮੈਟ੍ਰਿਕ ਆ ਉਦੋਂ ਕੀ ਹੈ? ਡਿਵਾਈਸ ਦੀ ਨੰਬਰ ਆਫ ਡਿਵਾਈਸ। ਇਹ ਗੱਲ ਯਾਦ ਰੱਖਣੀ ਹੈ। ਤੇ ਹੁਣ ਆਪਾਂ ਕੁੱਤੀਆਂ ਚੜਾਉਣੇ ਆ ਕੰਧਾਂ ਤੇ। ਗੇਟ 2008 ਕੰਪਿਊਟਰ ਸਾਇੰਸ ਦੇ ਵਿੱਚ ਸਵਾਲ ਆਇਆ ਹੋਇਆ ਸੀ, ਤੁਹਾਨੂੰ ਮੈਂ ਗੇਟ ਦਾ ਸਵਾਲ ਵੀ ਕਰਾਉਣਾ। ਸੋ ਇਸ ਤਰੀਕੇ ਦੇ ਸਵਾਲ ਨੇ ਜਿਹੜੇ ਗੇਟ ਦੇ ਵਿੱਚ ਪੁੱਛੇ ਜਾਂਦੇ ਨੇ। ਮੈਨੂੰ ਯਾਦ ਆ ਵੀ ਪਹਿਲੀ ਵਾਰੀ ਮੈਂ 2014 ਦੇ ਵਿੱਚ ਗੇਟ ਕਲੀਅਰ ਕੀਤਾ ਸੀਗਾ, ਤੇ ਗੇਟ ਦੇ ਵਿੱਚ ਵੀ 1/3 ਦੀ ਨੈਗੇਟਿਵ ਮਾਰਕਿੰਗ ਹੈ, ਬਹੁਤ ਜ਼ਿਆਦਾ ਨੈਗੇਟਿਵ ਮਾਰਕਿੰਗ ਹੈ। 1 ਨੰਬਰ ਦਾ ਸਵਾਲ ਹੈ 1/3 ਦੀ ਨੈਗੇਟਿਵ ਮਾਰਕਿੰਗ ਹੈ, ਤੇ ਜੇ 2 ਨੰਬਰ ਦਾ ਤਾਂ 2/3 ਦੀ ਨੈਗੇਟਿਵ ਮਾਰਕਿੰਗ ਹੈ।
ਸੋ ਇਹ ਕੀ ਸੀਗਾ ਵੀ ਲੋਕਾਂ ਦੇ ਮਾਈਨਸ ਦੇ ਵਿੱਚ ਚੱਲ ਜਾਂਦੇ ਆ ਨਾ। ਸੋ ਬੜੇ ਇੰਡੀਆ ਦਾ ਤੁਹਾਨੂੰ ਪਤਾ ਹੀ ਆ ਵੀ ਬੜੇ ਵੱਡੇ ਲੈਵਲ ਦਾ ਐਗਜ਼ਾਮ ਹੈ। ਸੋ ਪਹਿਲੀ ਦੂਜੀ ਵਾਰੀ ਦਿੱਤਾ ਵੀ ਸਾਨੂੰ ਤਾਂ ਪਤਾ ਨਹੀਂ ਲੱਗਾ, ਤੋਤੇ ਉੱਡ ਗਏ ਵੀ ਅੱਛਾ ਇਹ ਵੀ ਕੁਝ ਹੁੰਦਾ ਹੈ ਹਨਾ। ਨੈਗੇਟਿਵ ਮਾਰਕਿੰਗ ਤੋਂ ਵੈਸੇ ਹੀ ਬੰਦਾ ਘਬਰਾ ਜਾਂਦਾ ਵੀ ਉਦੋਂ ਤਾਂ ਕੋਈ ਮੌਕ ਟੈਸਟ ਕੋਈ ਟੈਸਟ ਸੀਰੀਜ਼ ਨਹੀਂ ਸੀ। ਅਸੀਂ ਤਾਂ ਜਿਵੇਂ ਤੁਹਾਨੂੰ ਸਾਰਾ ਨੈਗੇਟਿਵ ਮਾਰਕਿੰਗ ਦੇ ਨਾਲ ਹੈਂਡਲ ਹੈਬਿਚੁਅਲ ਹੋਣ ਦੇ ਲਈ ਅਸੀਂ ਤੁਹਾਨੂੰ ਟੈਸਟ ਸੀਰੀਜ਼ ਬਣਾਈ ਹੈ। ਸੋ ਤੁਹਾਨੂੰ ਜ਼ਿਆਦਾਤਰ ਬੰਦਿਆਂ ਨੂੰ ਇਹ ਲੱਗਦਾ ਵੀ ਯਾਰ ਬੰਦੇ ਪਤਾ ਨਹੀਂ ਵੇਚਣ ਦੇ ਮਾਰੀ ਕਰ ਰਹੇ ਨੇ, ਪਰ ਅਸੀਂ ਇਹਨਾਂ ਚੀਜ਼ਾਂ ਤੋਂ ਲੱਗੇ ਹੋਏ ਆ ਸਾਰੇ। ਇਹ ਸਾਨੂੰ ਬੜੀ ਵੱਡੀ ਦਿੱਕਤ ਸੀਗੀ ਵੀ ਇਹਨੂੰ ਕਿਵੇਂ ਕਰਨਾ ਹੀ ਕਰਨਾ ਯਾਰ। ਇੰਜੀਨੀਅਰਿੰਗ ਕੀਤੀ ਹੈ, ਗੇਟ ਤੋਂ ਬਿਨਾਂ ਤੁਹਾਡੀ ਇੰਜੀਨੀਅਰਿੰਗ ਦੀ ਵੈਲਿਊ ਨਹੀਂ ਹੈ। ਤੁਹਾਨੂੰ ਪਤਾ ਪਿੱਛੇ ਜੇ ਪੰਜਾਬ 'ਚ ਕਿੰਨੇ ਜ਼ਿਆਦਾ ਇੰਜੀਨੀਅਰਿੰਗ ਦੇ ਕਾਲਜ ਖੁੱਲੇ, ਉਹਨਾਂ ਨੇ ਸਾਰਿਆਂ ਨੇ ਇੰਜੀਨੀਅਰਿੰਗ ਦੀ ਵੈਲਿਊ ਜ਼ੀਰੋ ਕਰਤੀ। ਤਾਂ ਫਿਰ ਉਹ ਮੰਨਿਆ ਹੀ ਇਹ ਜਾਂਦਾ ਵੀ ਜੇ ਤੁਹਾਡਾ ਗੇਟ ਕਲੀਅਰ ਹੈ ਤਾਂ ਤੁਸੀਂ ਵੈਲਿਡ ਹੈਗੇ, ਅਦਰਵਾਈਜ਼ ਤਾਂ ਤੁਹਾਡੀ ਸਟੱਡੀ ਕਿਸੇ ਕੰਮ ਦੀ ਨਹੀਂ। ਪਰਸੈਂਟੇਜ ਜਿੱਥੋਂ ਮਰਜ਼ੀ ਲਿਖੀ ਜਾਓ, ਤਾਂ ਫਿਰ ਉਹਨੂੰ ਇੱਜ਼ਤ ਤੇ ਆ ਗਈ ਵੀ ਕਰਨਾ ਹੀ ਕਰਨਾ, ਹੋਰ ਕੋਈ ਕਰਨ ਨੂੰ ਹੈ ਹੀ ਨਹੀਂ। ਪਰ ਉੱਥੇ ਤੋਤੇ ਡਾਦੇ ਸੀ ਇਹ ਸਵਾਲਾਂ ਨੇ। ਪਰ ਜਦੋਂ ਟੈਸਟ ਸੀਰੀਜ਼ ਲਈਆਂ ਫਿਰ ਹੌਲੀ ਹੌਲੀ ਵੱਡੇ ਪਲੇਅਰ ਆਏ। ਰਵਿੰਦਰ ਬਾਬੂ ਰਬੋਲਾ ਮੈਨੂੰ ਯਾਦ ਆ, ਅਸੀਂ ਉਹਨਾਂ ਤੋਂ ਪੜ੍ਹੇ ਆ। ਸੋ ਆਨਲਾਈਨ ਉਹ ਸਾਡੇ ਗੁਰੂ ਨੇ, ਵੈਸੇ ਤਾਂ ਸਾਰੇ ਇੰਡੀਆ ਦੇ ਵਿੱਚ ਉਹਨਾਂ ਦਾ ਹੀ ਚੱਲਦਾ ਹਨਾ, ਰਵਿੰਦਰ ਬਾਬੂ ਰਬੋਲਾ। ਪਰ ਉਹ ਮੈਂ ਉਹਨਾਂ ਤੋਂ ਸਿੱਖਿਆ। ਸਾਊਥ ਦੇ ਬਹੁਤ ਸਾਰੇ ਟੀਚਰ ਫੈਕਲਟੀ ਮੈਂਬਰ ਜਿਨ੍ਹਾਂ ਤੋਂ ਮੈਂ ਕੋਚਿੰਗ ਲਈ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਮੈਨੂੰ ਪੜ੍ਹਾਇਆ। ਉੱਥੋਂ ਮੈਨੂੰ ਜਨੂਨ ਆਇਆ, ਸ਼ਿੱਦਤ ਆਈ ਵੀ ਯਾਰ ਪੜ੍ਹਨਾ ਕਿਵੇਂ ਆ। ਫਿਰ ਆਪਾਂ ਉਸੇ ਜਨੂਨ ਦੇ ਨਾਲ ਹੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਵੀ ਉਸੇ ਜਨੂਨ ਦੇ ਨਾਲ ਹੀ ਪੜ੍ਹਾਇਆ ਜਾਵੇ ਹਨਾ। ਤਾਂ ਇਹ ਕੀ ਸੀਗਾ ਮੇਨ, ਇੱਥੇ ਪ੍ਰੈਕਟਿਸ ਬਹੁਤ ਜ਼ਿਆਦਾ ਰੋਲ ਪਲੇ ਕੀਤਾ। ਫਿਰ ਅਸੀਂ ਟੈਸਟ ਸੀਰੀਜ਼ ਲਈਆਂ। ਅਸੀਂ ਹਰ ਸਾਲ 2 ਜਾਂ 3 ਟੈਸਟ ਸੀਰੀਜ਼ ਲੈ ਲੈਣੀਆਂ, ਸਾਨੂੰ ਇੰਨਾ ਸ਼ੌਂਕ ਹੁੰਦਾ ਸੀ। ਅਸੀਂ ਤਾਂ 14 ਤੇ 1500 ਦੀਆਂ ਟੈਸਟ ਸੀਰੀਜ਼ ਲਈਆਂ ਹੋਈਆਂ, 3000 2500 ਇਸ ਤਰੀਕੇ ਦੀਆਂ ਟੈਸਟ ਸੀਰੀਜ਼ ਲਈਆਂ ਹੋਈਆਂ ਨੇ। ਤਾਂ ਸ਼ੌਂਕ ਹੀ ਪੈ ਗਿਆ ਜਦੋਂ। ਫਿਰ ਇੱਕ ਵਾਰੀ ਨਹੀਂ, ਫਿਰ 4-5 ਵਾਰੀ ਗੇਟ ਕੱਢਿਆ, 4 ਵਾਰੀ। ਤੁਸੀਂ ਮੇਰੇ ਬਾਇਓ ਦੇ ਵਿੱਚ ਦੇਖਦੇ ਹੁੰਦੇ 4 ਟਾਈਮ ਗੇਟ ਕੁਆਲੀਫਾਈਡ। ਤਾਂ ਫਿਰ ਸ਼ੌਂਕ ਹੀ ਪੈ ਗਿਆ ਹੈਨਾ। ਤਾਂ ਆਪਾਂ ਸਵਾਲ ਪੜ੍ਹਦੇ ਹਾਂ, ਚਲੋ ਥੋੜਾ ਬ੍ਰੇਕ ਵੀ ਮਿਲ ਗਿਆ ਹੋਣਾ ਤੁਹਾਨੂੰ। The total number of keys are required for an individuals ਜਾਂ device ਕਹਦੇ ਜਾਂ ਬੰਦੇ individual to be able to communicate with each other using secret key and public key crypto system respectively। ਦੇਖੋ ਇਹ ਚੀਜ਼ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਸੀਕ੍ਰੇਟ ਵਾਲੇ ਨੂੰ ਅਸੀਂ ਕੀ ਕਹਿੰਦੇ ਆ, ਸੇਮ ਕੀ ਵੀ ਬੋਲ ਦਿੰਦੇ ਆ, ਜਾਂ ਇਹਨੂੰ ਸਿਮੈਟ੍ਰਿਕ ਕੀ ਵੀ ਬੋਲ ਦਿੰਦੇ ਆ, ਜਾਂ ਇਹਨੂੰ ਪ੍ਰਾਈਵੇਟ ਕੀ ਵੀ ਬੋਲ ਦਿੰਦੇ ਆ ਹਨਾ। ਤਾਂ ਇਹ ਪਹਿਲਾਂ ਹੈਗਾ ਰਿਸਪੈਕਟਿਵਲੀ ਪੁੱਛਿਆ, ਤਾਂ ਇਹਦੇ ਲਈ ਪਹਿਲਾਂ ਦੱਸਣਾ ਆਪਾਂ। ਸੀਕ੍ਰੇਟ ਦੇ ਲਈ ਪੜ੍ਹ ਕੇ n into n-1/2 ਹੈ, ਤੇ ਪਬਲਿਕ ਹੈ ਇਹਨੂੰ ਅਸੀਂ ਏਸਿਮੈਟ੍ਰਿਕ ਵੀ ਬੋਲ ਦਿੰਦੇ ਆ, ਇਹਦੇ ਲਈ ਹੈਗਾ 2n ਹੈ। ਤਾਂ 2n ਬਾਅਦ ਚ ਆਉਂਦਾ। ਕਈ ਵਾਰੀ ਸਾਨੂੰ ਅਸੀਂ ਇੱਥੋਂ ਬਹੁਤ ਸਾਰੀਆਂ, ਮੈਨੂੰ ਯਾਦ ਆ ਵੀ ਸਿੱਲੀ ਮਿਸਟੇਕ ਕਰਦੇ ਸੀ। ਆਹ ਚੀਜ਼ ਪੜ੍ਹੀ ਫਾਲਤੂ ਦੇ ਵਿੱਚ ਜਲਦੀ ਆਉਣਾ, ਬਸ ਆ ਗਿਆ ਆਨਸਰ। ਵੀ ਆਨਸਰ ਇਹਨਾਂ ਦੇ ਵਿੱਚੋਂ ਇਹ ਵੀ ਆ ਪਿਆ, ਚੱਕ ਵੀ ਗਲਤੀ ਕਰਿਆ ਹੁੰਦੇ ਸੀ। ਵੀ ਇਹ ਰਿਸਪੈਕਟਿਵਲੀ ਚੀਜ਼ਾਂ ਦਾ ਪਤਾ ਹੀ ਨਹੀਂ ਸੀਗੀਆਂ ਵੀ ਇਹ ਵੀ ਹੁੰਦੀਆਂ ਨੇ ਚੀਜ਼ਾਂ। ਚਲੋ ਹੁਣ ਤਾਂ ਬਹੁਤ ਜ਼ਿਆਦਾ ਕੋਚਿੰਗ ਅਵੇਲੇਬਲ ਹੈ, ਬੜੀਆਂ ਚੀਜ਼ਾਂ ਤੁਹਾਨੂੰ ਸਿਖਾਉਣ ਵਾਲੇ ਹੋਰ ਵੀ ਬੰਦੇ ਬੈਠੇ ਨੇ YouTube ਤੇ। ਉਹ ਸਮੇਂ 'ਚ ਇੰਨਾ ਨਹੀਂ ਹੁੰਦਾ ਸੀ, ਕਰੋਨਾ ਤੋਂ ਬਾਅਦ ਹੀ ਜ਼ਿਆਦਾ ਆਨਲਾਈਨ ਚੀਜ਼ਾਂ ਚੱਲੀਆਂ ਨੇ ਹੈਨਾ। ਤਾਂ ਜਿਹੜਾ ਹੁਣ ਸੀਕ੍ਰੇਟ ਆ ਉਹ ਪਹਿਲਾਂ ਪੁੱਛਿਆ, ਆਹ ਵਾਲੀ ਵੈਲਿਊ ਪਹਿਲਾਂ ਆਊਗੀ। ਤਾਂ ਫਿਰ ਮੈਨੂੰ ਲੱਗਦਾ ਆਨਸਰ ਇਹਦਾ C ਹੋਣਾ ਚਾਹੀਦਾ, n into n-1/2 ਤੇ ਐਂਡ 2n। ਦੇਖੋ 2008 ਦਾ, ਅੱਗੇ ਦੇਖੋ 2015 ਦੇ ਵਿੱਚ ਕੁਐਸਚਨ ਰਿਪੀਟ ਹੋਇਆ। Suppose that everyone in a group of n people, ਕਹਿੰਦਾ n people ਨੇ, wants to communicate secretly with n-1 other। ਉਹੀ ਚੀਜ਼ ਹੈ, ਆਹ ਬੰਦਾ ਹੈ, 4 ਬੰਦਿਆਂ ਦੇ ਵਿੱਚੋਂ ਆਹ ਆਪਦੇ ਬਾਕੀਆਂ ਦੇ ਨਾਲ ਕਮਿਊਨੀਕੇਟ ਕਰੂਗਾ ਨਾ, ਇੱਕ ਦੂਜੇ 3 ਦੇ ਨਾਲ ਕਮਿਊਨੀਕੇਸ਼ਨ ਕਰੂਗਾ। ਜੇ 4 ਨੇ ਤਾਂ 4 ਇੱਕ ਦੂਜੇ 3 ਨਾਲ ਕਰੂਗਾ। ਹਰ ਇੱਕ ਉਹੀ ਬੋਲ ਰਿਹਾ, n people ਨੇ, ਇੱਕ ਬੰਦਾ ਇੱਕ ਆਪਦੇ ਤੋਂ ਇੱਕ ਘੱਟ, ਜਿਹਨੂੰ ਚੌਥਾ ਬੰਦਾ ਉਹ 3 ਨਾਲ ਕਮਿਊਨੀਕੇਟ ਕਰੂਗਾ। ਅਦਰ ਯੂਜ਼ਿੰਗ ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ। ਦੇਖੋ ਸਿਮੈਟ੍ਰਿਕ ਤੇ ਪੁੱਛ ਰਿਹਾ। ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ ਸਿਸਟਮ ਦੀ ਕਮਿਊਨੀਕੇਸ਼ਨ ਬਿਟਵੀਨ ਐਨੀ 2 ਪਰਸਨ ਸ਼ੁੱਡ ਨਾਟ ਬੀ ਡਿਕੋਡੇਬਲ ਬਾਈ ਦੀ ਅਦਰ ਇਨ ਦਾ ਗਰੁੱਪ। ਯਾਨੀ ਕਿ ਇਹਦੇ ਕੋਲ ਇੱਕੋ ਹੀ ਚਾਬੀ ਹੈ, ਇੱਥੇ K1 ਹੈ ਤਾਂ ਇਹਦੇ ਕੋਲੇ K1 ਨਹੀਂ ਹੋਣੀ ਚਾਹੀਦੀ, ਡਿਕੋਡ ਨਹੀਂ ਕਰ ਸਕਦਾ ਮੈਸੇਜ ਨੂੰ। ਤਾਂ ਮਤਲਬ ਕਿ ਇਹਦੇ ਕੋਲ K1 ਇਹਦੇ ਕੋਲ K2 ਹੈ, ਇਹਦੇ ਕੋਲ K3, ਉਹੀ ਚੀਜ਼ ਲਿਖੀ ਹੋਈ ਹੈ। ਵੈਸੀ ਸਟੇਟਮੈਂਟਾਂ ਹੀ ਪਾ ਕੇ ਵੱਡਾ ਦਿੱਤਾ ਹੋਇਆ ਉਹਨੇ। The number of keys required in the system as a whole to satisfy the confidentiality requirement। ਜਾਨੀ ਕਿ ਡਾਟਾ ਨੂੰ ਕੌਨਫੀਡੈਂਸ਼ੀਅਲਿਟੀ ਰਹੇ, ਜਿਹੜਾ ਡਾਟਾ ਇਹਨਾਂ ਦੋਨਾਂ ਦੇ ਵਿੱਚ ਸ਼ੇਅਰ ਹੋਵੇ ਉਹਦੇ ਵਿੱਚ ਹੀ ਰਹੇ। ਤਾਂ ਆਨਸਰ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ, ਗੇਟ 2015 ਤਾਂ ਆਨਸਰ ਹੈਗਾ C। ਸੋ ਹੁਣ ਤੁਹਾਨੂੰ ਮੈਨੂੰ ਲੱਗਦਾ ਵੀ ਕੌਨਫੀਡੈਂਸ ਹੋ ਜਾਣਾ ਚਾਹੀਦਾ ਵੀ ਤੁਸੀਂ ਗੇਟ ਦੇ ਸਵਾਲ ਵੀ ਸੋਲਵ ਕਰ ਸਕਦੇ ਹੋ। ਤੁਹਾਨੂੰ ਇਸ ਲੈਵਲ ਦੇ ਵਿੱਚ ਆਪਾਂ ਕੰਪਿਊਟਰ ਦੇ ਵਿੱਚ ਟ੍ਰੇਨ ਕਰ ਦਾਂਗੇ ਕਿ ਤੁਹਾਡੀ ਇਨਫੋਰਮੇਸ਼ਨ ਮਿਸ ਨਹੀਂ ਹੋਊਗੀ। ਹੁਣ ਤੁਹਾਡਾ ਕੌਨਫੀਡੈਂਸ ਬਹੁਤ ਜ਼ਿਆਦਾ ਬੂਸਟ ਹੋ ਜਾਣਾ ਚਾਹੀਦਾ। ਬਟ ਸਮਾਂ ਇਹ ਡਿਮਾਂਡ ਕਰਦਾ ਵੀ ਚੀਜ਼ਾਂ ਨੂੰ ਆਪਾਂ ਸਮਝ ਗਏ, ਛੜੱਪੇ ਨਾ ਮਾਰ ਗਏ। ਤੇ ਜਿਵੇਂ ਕਹਿੰਦੇ ਆ ਆਪਣੇ ਆਮ ਪਿੰਡਾਂ ਦੇ ਵਿੱਚ ਕਹਿੰਦੇ ਨੇ ਵੀ ਬਲਦ ਤਾਂ ਕਹਿੰਦੇ ਆ ਵੀ ਮੌਲੇ, ਬਲਦ ਤਾਂ ਨਾ ਰੇੜੀ ਤਾਂ ਕਹਿੰਦੇ ਮੌਲੇ ਬਲਦ ਹੀ ਕੱਢਦੇ ਆ, ਛੜੱਪੇ ਮਾਰਨ ਵਾਲੇ ਬਲਦ ਕਦੇ ਵੀ ਰੇੜੀ ਨਹੀਂ ਕੱਢਦੇ। ਚਿੱਕੜ ਦੇ ਵਿੱਚ ਕਹਿੰਦੇ ਨਾ ਵੀ ਰੇੜੀ ਫਸ ਜੇ
ਜਿਹੜਾ ਬੜਾ ਤੱਤਾ ਕਾਲਾ ਬੰਦਾ ਹੁੰਦਾ ਉਹ ਨਹੀਂ ਕੰਮ ਕਰ ਸਕਦਾ। ਸੋ ਹਮੇਸ਼ਾ ਹੀ ਪੇਸ਼ੈਂਸ ਬਣਾ ਕੇ ਰੱਖੋ, ਕੰਮ ਕਰਦੇ ਰਹੋ। ਇਸ ਵਾਰੀ ਨਹੀਂ ਹੋਊਗਾ ਫਿਰ ਕਿਹੜਾ ਗੋਲੀਆਂ ਚੱਲ ਜਾਣਗੀਆਂ, ਅਗਲੀ ਵਾਰੀ ਕਰਾਂਗੇ, ਡਿਟੇਲ 'ਚ ਕਰਾਂਗੇ, ਚੰਗੇ ਤਰੀਕੇ ਨਾਲ ਕਰਾਂਗੇ। ਤਾਂ ਤੁਸੀਂ ਗੱਡ ਕੇ ਬੈਠੋ, ਆਪਦਾ ਧਿਆਨ ਸਾਰਾ ਆਪਦੀ ਮੋਟੀਵੇਸ਼ਨ એનર્ਜੀ ਵੀ ਕਰਨਾ ਹੀ ਕਰਨਾ ਚਾਹੇ ਜੋ ਮਰਜ਼ੀ ਹੋਵੇ। ਫਿਰ ਪੇਪਰ ਨਹੀਂ ਇੱਕ ਕਲੀਅਰ ਹੁੰਦਾ, ਫਿਰ ਬਹੁਤ ਸਾਰੇ ਪੇਪਰ ਕਲੀਅਰ ਹੁੰਦੇ ਆ। ਸੀ ਆਨਸਰ ਹੈ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਐਨ ਇਨਗਰੀਡੀਐਂਟ ਆਫ ਪਬਲਿਕ ਕੀ ਇਨਕ੍ਰਿਪਸ਼ਨ। ਪਬਲਿਕ ਕੀ ਪਿੱਛੇ ਜੇ ਆਪਾਂ ਪੜ੍ਹ ਕੇ ਆਏ ਸੀਗੇ, ਪ੍ਰਾਈਵੇਟ ਕੀ, ਸਿਮੈਟ੍ਰਿਕ ਕੀ ਦੇ ਇਨਕ੍ਰਿਪਸ਼ਨ ਦੇ ਇਨਗਰੀਡੀਐਂਟ ਕੀ ਸੀਗੇ, ਹਨਾ। ਪਹਿਲਾ ਸਵਾਲ ਸੀ, ਮੈਂ ਦਿਖਾ ਰਿਹਾ ਸ਼ਾਇਦ। ਵਿਚ ਆਫ ਦੀ ਫੋਲੋਇੰਗ ਨਾਟ ਇਨਗਰੀਡੀਐਂਟ ਆਫ ਸਿਮੈਟ੍ਰਿਕ। ਇਨਗਰੀਡੀਐਂਟ ਸਿਮੈਟ੍ਰਿਕ ਦੇ ਇਨਗਰੀਡੀਐਂਟ ਕਿਹੜੇ ਨਹੀਂ ਸੀ? ਪਲੇਨ ਟੈਕਸਟ ਹੈਗਾ ਸੀ, ਡੀਕ੍ਰਿਪਸ਼ਨ ਸੀਗਾ, ਇਨਕ੍ਰਿਪਸ਼ਨ ਸੀਗਾ। ਇਹ ਵਾਲਾ ਆਨਸਰ ਸੀ। ਤਾਂ ਹੁਣ ਉਹਨੇ ਪੁੱਛਿਆ ਦੂਜਾ ਹੈਗਾ, ਦੇਖੋ ਫੋਲੋਇੰਗ ਇਜ਼ ਐਨ ਇਨਗਰੀਡੀਐਂਟ ਆਫ ਪਬਲਿਕ ਕੀ, ਕਿਹੜੇ ਕਹਿੰਦਾ ਹੈਗੇ ਨੇ। ਹੁਣ ਪੁੱਛਿਆ ਹੈਗਾ ਤਾਂ ਪਲੇਨ ਟੈਕਸਟ ਤਾਂ ਹੁੰਦਾ ਹੀ ਹੈ, ਪਬਲਿਕ ਤੇ ਪ੍ਰਾਈਵੇਟ ਵੀ ਹੁੰਦਾ, ਡੀਕ੍ਰਿਪਟ ਵੀ ਹੁੰਦਾ ਰਿਸੀਵਰ ਸਾਈਡ ਤੇ। ਤਾਂ ਫਿਰ ਆਨਸਰ ਇਹਦਾ ਮਿੱਤਰੋ ਇਹ ਹੋ ਗਿਆ। ਠੀਕ ਹੈ, ਕਨਸੈਪਟ ਬਿਲਡ ਕੀਤਾ, ਨਾਲ ਦੀ ਨਾਲ ਸਵਾਲ ਕਹਿ ਲਓ ਵੀ ਲੈਸ ਦੈਨ 5 ਸੈਕਿੰਡ ਤੋਂ ਸਵਾਲ, 5 ਤੇ ਚਲੋ 10 ਲੱਗੇ ਹੋਣਗੇ, ਲੈਸ ਦੈਨ 10 ਸੈਕਿੰਡ ਦੇ ਵਿੱਚ ਸਵਾਲ ਤੁਹਾਡਾ ਸੋਲਵ ਹੋ ਗਿਆ। ਇਨਗਰੀਡੀਐਂਟ ਆਫ ਪਬਲਿਕ ਕੀ ਮੈਂ ਵੈਸੇ ਦੱਸ ਦਿੰਦਾ। ਪਬਲਿਕ ਕੀ ਹੁੰਦੀ ਹੈ, ਇੱਕ ਉਹਦੇ ਚ ਪ੍ਰਾਈਵੇਟ ਕੀ ਹੁੰਦੀ ਹੈ ਵੀ ਆਪਾਂ ਨੂੰ ਪਤਾ ਹੈ। ਇਨਕ੍ਰਿਪਸ਼ਨ ਐਲਗੋਰਿਥਮ ਹੁੰਦਾ, ਇਹ ਅੱਗੇ ਆਪਾਂ ਪੜਾਂਗੇ, ਲੈਵਲ 3 ਚ ਪੜਾਉਂਗਾ। ਆਰਐਸਏ ਦੀ ਇੱਥੇ ਯਾਰ ਇੱਕ ਵਾਰੀ ਉਹ ਪੜ੍ਹ ਲਓ, ਵੈਸੇ ਤਾਂ ਬੰਦਿਆਂ ਦੇ ਨਾਮ ਨਹੀਂ ਪੁੱਛਦਾ ਨਹੀਂ, ਪਰ ਫਿਰ ਵੀ ਐਬਰੀਵੇਸ਼ਨ ਪੜ੍ਹਦੀਆਂ ਪੜ੍ਹ ਲਓ। ਡਾਇਵਰਸਟ ਸ਼ਮੀਰ ਤੇ ਐਂਡਲੇਮੈਨ ਹੀ ਬਣਿਆ ਨਾ, ਐਡਲੇਮੈਨ। ਹਾਂ, ਇੰਗਲਿਸ਼ ਥੋੜੀ ਆਪਣੀ ਥੋੜੀ ਸਟਰੋਂਗ ਆ, ਹਾਈ ਫਾਈ ਇੰਗਲਿਸ਼ ਆਪਣੀ, ਤੇ ਚੈੱਕ ਕਰ ਲਿਓ ਐਡਲੇਮੈਨ, ਹੈ ਨਾ। ਤੀਸਰਾ ਹੈਗਾ ਈਸੀਸੀ, ਇਲਿਪਟਿਕ ਕਰਵ ਕ੍ਰਿਪਟੋਗ੍ਰਾਫੀ। ਇਹ ਦੋ ਐਲਗੋਰਿਥਮ ਨੇ ਜਿਹੜੇ ਕਿ ਇਨਕ੍ਰਿਪਸ਼ਨ ਐਲਗੋਰਿਥਮ ਦੇ ਲਈ ਵਰਤੇ ਜਾਂਦੇ। ਡਿਫੀ ਹਿਲਮਨ ਵੀ ਅੱਗੇ ਪੜਾਉਂਗਾ। ਅਗਲਾ ਸਵਾਲ, ਇਹ ਦੋ ਹੀ ਸੀਗੇ, ਹਾਂ, ਇਸ ਦੇ ਹਿਸਾਬ ਨਾਲ ਦੱਸੇ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ, ਗੋਲਾ ਮਾਰਾਂਗੇ, ਰਿਗਾਰਡਿੰਗ ਦੀ ਏਸਿਮੈਟ੍ਰਿਕ ਇਨਕ੍ਰਿਪਸ਼ਨ ਸਿਸਟਮ। ਏਸਿਮੈਟ੍ਰਿਕ ਦੇ ਰਿਗਾਰਡਿੰਗ ਕਿਹੜੇ ਠੀਕ ਨੇ? ਕਹਿੰਦਾ ਵਨ ਐਲਗੋਰਿਥਮ ਯੂਜ਼ਡ ਫॉर ਇਨਕ੍ਰਿਪਸ਼ਨ ਐਂਡ ਡੀਕ੍ਰਿਪਸ਼ਨ ਵਿਦ ਅ ਪੇਅਰ ਆਫ ਕੀ। ਇੱਕ ਐਲਗੋਰਿਥਮ ਵਰਤਿਆ ਜਾਂਦਾ ਜਿਹਦੇ ਵਿੱਚ ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਹੁੰਦੀ ਹੈ, ਜਿਹਦੇ ਵਿੱਚ ਪੇਅਰ ਆਫ ਕੀਜ਼ ਹੁੰਦੀਆਂ ਨੇ, ਵਨ ਫॉर ਇਨਕ੍ਰਿਪਸ਼ਨ ਤੇ ਵਨ ਫॉर ਡੀਕ੍ਰਿਪਸ਼ਨ। ਇਹ ਪੜ੍ਹ ਕੇ ਆਏ ਆਪਾਂ ਵੀ ਏਸਿਮੈਟ੍ਰਿਕ ਦੇ ਵਿੱਚ ਕਿੰਨੀਆਂ ਚਾਬੀਆਂ ਹੁੰਦੀਆਂ ਨੇ। ਤੁਸੀਂ ਲੈਵਲ ਚੈੱਕ ਕਰੋ, ਦੇਖੋ 23 ਅਗਸਤ ਕਿੰਨੇ ਸਵਾਲ ਹੁਣ ਤੱਕ ਸਾਰੇ ਸਬ ਇੰਸਪੈਕਟਰ ਦੇ ਆਏ ਹੋਏ ਨੇ ਇਹਦੇ ਚੋਂ, ਹਨਾ। ਤਾਂ ਹੀ ਮੈਂ ਕਹਿਣਾ ਵੀ ਬਹੁਤ ਹੀ ਜ਼ਬਰਦਸਤ ਟੌਪਿਕ ਹੈ ਇਹ। ਏਸਿਮੈਟ੍ਰਿਕ ਇਨਕ੍ਰਿਪਸ਼ਨ ਦੇ ਵਿੱਚ ਪੇਅਰ ਆਫ ਕੀ ਹੁੰਦੀਆਂ ਨੇ, ਪੜ੍ਹ ਕੇ ਆਏ ਆ। ਦ ਸੈਂਡਰ ਐਂਡ ਰਿਸੀਵਰ ਮਸਟ ਹੈਵ ਵਨ ਆਫ ਦੀ ਮੈਚਡ ਪੇਅਰ ਕੀ, ਨਾਟ ਸੇਮ ਵਨ। ਸੈਂਡਰ ਤੇ ਰਿਸੀਵਰ ਦੇ ਕੋਲੇ ਕਹਿੰਦਾ ਇੱਕ ਹੋਣੀ ਚਾਹੀਦੀ ਆ ਦੋਨਾਂ ਚੋਂ, ਵਨ ਆਫ ਦੀ ਮੈਚਡ ਪੇਅਰ ਕੀ। ਸੈਂਡਰ ਐਂਡ ਰਿਸੀਵਰ ਨਹੀਂ ਹੋਣਾ ਸੀ ਇੱਥੇ, ਦ ਸੈਂਡਰ ਐਂਡ ਰਿਸੀਵਰ ਮਸਟ ਹੈਵ। ਸੈਂਡਰ ਦੇ ਕੋਲੇ ਤਾਂ ਦੋਨੋਂ ਹੀ ਹੋਣਗੀਆਂ, ਆਪਾਂ ਪੜ੍ਹ ਕੇ ਆਏ ਆ, ਪਬਲਿਕ ਤੇ ਪ੍ਰਾਈਵੇਟ। ਬਟ ਰਿਸੀਵਰ ਕੋਲੇ ਪਬਲਿਕ ਹੋਣੀ ਚਾਹੀਦੀ, ਤਾਂ ਹੀ ਉਹਦੀ ਪਬਲਿਕ ਕੀ ਦੇ ਨਾਲ ਇਨਕ੍ਰਿਪਸ਼ਨ ਕਰਕੇ ਸੈਂਡਰ ਨੂੰ ਭੇਜੂਗਾ, ਤੇ ਸੈਂਡਰ ਆਪਦੀ ਪ੍ਰਾਈਵੇਟ ਕੀ ਦੇ ਨਾਲ ਉਹਨੂੰ ਕੀ ਕਰ ਦੂਗਾ, ਡੀਕ੍ਰਿਪਟ ਕਰ ਦੂਗਾ। ਤਾਂ ਗੱਲਾਂ ਮਿੱਤਰੋ ਦੋਨੋਂ ਹੀ ਠੀਕ ਨੇ, ਤਾਂ ਆਨਸਰ ਫਿਰ ਇਹਦਾ ਬੀ ਬਣਦਾ, ਬੋਥ 1 and 2। ਕਲੀਅਰ ਹੋ ਗਿਆ ਹੁਣ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਪੇਅਰ ਆਫ ਐਲਗੋਰਿਥਮ ਟਾਈਪ ਇਜ਼ ਕਰੈਕਟ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਪੇਅਰ ਆਫ ਐਲਗੋਰਿਥਮ ਹੈ ਜਿਹੜਾ ਕਰੈਕਟ ਹੈ? ਆਰਐਸਏ ਕਹਿੰਦਾ ਸਿਮੈਟ੍ਰਿਕ ਹੈ, ਡੀਐਸ ਏਸਿਮੈਟ੍ਰਿਕ ਹੈ। ਸੋ ਪਹਿਲਾਂ ਆਪਾਂ ਇਹ ਤਾਂ ਪੜ੍ਹ ਲਿਆ ਵੀ ਸਿਮੈਟ੍ਰਿਕ ਕੀ ਤੇ ਏਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਹੈਗੀ ਕੀ ਹੈ, ਉਹਦੇ ਚ ਕਿੰਨੀਆਂ ਕਿੰਨੀਆਂ ਚਾਬੀਆਂ ਹੁੰਦੀਆਂ ਨੇ। ਆਪਾਂ ਇਹ ਗੱਲ ਨਹੀਂ ਪੜ੍ਹੀ ਵੀ ਸਿਮੈਟ੍ਰਿਕ ਕੀ ਦੇ ਵਿੱਚ ਕਿਹੜੇ ਕਿਹੜੇ ਐਲਗੋਰਿਥਮ ਆਉਂਦੇ ਨੇ, ਏਸਿਮੈਟ੍ਰਿਕ ਕੀ ਦੇ ਵਿੱਚ ਕਿਹੜੇ ਕਿਹੜੇ ਐਲਗੋਰਿਥਮ ਨੇ। ਆ ਜਾਓ ਫਿਰ ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਦੇ ਵਿੱਚ ਪਹਿਲਾਂ ਨੰਬਰ ਆਫ ਕੀ ਦੀ ਗੱਲ ਕਰੀਏ। ਸਿਮੈਟ੍ਰਿਕ ਕੀ ਇਨਕ੍ਰਿਪਸ਼ਨ ਦੇ ਵਿੱਚ ਇਹਦੇ ਵਿੱਚ ਇੱਕ ਚਾਬੀ ਵਰਤੀ ਜਾਂਦੀ ਹੈ, ਇੱਥੇ ਦੋ ਚਾਬੀਆਂ ਵਰਤੀਆਂ ਜਾਂਦੀਆਂ ਨੇ, ਪਬਲਿਕ ਤੇ ਇੱਕ ਪ੍ਰਾਈਵੇਟ। ਪਬਲਿਕ ਹੁੰਦੀ ਹੈ ਇਨਕ੍ਰਿਪਸ਼ਨ ਦੇ ਲਈ ਤੇ ਪ੍ਰਾਈਵੇਟ ਹੁੰਦੀ ਹੈ ਡੀਕ੍ਰਿਪਸ਼ਨ ਦੇ ਲਈ। ਕਲੀਅਰ ਹੋਈ ਗੱਲ। ਇੱਥੇ ਸੀਕ੍ਰੇਟ ਕੀ ਹੁੰਦੀ ਹੈ ਇਹ। ਤਾਂ ਹੁਣ ਐਲਗੋਰਿਥਮ ਦੇਖੋ, RC4 AES DES ਟ੍ਰਿਪਲ ਡੈਸ਼ ਕੁਆਡ, ਇਹ ਹੁੰਦੇ ਨੇ ਸਿਮੈਟ੍ਰਿਕ ਦੇ ਵਿੱਚ। ਆਪਾਂ ਯਾਦ ਹੀ ਕਰਨੇ ਪੈਣਗੇ, ਹੋਰ ਕੋਈ ਇਹਦਾ ਜਾਦੂ ਮੰਤਰ ਟੂਣਾ ਨਹੀਂ ਹੈਗਾ। ਏਸਿਮੈਟ੍ਰਿਕ ਦੇ ਵਿੱਚ RSA ਡਿਫੀ ਹਿਲਮਨ ECC ਇੱਕ ਦੋ ਹੋਰ ਹੁੰਦੇ ਨੇ, ਜਿਵੇਂ ਇਹਦੀਆਂ ਐਬਰੀਵੇਸ਼ਨਾਂ ਪੜ੍ਹ ਲੈਂਦੇ ਆ। RC ਬੰਦੇ ਦਾ ਨਾਮ ਹੀ ਹੈ, ਰਾਈਵਸਟ ਸੈਫਰ, ਉਹ ਸਾਈਫਰ 4 ਚੌਥਾ ਵਰਜਨ ਹੈ ਇਹਦਾ। AES ਹੈਗਾ ਐਡਵਾਂਸਡ ਇਨਕ੍ਰਿਪਸ਼ਨ ਸਟੈਂਡਰਡ, ਇਹ ਤੀਜੇ ਲੈਵਲ 'ਚ ਦੱਸੂਗਾ ਮੈਂ। ਐਡਵਾਂਸਡ ਇਹਦੇ 'ਚ ਰਾਉਂਡ ਪੁੱਛ ਲੈਂਦਾ ਵੀ ਇਹਦੇ 'ਚ ਕਿੰਨੇ ਰਾਉਂਡ ਨੇ, ਹਨਾ। AES ਹੁੰਦਾ ਐਡਵਾਂਸਡ ਇਨਕ੍ਰਿਪਸ਼ਨ ਸਟੈਂਡਰਡ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਬਰੀਵੇਸ਼ਨ ਪੁੱਛ ਸਕਦਾ ਹੈ। DES ਦੀ ਵੀ ਐਬਰੀਵੇਸ਼ਨ ਇੰਪੋਰਟੈਂਟ ਹੈ ਕਿ ਡੇਟਾ ਇਨਕ੍ਰਿਪਸ਼ਨ ਸਟੈਂਡਰਡ। ਟ੍ਰਿਪਲ ਡੈਸ਼ ਇਹ 3 ਵਾਰੀ ਵਰਤਿਆ ਜਾਂਦਾ, ਪਹਿਲਾਂ ਇਨਕ੍ਰਿਪਸ਼ਨ, ਫਿਰ ਡੀਕ੍ਰਿਪਸ਼ਨ, ਫਿਰ ਇਨਕ੍ਰਿਪਸ਼ਨ। ਟ੍ਰਿਪਲ ਡੈਸ਼ ਇਸ ਤਰੀਕੇ ਨਾਲ ਕੰਮ ਕਰਦਾ, ਠੀਕ ਆ।
ਅੱਗੇ RSA ਬੰਦਿਆਂ ਦੇ ਨਾਮ ਤੇ ਪੜ੍ਹੇ ਹੋਏ ਸੀ ਪਰ ਰਾਇਵਸਟ ਸ਼ਮੀਰ ਤੇ ਐਡਲੇਮੈਨ। ECC ਹੈਗਾ ਇਲਿਪਟਿਕ ਕਰਵ ਕ੍ਰਿਪਟੋਗ੍ਰਾਫੀ। DSA ਨਹੀਂ ਇੱਥੇ ਲਿਖਿਆ ਹੋਇਆ, DSA ਵੀ ਲਿਖ ਲਓ। ਡਿਜੀਟਲ ਸਿਗਨੇਚਰ ਐਲਗੋਰਿਥਮ ਪਹਿਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੀ ਸੀ ਵੀ DSS ਹੈ ਜਿਹੜੇ ਉਹ 1991 ਦੇ ਵਿੱਚ ਕਹਿ ਲਓ ਵੀ ਪ੍ਰਪੋਜ਼ ਕੀਤੇ ਸੀ ਤੇ 1994 ਦੇ ਵਿੱਚ ਉਹ ਐਕਸੈਪਟ ਹੋ ਗਏ ਸੀ ਐਜ਼ ਏ ਨਿਸਟ। ਜੇ ਤੁਹਾਨੂੰ ਯਾਦ ਹੋਵੇ ਨੈਸ਼ਨਲ ਪਤਾ ਨਹੀਂ, ਇਹ ਮੈਨੂੰ ਯਾਦ ਨਹੀਂ, ਨਿਸਟ 91 ਚ ਪ੍ਰਪੋਜ਼ ਕੀਤੇ, ਸਵਾਲ ਆਇਆ ਹੋਇਆ। ਤਾਂ ਇਹ ਐਲਗੋਰਿਥਮ ਆਪਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਦਾ ਪਤਾ ਹੋਣਾ ਚਾਹੀਦਾ। AES ਡੈਸ਼ ਟ੍ਰਿਪਲ ਡੈਸ਼ ਕੁਆਡ ਤੇ RC4 RSA ਡਿਫੀ ਹਿਲਮਨ DSA RSA DSA ਯਾਦ ਰੱਖਿਓ ਇੱਕੋ ਜਿਹੇ ਬਣ ਗਏ RSA DSA ਡਿਫੀ ਹਿਲਮਨ ਤੇ ਟ੍ਰਿਪਲ EEC ਸੌਰੀ। ਠੀਕ ਹੈ, ਤੋ ਸਵਾਲ ਦੇਖਦੇ ਆਪਾਂ RSA ਤੇ DSA ਇਹ ਏਸਿਮੈਟ੍ਰਿਕ ਹੈ, ਸਿਮੈਟ੍ਰਿਕ ਨਹੀਂ ਹੈ, ਗਲਤ ਹੋ ਗਿਆ। ਡੈਸ ਜਿਹੜਾ ਹੈਗਾ ਇਹ ਸਿਮੈਟ੍ਰਿਕ ਹੈ, ਦੋਨੋਂ ਹੀ ਗਲਤ ਨੇ। ਤਾਂ ਨਾਈਦਰ 1 ਤੇ ਨੌਰ 2 ਐ ਚਕਾਈ ਦੀਆਂ ਛਾਲਾਂ। ਜੇਕਰ ਥਿਊਰੀ ਬਣ ਜੇ ਸਮਝ ਆ ਜੇ ਕਨਸੈਪਟ ਫਿਰ ਗਰਦ ਨਿਕਲਦੀ ਹੈ। ਠੀਕ ਹੈ, ਚਲੋ ਅਗਲਾ ਸਵਾਲ ਆ ਗਿਆ। ਡੈਸ਼ ਹੁਣ ਗਲਾ ਵੀ ਕਹਿੰਦਾ ਜਵਾਬ ਦੇਈ ਬੈਠਾ ਜਮਾ। ਡੈਸ਼ ਆਰ ਦੀ ਸਾਈਬਰ ਸਿਕਿਉਰਿਟੀ ਟਰਮੀਨੋਲੋਜੀਜ਼, ਕਹਿੰਦਾ ਹੇਠ ਲਿਖੀਆਂ ਸਾਈਬਰ ਸਿਕਿਉਰਿਟੀ ਟਰਮੀਨੋਲੋਜੀਜ਼ ਕਿਹੜੀਆਂ ਨੇ ਜੋ ਸਾਈਬਰ ਸਿਕਿਉਰਿਟੀ ਦੇ ਵਿੱਚ ਟਰਮੀਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਨੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਇੱਕ ਸਵਾਲ ਉਹ ਐ ਪੁੱਛ ਲੈਂਦਾ ਹੈ ਵੀ ਹੇਠ ਲਿਖੀਆਂ ਟਰਮਾਂ ਜਿਹੜੀਆਂ ਨੇ ਸਾਈਬਰ ਸਿਕਿਉਰਿਟੀ ਦੇ ਨਾਲ ਰਿਲੇਟ ਕਰਦੀਆਂ ਨੇ ਕਿ ਨਹੀਂ ਕਰਦੀਆਂ। ਬਹੁਤ ਸਾਰੀਆਂ ਤੁਹਾਨੂੰ ਦੱਸ ਚੁੱਕਿਆ, ਜਿਵੇਂ ਇਨਕ੍ਰਿਪਸ਼ਨ, ਡੀਕ੍ਰਿਪਸ਼ਨ, ਸਕ੍ਰੈਂਬਲਿੰਗ ਵੀ ਬੋਲ ਦਿੰਦਾ, ਕ੍ਰਿਪਟੋਗ੍ਰਾਫੀ, ਕ੍ਰਿਪਟੋਲੋਜੀ, ਕ੍ਰਿਪਟ ਐਨਾਲਿਸਿਸ। ਇੱਕ ਉਹਦੇ ਨਾਲ ਲੱਗਦੀ ਹੋਰ ਦੱਸ ਦਿੰਦਾ ਵਾਟਰ ਮਾਰਕਿੰਗ। ਵਾਟਰ ਮਾਰਕਿੰਗ ਹੁੰਦਾ ਵਾਟਰ ਮਾਰਕਿੰਗ ਹੁੰਦਾ ਜਿਵੇਂ PDF ਦੇ ਪਿੱਛੇ ਨਹੀਂ ਲੱਗਿਆ ਹੁੰਦਾ ਵਾਟਰ ਮਾਰਕ ਲੱਗਿਆ ਹੁੰਦਾ, ਉਹ ਵੀ ਸਿਕਿਉਰਿਟੀ ਦੇ ਲਈ ਵਰਤੀ ਜਾਂਦੀ ਟਰਮ ਹੈ। ਹੁਣ ਮੈਂ ਬੱਚਿਆਂ ਨੂੰ PDF ਸ਼ੇਅਰ ਕਰਦਾ ਤਾਂ ਆਪਾਂ ਲੋਗੋ ਲਾ ਹੀ ਦਿੰਦੇ ਆਪਣਾ, ਕਿਉਂਕਿ ਅੱਜ ਕੱਲ ਦੁਨੀਆ ਦੇ ਵਿੱਚ ਲੋਕ ਫਰੀ ਦੀਆਂ ਚੀਜ਼ਾਂ ਭਾਲ ਕੇ ਉਹਨਾਂ ਤੋਂ ਫਰੀ ਦੀ ਪਬਲਿਸਿਟੀ ਹਰ ਬੰਦਾ ਚਾਹੁੰਦਾ ਵੀ ਅਸੀਂ ਦੂਜਿਆਂ ਦੀਆਂ ਚੀਜ਼ਾਂ ਵਰਤ ਕੇ ਫੇਮਸ ਹੋ ਜਾਈਏ। ਆਪਾਂ ਇਹ ਕੰਮ ਨਹੀਂ ਕਰਦੇ, ਸਾਰਾ ਕੰਮ ਅਥੈਂਟਿਕ ਹੈ ਆਪਣਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ। ਤੇ ਜਿਹੜੇ ਬੰਦੇ ਕਰਦੇ ਨੇ ਉਹਨੂੰ ਤੁਸੀਂ ਰੋਕ ਸਕਦੇ ਹੋ ਜਾਂ ਸਾਨੂੰ ਦੱਸੋ। ਵੈਸੇ ਤਾਂ ਆਪਾਂ ਤਾਂ ਕੀ ਕਹਿਣਾ, ਚਲੋ ਪਤਾ ਤਾਂ ਲੱਗ ਜਾਂਦਾ ਵੀ ਬੰਦਾ, ਉਹ ਬੰਦੇ ਦਾ ਸਟੈਂਡਰਡ ਪਤਾ ਲੱਗ ਜਾਂਦਾ, ਲੈਵਲ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਹੋ ਜਿਹਾ ਕੰਮ ਕਰ ਰਿਹਾ ਹਨਾ। ਸੋ ਜ਼ਿਆਦਾਤਰ ਤਾਂ ਦੇਖੋ ਇਹੀ ਚੱਲਦੀਆਂ ਨੇ ਚੀਜ਼ਾਂ। ਸੋ ਵਾਟਰ ਮਾਰਕਿੰਗ ਸਿਕਿਉਰਿਟੀ ਲਈ ਵਰਤਿਆ ਜਾਂਦਾ। ਇੱਕ ਸਟੈਗਨੋਗ੍ਰਾਫੀ STAGNOGRAPHY ਵੀ ਬਹੁਤ ਇੰਪੋਰਟੈਂਟ ਟਰਮ ਆ। ਸਟੈਗਨੋ ਬਣ ਗਿਆ ਨਾ, STAGNOGRAPHY ਸਟੈਗਨੋਗ੍ਰਾਫੀ ਉਹ ਵਾਲੀ ਟੈਕਨੀਕ ਹੁੰਦੀ ਹੈ ਜਿਹਦੇ ਵਿੱਚ ਇੱਕ ਇਮੇਜ ਦੇ ਵਿੱਚ ਦੂਜੀ ਇਮੇਜ ਦਾ ਡਾਟਾ ਅਸੀਂ ਇੰਬੈਡ ਕਰ ਸਕਦੇ ਹਾਂ ਸਿਕਿਉਰਿਟੀ ਪਰਪਸ ਵਾਸਤੇ, ਜਾਂ ਇੱਕ ਵੀਡੀਓ ਦੇ ਵਿੱਚ ਦੂਜੀ ਵੀਡੀਓ ਦਾ ਡਾਟਾ, ਜਾਂ ਇੱਕ ਵੀਡੀਓ ਦੇ ਵਿੱਚ ਟੈਕਸਟ, ਇੱਕ ਵੀਡੀਓ ਦੇ ਵਿੱਚ ਇਮੇਜ। ਮੰਨ ਲਓ ਜਿਵੇਂ ਹੁਣ ਪੁਰਾਣੇ ਤੁਸੀਂ ਉਹ ਨਹੀਂ ਸੀਰੀਅਲ ਜਾਂਦਾ ਉਹਦੇ ਹੱਥ ਤੇ ਉਹ ਮਿਸ਼ਨ ਤੇ ਹੁੰਦਾ 10-12 ਉਹਨਾਂ ਨੇ ਦਰਵਾਜ਼ੇ ਜੇ ਲੱਭਣੇ ਹੁੰਦੇ, ਚਾਬੀਆਂ ਜਿਹੀਆਂ ਲੱਭਣੀਆਂ ਹੁੰਦੀਆਂ ਨੇ। ਉਹ ਰਸਤੇ ਦੇ ਵਿੱਚ ਉਹਨਾਂ ਨੂੰ ਕਿਤੇ ਮੈਪ ਜਿਹਾ ਦਿਖ ਜਾਂਦਾ, ਪਹਿਲਾਂ ਉਹ ਦੇਖੀ ਜਾਂਦੇ ਆ, ਸਿੱਧਾ ਦਿਖਦਾ ਨਹੀਂ। ਜਦੋਂ ਉਹ ਟੇਢਾ ਕਰਕੇ ਦੇਖਦੇ ਆ ਉਹ ਮੈਪ ਤੇ ਉਹਨਾਂ ਨੂੰ ਸਾਰਾ ਕੁਝ ਬਣਿਆ ਬਣਾਇਆ ਦਿਖ ਜਾਂਦਾ ਵੀ ਉਹ ਦਰਵਾਜ਼ੇ ਚੋਂ ਨਿਕਲਣ ਦਾ ਰਸਤਾ ਮਿਲ ਜਾਂਦਾ। ਤਾਂ ਉਹ ਦੇਖਣ ਦੇ ਵਿੱਚ ਬੰਦੇ ਨੂੰ ਫੋਟੋ ਜਿਹੜੀ ਲੱਗਦੀ ਹੋਵੇ ਉਹਦੇ ਵਿੱਚ ਇਨਫੋਰਮੇਸ਼ਨ ਨੂੰ ਇੰਬੈਡ ਕਰ ਦੇਣਾ, ਤਾਂ ਕਰਕੇ ਹਰੇਕ ਬੰਦੇ ਨੂੰ ਨਾ ਦਿਖੇ, ਸਿਰਫ ਜਿਹੜੇ ਨੂੰ ਨੌਲੇਜ ਹੈ ਉਹੀ ਬੰਦੇ ਨੂੰ ਪਤਾ ਲੱਗ ਸਕੇ। ਤਾਂ ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਸਟੈਗਨੋਗ੍ਰਾਫੀ। ਸਟੈਗਨੋਗ੍ਰਾਫੀ ਵੀ ਇੱਕ ਸਿਕਿਉਰਿਟੀ ਰਿਲੇਟਡ ਟਰਮੀਨੋਲੋਜੀ ਹੈ, ਸਾਈਬਰ ਸਿਕਿਉਰਿਟੀ ਰਿਲੇਟਡ, ਯਾਦ ਰੱਖਣਾ। ਡੋਮੇਨ, IP ਐਡਰੈਸ, VPN ਤੇ ਬ੍ਰੀਚ, ਇਹ ਸਾਰੀਆਂ ਟਰਮਾਂ ਨੇ, ਮੈਂ ਕਲੀਆਂ ਕਰਕੇ ਤੁਹਾਨੂੰ ਦੱਸ ਦਿੰਦਾ। ਜਿਵੇਂ ਸਭ ਤੋਂ ਪਹਿਲੀ ਟਰਮ ਹੈ ਕਲਾਊਡ। ਇਹ ਟੈਕਨੋਲੋਜੀ that allows us to access our files or services through the internet from anywhere in the world। ਹੁਣ ਆਪਾਂ ਕਹਿੰਦੇ ਨਾ ਵੀ ਕਲਾਊਡ ਤੇ ਪਈ ਹੈ, ਤੁਸੀਂ ਗੂਗਲ ਡਰਾਈਵ ਦੇ ਵਿੱਚ ਆਪਣੀ ਇਨਫੋਰਮੇਸ਼ਨ ਰੱਖੋਗੇ, ਡੇਟਾ ਰੱਖੋਗੇ, ਤੁਹਾਡੀ ਇਨਫੋਰਮੇਸ਼ਨ ਜਿਵੇਂ ਫੋਟੋਜ਼ ਹੈ, ਫੋਟੋਜ਼ ਕਾਰਸ ਨੂੰ ਗੂਗਲ ਦੀ ਸਰਵਿਸ ਹੈ ਇੱਕ, ਫੋਟੋਜ਼ ਆਪਣਾ ਕਲਾਊਡ ਤੇ ਡੇਟਾ ਰੱਖਦਾ ਗੂਗਲ ਡਰਾਈਵ ਦੇ ਵਿੱਚ। ਜੇ ਤੁਹਾਡਾ ਫੋਨ ਡਿੱਗ ਵੀ ਪਿਆ, ਨਵਾਂ ਫੋਨ ਲਾਓਗੇ, ਉਹ ID ਭਰੋਗੇ ਫੋਟੋਜ਼ ਤੇ, ਸਾਰਾ ਤੁਹਾਡਾ ਡੇਟਾ ਆ ਜਾਊਗਾ। ਸਾਰੇ ਤੁਹਾਡੇ ਫੋਨ ਨੰਬਰ ਨੇ ਕਲਾਊਡ ਤੇ ਸਟੋਰ ਹੁੰਦੇ ਨੇ, ਉਹਨੂੰ ਅਸੀਂ ਕਲਾਊਡ ਬੋਲਦੇ ਹਾਂ। ਕਲਾਊਡ ਦਾ ਮਤਲਬ ਕਿਸੇ ਹੋਰ ਜਗ੍ਹਾ ਤੇ ਇਨਫੋਰਮੇਸ਼ਨ ਪਈ ਹੈ, ਆਨਲਾਈਨ ਪਈ ਹੈ, ਦੁਨੀਆ ਦੇ ਵਿੱਚ ਕਿਤੇ ਵੀ ਐਕਸੈਸ ਕਰ ਸਕਦੇ ਹੋ, ਉਹਨੂੰ ਕੀ ਬੋਲਦੇ ਆ, ਕਲਾਊਡ। ਅਗਲਾ ਹੈ ਡੋਮੇਨ। ਡੋਮੇਨ ਕੀ ਹੁੰਦਾ? ਸੈਟ ਆਫ ਕੰਪਿਊਟਰ ਪ੍ਰਿੰਟਰ ਡਿਵਾਈਸ ਜਿਹੜੇ ਬਹੁਤ ਸਾਰੇ ਇੰਟਰਕਨੈਕਟਡ ਤੇ ਗਵਰਨਡ ਐਜ਼ ਏ ਹੋਲ ਕਰਦੇ ਨੇ, ਉਹਨੂੰ ਆਪਾਂ ਡੋਮੇਨ ਬੋਲਦੇ ਹਾਂ। ਠੀਕ ਹੈ, ਅੱਗੇ ਹੈਗਾ VPN, ਇਹਦੀ ਐਬਰੀਵੇਸ਼ਨ ਪੁੱਛੀ ਜਾ ਸਕਦੀ ਹੈ, ਵਰਚੁਅਲ ਪ੍ਰਾਈਵੇਟ ਨੈਟਵਰਕ। ਇਹ ਕੀ ਹੈਗਾ? ਇਹ ਟੂਲ ਦੈਟ ਅਲਾਉ ਦੀ ਯੂਜ਼ਰ ਟੂ ਰਿਮੇਨ ਅਨੋਨਿਮਸ। ਅਨੋਨਿਮਸ ਹੁੰਦਾ ਵੀ ਬਿਨਾਂ ਆਇਡੈਂਟੀਟੀ ਤੋਂ, ਵੀ ਤੁਸੀਂ ਅਨੋਨਿਮਸ ਰਹਿਣ ਲਈ ਤੁਹਾਨੂੰ ਹੈਲਪ ਕਰਦਾ। ਵਾਈਲ ਯੂਜ਼ਿੰਗ ਦੀ ਇੰਟਰਨੈਟ ਬਾਈ ਮੇਕਿੰਗ ਦੀ ਲੋਕੇਸ਼ਨ ਐਂਡ
ਇਨਕ੍ਰਿਪਟਿੰਗ ਟ੍ਰੈਫਿਕ। ਇੱਕ ਸੈਂਡਰ ਤੋਂ ਰਿਸੀਵਰ ਦੇ ਵਿੱਚ ਇਹ ਟਨਲ ਪ੍ਰੋਵਾਈਡ ਕਰ ਦਿੰਦਾ। ਮੈਂ ਕਰਾ ਚੁੱਕਿਆ, ਮੈਨੂੰ ਯਾਦ ਹੈ, ਨਹੀਂ ਪਤਾ ਹੁਣ ਮੈਂ ਪਟਵਾਰੀ ਵਾਲੇ ਪੇਪਰ 'ਚ ਕਰਾਇਆ ਸੀ ਕਿ ਕਿੱਥੇ ਕਰਾਇਆ ਸੀ, ਬਹੁਤ ਡਿਟੇਲ 'ਚ ਕਰਾਇਆ। ਇਹ ਟਨਲ ਬਣਾ ਦਿੰਦਾ, ਇੱਕ ਟਨਲ ਦੇ ਵਿੱਚੋਂ ਤੁਸੀਂ ਡਾਟਾ ਇੱਕ ਦੂਜੇ ਨੂੰ ਭੇਜ ਸਕਦੇ ਹੋ ਤੇ ਤੁਹਾਨੂੰ ਅਨੈਨਿਮਸ ਰੱਖਦਾ, ਤੁਹਾਡੀ ਆਇਡੈਂਟੀਟੀ ਹਾਈਡ ਕਰਕੇ ਰੱਖਦਾ। ਬਹੁਤ ਸਾਰੀਆਂ ਵੈਬਸਾਈਟਾਂ ਨੇ ਜਿਹੜੀਆਂ, ਜਿਵੇਂ ਤੁਸੀਂ ਯੂਨੀਵਰਸਿਟੀ ਦੇ ਵਿੱਚ 9 ਤੋਂ 5 ਫੇਸਬੁੱਕ ਨੂੰ ਯੂਜ਼ ਕਰ ਸਕਦੇ, ਤੁਸੀਂ VPN ਚਲਾਓ, VPN ਦੇ ਨਾਲ ਤੁਸੀਂ ਅਨੋਨਿਮਸ ਵੀ ਹੋ ਜਾਓਗੇ ਤੇ ਤੁਸੀਂ ਫੇਸਬੁੱਕ ਵੀ ਕਹਿ ਲਓ ਵੀ ਸਾਈਟਾਂ ਵੀ ਯੂਜ਼ ਕਰ ਲਓਗੇ। ਹੋਰ ਸਾਈਟਾਂ ਵਾਸਤੇ ਨਹੀਂ ਯੂਜ਼ ਕਰਨਾ, ਪੁੱਠੀਆਂ ਸਿੱਧੀਆਂ ਸਾਈਟਾਂ ਵਾਸਤੇ ਵੀ ਲੋਕ ਚਲਾਈ ਜਾਂਦੇ VPN, ਹੈ ਨਾ। ਸੋ ਮੈਨੂੰ ਬੜਾ ਪੁੱਛਦੇ ਰਹੇ ਵੀ ਆਹ ਚਲਾਉਣੀ ਹੈ ਜੀ, ਸੋ ਇਹਦੇ ਲਈ VPN ਦੱਸੋ ਕਿਹੜਾ ਹੋਊਗਾ, ਹੈ ਨਾ। ਸੋ ਇਹ ਕੰਮ ਨਹੀਂ ਕਰਨੇ ਪੁੱਠੇ ਸਿੱਧੇ। IP ਐਡਰੈਸ ਤੁਹਾਨੂੰ ਪਤਾ ਹੀ ਹੁੰਦਾ, ਇੱਕ ਕੰਪਿਊਟਰ ਦਾ ਐਡਰੈਸ, ਜਿਹੜਾ ਇੱਕ ਕੰਪਿਊਟਰ ਨੂੰ ਮੈਂ ਚੰਗੀ ਤਰ੍ਹਾਂ ਦੱਸ ਚੁੱਕਿਆ, ਪੂਰੀ ਦੁਨੀਆ ਦੇ ਵਿੱਚ ਯੂਨੀਕਲੀ ਆਇਡੈਂਟੀਫਾਈ ਕਰਦਾ, ਜਿਹੜਾ ਗਲੋਬਲੀ ਯੂਨੀਕ ਹੁੰਦਾ, ਇਹ IP ਐਡਰੈਸ ਹੁੰਦਾ ਕੰਪਿਊਟਰ ਦੇ ਲਈ, ਹੈ ਨਾ। ਇਹ ਵੀ ਸਿਕਿਉਰਿਟੀ ਦੇ ਲਈ ਜ਼ਰੂਰੀ ਆ। ਜੇ ਬੰਦਾ ਤੁਹਾਡਾ IP ਐਡਰੈਸ ਲੱਭ ਲੂਗਾ ਤਾਂ ਤੁਹਾਨੂੰ ਹੈਕ ਕਰ ਸਕਦਾ। ਜ਼ਰੂਰੀ ਨਹੀਂ ਵੀ IP ਵਾਲਾ ਕਰੂਗਾ ਹੀ ਕਰੂਗਾ, ਪਰ ਜਿਹੜੇ ਬੰਦੇ ਨੇ ਤੁਹਾਡੇ ਤੇ ਅਟੈਕ ਲਾਂਚ ਕਰਨਾ, ਉਹਨੂੰ ਤੁਹਾਡਾ IP ਐਡਰੈਸ ਪਹਿਲਾਂ ਲੱਭਣਾ ਪਊਗਾ। ਜਾਂ ਮੈਂ ਤੁਹਾਡੇ ਘਰੇ ਅਟੈਕ ਕਰਨਾ ਤਾਂ ਪਹਿਲਾਂ ਮੈਨੂੰ ਘਰ ਦਾ ਐਡਰੈਸ ਪਤਾ ਹੋਣਾ ਚਾਹੀਦਾ ਨਾ। ਤਾਂ ਉਵੇਂ ਹੀ ਜਿਹੜੇ ਕੰਪਿਊਟਰ ਤੇ ਤੁਹਾਡੇ ਕੋਲੇ ਜਾਂ ਫੋਨ ਤੇ ਨੈਟ ਚੱਲ ਰਿਹਾ, ਜਿਹਦੇ ਮੈਂ ਅਟੈਕ ਕਰਨਾ, ਤਾਂ ਮੈਨੂੰ IP ਐਡਰੈਸ ਪਹਿਲਾਂ ਲੱਭਣਾ ਪਊਗਾ। ਅੱਗੇ ਆ ਗਿਆ ਜੀ ਵਲਨਰੇਬਿਲਟੀਜ਼। ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਵਲਨਰੇਬਿਲਟੀਜ਼ ਰੈਫਰਸ ਟੂ ਅ ਫਲਾ ਇਨ ਸਿਸਟਮ ਦੈਟ ਕੈਨ ਲੀਵ ਇਟ ਓਪਨ ਟੂ ਅਟੈਕ। ਜਿਹੜਾ ਰਸਤਾ ਛੱਡਦਾ, ਜਿਵੇਂ ਸਿੱਧੂ ਮੂਸੇ ਵਾਲੇ ਤੇ ਕਹਿੰਦਾ ਵੀ ਓਪਨ ਟੂ ਅਟੈਕ, ਵੀ ਸਿਕਿਉਰਿਟੀ ਹੈ ਨਹੀਂ ਤੇ ਓਪਨ ਟੂ ਅਟੈਕ। ਐਕਸਪਲੋਇਟ ਕਹਿੰਦਾ ਇਹ ਮਲੀਸ਼ੀਅਸ ਐਪਲੀਕੇਸ਼ਨ ਔਰ ਸਕ੍ਰਿਪਟ ਦੈਟ ਕੈਨ ਬੀ ਯੂਜ਼ ਟੂ ਟੇਕ ਐਡਵਾਂਟੇਜ ਆਫ ਕੰਪਿਊਟਰਸ ਵਲਨਰੇਬਿਲਟੀਜ਼। ਕਹਿੰਦਾ ਉਹ ਵਾਲੀ ਸਕ੍ਰਿਪਟ ਜਾਂ ਪ੍ਰੋਗਰਾਮ ਜਿਹੜਾ ਉਹ ਵਲਨਰੇਬਿਲਟੀਜ਼ ਦਾ ਯੂਜ਼ ਕਰਕੇ ਉਹਦਾ ਅਟੈਕ ਲਾਂਚ ਕਰ ਦਿੰਦਾ, ਜਾਂ ਐਡਵਾਂਟੇਜ ਲੈਣ ਦੇ ਵਿੱਚ ਹੈਲਪ ਕਰਦਾ। ਐਕਸਪਲੋਇਟ ਬ੍ਰੀਚ ਹੁੰਦਾ ਦੀ ਮੂਵਮੈਂਟ, ਉਹ ਵਾਲਾ ਸਮਾਂ ਹੈਕਰ ਸਕਸੈਸਫੁਲੀ ਐਕਸਪਲੋਇਟ ਇਹ ਵਲਨਰੇਬਿਲਟੀਜ਼ ਇਨ ਦਾ ਕੰਪਿਊਟਰ ਔਰ ਡਿਵਾਈਸ ਐਂਡ ਗੇਨ ਦੀ ਐਕਸੈਸ ਆਫ ਇਟਸ ਫਾਈਲ ਐਂਡ ਨੈਟਵਰਕ। ਜਿਵੇਂ ਜਦੋਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਬ੍ਰੀਚ ਹੋ ਗਈ, ਆਪਾਂ ਕਹਿ ਦਾਂਗੇ ਉਹਦੇ ਤੇ ਅਟੈਕ ਹੋ ਗਿਆ, ਜਦੋਂ ਹੀ ਉਹਨਾਂ ਨੇ ਵਲਨਰੇਬਿਲਟੀਜ਼ ਲੱਭ ਕੇ ਉਹਦੇ ਤੇ ਅਟੈਕ ਲਾਂਚ ਕਰਤਾ, ਆਪਾਂ ਕਹਿ ਦਾਂਗੇ ਉਹਦੀ ਸਿਕਿਉਰਿਟੀ ਬ੍ਰੀਚ ਹੋ ਗਈ। ਇਹ ਟਰਮਾਂ ਵਰਤੀਆਂ ਜਾਂਦੀਆਂ ਨੇ, ਹਨਾ। ਅੱਗੇ ਗਿਆ ਮਾਲਵੇਅਰ। ਮਾਲਵੇਅਰ ਦਾ ਮਤਲਬ ਹੁੰਦਾ ਮਲੇਸ਼ੀਅਸ ਸੌਫਟਵੇਅਰ ਦੀ ਬੈਡ ਗਾਈ, ਠੀਕ ਹੈ। ਅੱਗੇ ਹੋਇਆ ਫਾਇਰਵਾਲ। ਮੈਂ ਬਹੁਤ ਚੰਗੀ ਤਰ੍ਹਾਂ ਕਰਾ ਚੁੱਕਿਆ ਵੀ ਫਾਇਰਵਾਲ ਕੀ ਹੁੰਦਾ, ਡਿਫੈਂਸਿਵ ਮੈਕੈਨਿਜ਼ਮ ਹੁੰਦਾ ਹੈ, ਜੇ ਪਿਛਲੇ ਪਾਰਟ ਦੇ ਵਿੱਚ ਵੀ ਆਪਾਂ ਕਰ ਚੁੱਕੇ ਹਾਂ, ਜਿਹੜਾ ਕਿ ਐਨਾਲਿਸਿਸ ਕਰਦਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਟ੍ਰੈਫਿਕ ਨੂੰ ਮੋਨੀਟਰ ਕਰਦਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਅਨਆਥੋਰਾਈਜ਼ਡ ਐਕਸੈਸ ਨੂੰ ਪ੍ਰੀਵੈਂਟ ਕਰਦਾ। ਇਹ ਸਾਰੀਆਂ ਟਰਮੀਨੋਲੋਜੀਜ਼ ਨੇ। ਤਾਂ ਡੋਮੇਨ, IP ਐਡਰੈਸ, ਬ੍ਰੀਚ, VPN। ਆਨਸਰ ਫਿਰ ਮਿੱਤਰੋ ਇਹਦਾ C ਹੋ ਜਾਊਗਾ। ਚਾਰੇ ਹੀ ਟਰਮਾਂ ਜਿਹੜੀਆਂ ਇਹ ਇਹਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਅਗਲਾ ਸਵਾਲ, ਦਮ ਬਹੁਤ ਚੜ ਗਿਆ, ਕਹਿੰਦੇ 25-30 ਸਵਾਲ ਕਰਾਇਆ ਕਰੋ। ਇਹਦਾ ਸਵਾਲ 8 ਹੀ ਨੇ, ਪਰ 8 ਹੀ ਜਿਵੇਂ ਉਹ ਕਹਿੰਦੇ ਨਾ ਵੀ ਇੱਕੋ ਤੇਰਾ ਲੱਖ ਵਰਗਾ, ਵੀ 8 ਹੀ ਇਹ 100 ਵਰਗੇ ਨੇ, ਹੈ ਨਾ। ਲੱਖ ਵਰਗੇ ਤਾਂ ਨਹੀਂ ਕਹਿ ਸਕਦੇ, ਚਲੋ 8 ਹੀ ਇਹ ਮਿੱਤਰੋ 100 ਵਰਗੇ ਨੇ। ਸੋ ਉਹਨੇ ਚਲੋ ਲਾਸਟ ਹੀ ਨਿਬੇੜ ਦਈਏ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਏ ਫੰਕਸ਼ਨ ਆਫ ਕ੍ਰਿਪਟੋਗ੍ਰਾਫੀ। ਕਹਿੰਦਾ ਹੇਠ ਲਿਖਿਆ ਚੋਂ ਵਿੱਚੋਂ ਕਿਹੜੇ ਕ੍ਰਿਪਟੋਗ੍ਰਾਫੀ ਦੇ ਫੰਕਸ਼ਨ ਨੇ? ਸਰਟੀਫਿਕੇਸ਼ਨ, ਇੰਟੀਗ੍ਰਿਟੀ ਤੇ ਕੀ ਐਕਸਚੇਂਜ। ਪੜ੍ਹਦੇ ਹਾਂ ਗੱਲ ਆ ਜਾਓ। ਫੰਕਸ਼ਨ ਆਫ ਕ੍ਰਿਪਟੋਗ੍ਰਾਫੀ, ਸਭ ਤੋਂ ਪਹਿਲਾ ਫੰਕਸ਼ਨ ਹੁੰਦਾ ਕੌਨਫੀਡੈਂਸ਼ੀਅਲਿਟੀ। ਕ੍ਰਿਪਟੋਗ੍ਰਾਫੀ ਇਨਸ਼ੋਰ ਦੀ ਕੌਨਫੀਡੈਂਸ਼ੀਅਲਿਟੀ ਆਫ ਡੇਟਾ ਬਾਈ ਟਰਾਂਸਫਾਰਮਿੰਗ ਇਟ ਰੀਡੇਬਲ ਫਾਰਮੈਟ। ਡਾਟਾ ਦੀ ਕੌਨਫੀਡੈਂਸ਼ੀਅਲਿਟੀ ਕ੍ਰਿਪਟੋਗ੍ਰਾਫੀ ਪ੍ਰੋਵਾਈਡ ਕਰਦਾ। ਹੁਣ ਬਹੁਤ ਸਾਰੀਆਂ, ਜਦੋਂ ਤੁਸੀਂ ਸਰਕਾਰੀ ਬੰਦੇ ਬਣ ਜਾਓਗੇ, ਤੁਸੀਂ ਪੁਲਿਸ ਦੇ ਵਿੱਚ ਬਣ ਜਾਓਗੇ, ਤਾਂ ਤੁਸੀਂ ਹਰੇਕ ਇਨਫੋਰਮੇਸ਼ਨ ਆਮ ਪਬਲਿਕ ਦੇ ਵਿੱਚ ਸ਼ੇਅਰ ਨਹੀਂ ਕਰ ਸਕਦੇ। ਤੁਸੀਂ ਕਹੋਗੇ ਨਹੀਂ ਇਹਦੇ ਤਾਂ ਕੌਨਫੀਡੈਂਸ਼ੀਅਲ ਆ। ਤਾਂ ਕੰਪਿਊਟਰ ਦੇ ਵਿੱਚ ਵੀ ਇਹ ਕ੍ਰਿਪਟੋਗ੍ਰਾਫੀ ਪ੍ਰੋਵਾਈਡ ਕਰਦਾ ਅਨਰੀਡੇਬਲ ਫਾਰਮੈਟ ਦੇ ਵਿੱਚ, ਸਾਈਫਰ ਟੈਕਸਟ ਦੇ ਵਿੱਚ। ਜਿਵੇਂ 143 ਹਰ ਬੰਦਾ ਰੀਡ ਨਹੀਂ ਕਰ ਸਕਦਾ ਇਹਨੂੰ, ਜਿਹਨਾਂ ਨੂੰ ਪਤਾ ਉਹਨੂੰ ਪਤਾ ਵੀ ਇਹ ਕੀ ਹੈ। ਯੂਜ਼ਿੰਗ ਇਨਕ੍ਰਿਪਸ਼ਨ ਐਲਗੋਰਿਥਮ ਓਨਲੀ ਆਥੋਰਾਈਜ਼ਡ ਪਾਰਟੀਜ਼ ਪੋਜੈਸਿੰਗ ਹੀ ਹੈ ਨਾ, ਮੈਨੂੰ ਐਂ ਲੱਗਦਾ ਗਲਤ ਨਾ ਹੋਵੇ ਕਿਤੇ, ਪੋਜੈਸਿੰਗ ਹੀ ਆ। ਦੀ ਐਪਰੋਪ੍ਰੀਏਟ ਡੀਕ੍ਰਿਪਸ਼ਨ ਕੀ ਕੈਨ ਡੀਸਾਈਫਰ ਦੀ ਸਾਈਫਰ ਟੈਕਸਟ ਐਂਡ ਐਕਸੈਸ ਦੀ ਓਰੀਜਨਲ ਪਲੇਨ ਟੈਕਸਟ। ਜਿਹੜੇ ਬੰਦੇ ਕੋਲੇ ਕਹਿੰਦਾ ਚਾਬੀ ਚੁਬੀ ਹੈਗੀ ਆ, ਉਹੀ ਬੰਦਾ ਇਸ ਚੀਜ਼ ਨੂੰ ਦੇਖ ਸਕਦਾ। ਅਗਲਾ ਹੈ ਇੰਟੀਗ੍ਰਿਟੀ। ਇੰਟੀਗ੍ਰਿਟੀ ਮੈਂ ਲਾਸਟ ਵੀਡੀਓ 'ਚ ਵੀ ਕਰਾ ਚੁੱਕਿਆ ਵੀ ਕਹਿੰਦਾ ਕ੍ਰਿਪਟੋਗ੍ਰਾਫੀ ਹੈਲਪਸ ਟੂ ਮੇਨਟੇਨ ਦੀ ਇੰਟੀਗ੍ਰਿਟੀ ਆਫ ਡੇਟਾ ਬਾਈ ਡਿਟੈਕਟਿੰਗ ਐਂਡ ਅਨਆਥੋਰਾਈਜ਼ਡ ਚੇਂਜਸ ਔਰ ਟੈਂਪਰਿੰਗ। ਇੰਟੀਗ੍ਰਿਟੀ ਦਾ ਮਤਲਬ ਹੁੰਦਾ ਵੀ ਡੇਟਾ ਜਿਹੜਾ ਮੈਂ ਭੇਜਿਆ, ਜੇ ਮੈਂ ਕਿਸੇ ਨੂੰ 143 ਭੇਜਿਆ ਤਾਂ 143 ਜਾਵੇ, 142 ਨਾ ਜਾਵੇ। ਰਸਤੇ ਦੇ ਵਿੱਚ ਟੈਂਪਰਿੰਗ ਨਾ ਹੋਵੇ, ਅਨਆਥੋਰਾਈਜ਼ਡ ਬੰਦੇ ਕੋਲੇ ਨਾ ਚਲਾ ਜਾਵੇ। ਮੈਂ ਹੁਣ ਕਿਸੇ ਨੂੰ ਕਹਿਣਾ ਨਹੀਂ ਚਾਹੁੰਦਾ 143 ਹੋਰ ਕੋਲ ਹੀ ਵਗ ਜੇ, ਐਵੇਂ ਛਿੱਤਰਾਂ ਥਾਂ ਹੋ ਜੇ, ਹੈ ਨਾ। ਸੋ ਇਸ ਚੀਜ਼ ਦੇ ਲਈ ਜਿਹੜਾ ਹੈ ਇੰਟੀਗ੍ਰਿਟੀ ਸਾਡੀ ਹੈਲਪ ਕਰਦਾ। ਟੈਕਨੀਕ ਕਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ? ਹੈਸ਼ਿੰਗ, ਤੀਜੇ ਪਾਰਟ 'ਚ ਕਰਾਉਂਗਾ। ਹੈਸ਼ਿੰਗ ਕੀ ਹੁੰਦੀ ਹੈ? ਜਨਰੇਟ ਏ ਯੂਨੀਕ ਡਿਜੀਟਲ ਫਿੰਗਰਪ੍ਰਿੰਟ ਹੈਸ਼ ਵੈਲਿਊ। ਪਹਿਲੇ ਪਾਰਟ 'ਚ ਥੋੜਾ ਜਿਹਾ ਦੱਸਿਆ ਸੀ ਵੀ ਹੈਸ਼ ਕੀ ਹੁੰਦਾ, ਮੈਸੇਜ ਡਾਇਜੈਸਟ ਕੀ ਹੁੰਦਾ,
ਐਂਡ ਐਨੀ ਅਲਟਰੇਸ਼ਨ ਟੂ ਡੇਟਾ ਵਿਲ ਰਿਜ਼ਲਟ ਏ ਡਿਫਰੈਂਟ ਹੈਸ਼ ਵੈਲਿਊ। ਤਾਂ ਜੇਕਰ ਡੇਟਾ ਦੇ ਵਿੱਚ ਕੋਈ ਵੀ ਅਲਟਰੇਸ਼ਨ ਹੁੰਦੀ ਹੈ ਤਾਂ ਹੈਸ਼ ਵੈਲਿਊ ਚੇਂਜ ਹੋ ਜਾਂਦੀ ਹੈ। ਬਾਈ ਕੰਪੇਅਰਿੰਗ ਦੀ ਕੈਲਕੂਲੇਟਡ ਹੈਸ਼ ਵਿਦ ਓਰੀਜਨਲ ਵਨ, ਕੈਲਕੂਲੇਟਡ ਹੈਸ਼ ਜਿਹੜਾ ਉਹ ਡੇਟਾ ਤੋਂ ਬਣਿਆ ਤੇ ਓਰੀਜਨਲ ਹੈਸ਼ ਜਿਹੜਾ ਭੇਜਿਆ ਗਿਆ, ਇੰਟੀਗ੍ਰਿਟੀ ਆਫ ਦਾ ਡੇਟਾ ਕੈਨ ਬੀ ਵੈਰੀਫਾਈਡ। ਤਾਂ ਅਸੀਂ ਚੈੱਕ ਕਰ ਸਕਦੇ ਹਾਂ ਵੀ ਇੰਟੀਗ੍ਰਿਟੀ ਮੇਨਟੇਨ ਹੈਗੀ ਹੈ ਕਿ ਨਹੀਂ ਹੈਗੀ। ਠੀਕ ਹੈ। ਅਗਲਾ ਹੈ ਅਥੈਂਟੀਕੇਸ਼ਨ, ਜਿਵੇਂ ਡਿਜੀਟਲ ਸਿਗਨੇਚਰ ਦੇ ਨਾਲ ਅਸੀਂ ਬੰਦੇ ਦੀ ਆਇਡੈਂਟੀਟੀ ਪ੍ਰੂਫ ਕਰ ਸਕਦੇ ਹਾਂ। ਇਹ ਵੀ ਕ੍ਰਿਪਟੋਗ੍ਰਾਫੀ ਸਾਨੂੰ ਪ੍ਰੋਵਾਈਡ ਕਰਦੀ ਹੈ, ਮੈਂ ਦੱਸ ਚੁੱਕਿਆ, ਪੜ੍ਹਨਾ ਹੋਇਆ ਥਿਊਰੀ ਪੜ੍ਹ ਲਿਓ। ਅਗਲਾ ਹੈਗਾ ਨੌਨ ਰੈਪੂਟੇਸ਼ਨ, ਇਹ ਵੀ ਮੈਂ ਦੱਸ ਚੁੱਕਿਆ ਵੀ ਸੈਂਡਰ ਹੈ ਜਿਹੜਾ ਉਹ ਭੇਜ ਕੇ ਡੇਟਾ ਬਾਅਦ ਚ ਮੁੱਕਰ ਨਹੀਂ ਸਕਦਾ, ਡਿਨਾਈ ਨਹੀਂ ਕਰ ਸਕਦਾ, ਹਨਾ। ਅਗਲਾ ਹੈ ਕੀ ਐਕਸਚੇਂਜ, ਕੀ ਐਕਸਚੇਂਜ ਵੀ ਪ੍ਰੋਵਾਈਡ ਕਰਦਾ। ਜਿਹੜੀ ਸਾਡੇ ਕੋਲੇ ਸਿਮੈਟ੍ਰਿਕ ਕੀ ਕ੍ਰਿਪਟੋਗ੍ਰਾਫੀ ਹੈ ਉਹਦੇ ਵਿੱਚ ਸਾਨੂੰ ਕੀ ਐਕਸਚੇਂਜ ਕਰਨੀ ਪੈਂਦੀ ਹੈ ਬਿਟਵੀਨ ਸੈਂਡਰ ਐਂਡ ਰਿਸੀਵਰ, ਕਿਉਂਕਿ ਉਹਦੇ ਚ ਇੱਕੋ ਹੀ ਚਾਬੀ ਹੁੰਦੀ ਹੈ। ਏਸਿਮੈਟ੍ਰਿਕ ਦੇ ਵਿੱਚ ਦੋ ਹੁੰਦੀਆਂ ਨੇ, ਕੀ ਐਕਸਚੇਂਜ ਨਹੀਂ ਕਰਨੀ ਪੈਂਦੀ। ਤਾਂ ਸਪੀਡ, ਇੱਥੇ ਥੋੜੀ ਜਿਹੀ ਮੈਂ ਗੱਲ ਹੋਰ ਵੀ ਦੱਸ ਦਿਆਂ ਤੁਹਾਨੂੰ, ਪਿੱਛੇ ਜਾ ਕੇ ਦੱਸ ਕੇ ਲਿਆਵਾਂ। ਆ ਸਵਾਲ ਦੇ ਵਿੱਚ ਤੁਹਾਨੂੰ ਮੈਂ ਗੱਲ ਦੱਸਦਾ, ਇਹ ਜਿਹੜਾ ਸਿਮੈਟ੍ਰਿਕ ਹੈ ਇਹ ਹਾਈ ਸਪੀਡ ਆ, ਹਾਈ ਸਪੀਡ, ਇਹ ਲਿਖ ਲਿਓ, ਸਪੀਡ ਜ਼ਿਆਦਾ ਕਿਉਂਕਿ ਇੱਕੋ ਹੀ ਚਾਬੀ ਹੈ। ਇਹ ਹੈਗਾ ਲੋ ਸਪੀਡ, ਸਪੀਡ ਇਹਦੀ ਘੱਟ ਆ। ਤੇ ਇਹ ਹੈਗਾ ਲੋ ਸਿਕਿਉਰਿਟੀ ਜਾਂ ਲੈਸ ਸਿਕਿਉਰਿਟੀ, ਲੈਸ ਸਿਕਿਉਰ। ਤੇ ਏਸਿਮੈਟ੍ਰਿਕ ਹੈਗਾ ਹਾਈ ਸਿਕਿਉਰ। ਹਾਈ ਸਿਕਿਉਰ ਗੱਲ ਜੀ ਬਣ ਨਹੀਂ ਰਹੀ ਹੈ ਨਾ, ਕੀ ਕਹਾਂਗੇ, ਮੋਰ ਸਿਕਿਉਰ ਕਹਿ ਸਕਦੇ ਆਪਾਂ, ਲੈਸ ਸਿਕਿਉਰ, ਮੋਰ ਸਿਕਿਉਰ, ਹਾਂ ਮੋਰ ਸਿਕਿਉਰ ਗੱਲ ਬਣ ਰਹੀ ਹੈ, ਮੋਰ ਸਿਕਿਉਰ। ਜੇ ਤੁਹਾਨੂੰ ਸਵਾਲ ਇਹ ਪੁੱਛ ਲੈ ਨਾ ਵੀ ਸਿਮੈਟ੍ਰਿਕ ਤੇ ਏਸਿਮੈਟ੍ਰਿਕ ਦੇ ਵਿੱਚੋਂ ਕਿਹੜਾ ਜ਼ਿਆਦਾ ਸਿਕਿਉਰ ਆ, ਤਾਂ ਆਨਸਰ ਤੁਸੀਂ ਕਹੋਗੇ ਏਸਿਮੈਟ੍ਰਿਕ ਜ਼ਿਆਦਾ ਸਿਕਿਉਰ ਹੈ, ਸਕੋਰ ਨਹੀਂ ਸਿਕਿਉਰ। ਜੇ ਪੁੱਛਦੇ ਵੀ ਸਪੀਡ ਕਿਹਦੀ ਜ਼ਿਆਦਾ ਆ, ਸਪੀਡ ਦਾ ਸਿਮੈਟ੍ਰਿਕ ਦੀ ਜ਼ਿਆਦਾ, ਕਿਉਂਕਿ ਇੱਕੋ ਹੀ ਚਾਬੀ ਵਰਤੀ ਜਾਂਦੀ ਹੈ। ਇਹਦੇ ਵਿੱਚ ਸਪੀਡ ਘੱਟ ਜਾਂਦੀ ਕਿਉਂਕਿ ਚਾਬੀਆਂ ਦੇ ਵਿੱਚ ਵੀ ਲਿੰਕ ਬਣਾਉਣਾ ਪੈਂਦਾ, ਕੀ ਜਨਰੇਸ਼ਨ ਤੇ ਟਾਈਮ ਲੱਗਦਾ, ਫਿਰ ਪਹਿਲਾਂ ਇਨਕ੍ਰਿਪਟ ਹੁੰਦਾ, ਡੀਕ੍ਰਿਪਟ ਹੁੰਦਾ, ਸਮਾਂ ਲੱਗਦਾ ਚੀਜ਼ਾਂ। ਠੀਕ ਹੈ, ਇਹ ਗੱਲਾਂ ਯਾਦ ਰੱਖਿਓ। ਕਈ ਵਾਰੀ ਪੜਾਉਂਦੇ ਬਾਅਦ ਚ ਬੰਦੇ ਦੇ ਦਿਮਾਗ ਚ ਆ ਜਾਂਦੀਆਂ ਨੇ ਚੀਜ਼ਾਂ। ਪੜ੍ਹਨ ਨੂੰ ਤਾਂ ਵੈਸੇ ਬਹੁਤ ਕੁਛ ਹੈ ਯਾਰ ਕੰਪਿਊਟਰ ਸਾਇੰਸ ਦੇ ਵਿੱਚ, ਜੇਕਰ ਤੁਸੀਂ ਆ ਜਾਓਗੇ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਕੰਪਿਊਟਰ ਸਾਇੰਸ ਹੀ ਪੜ੍ਹਾ ਰਿਹਾ ਮੈਂ ਤੁਹਾਨੂੰ, ਹਨਾ। ਬਹੁਤ ਸਾਰੀਆਂ ਚੀਜ਼ਾਂ ਨੇ, ਸਵਾਦ ਬਹੁਤ ਹੁੰਦਾ ਪਰ ਪੜ੍ਹਾਉਣ ਦਾ। ਮੈਂ ਕੋਸ਼ਿਸ਼ ਕਰਦਾ ਵੀ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂ। ਕਮੈਂਟ ਕਰਕੇ ਦੱਸਿਆ ਕਰੋ ਵੀ ਠੀਕ ਚੱਲ ਰਿਹਾ ਤਰੀਕੇ ਨੂੰ, ਹੋਰ ਆਪਾਂ ਠੀਕ ਕਰ ਸਕਦੇ ਹਾਂ ਚੀਜ਼ਾਂ ਨੂੰ, ਹਨਾ। ਸੋ ਇੰਗੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਇਹ ਹੋ ਗਈਆਂ ਗੱਲਾਂ, ਕੀ ਐਕਸਚੇਂਜ ਹੋ ਗਿਆ ਤਾਂ ਉਹਦੇ ਲਈ ਡਿਫੀ ਹਿਲਮੈਨ ਹੈ, ਯਾਦ ਰੱਖਿਓ। ਕੀ ਐਕਸਚੇਂਜ ਲਈ ਸਭ ਤੋਂ ਵਧੀਆ ਐਲਗੋਰਿਥਮ ਹੈ ਡਿਫੀ ਹਿਲਮੈਨ। ਠੀਕ ਹੈ। ਅੱਗੇ ਆ ਗਿਆ ਐਕਸੈਸ ਕੰਟਰੋਲ। ਐਕਸੈਸ ਕੰਟਰੋਲ ਹੁੰਦਾ ਵੀ ਕਿਹੜੀ ਇਨਫੋਰਮੇਸ਼ਨ ਨੂੰ ਅਸੀਂ ਐਕਸੈਸ ਕਰ ਸਕਦੇ ਹਾਂ। ਜਿਵੇਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਜਾਓ, ਯੂਨੀਵਰਸਿਟੀ ਦੇ ਵਿੱਚ ਤੁਸੀਂ ਕਹਿ ਲਓ ਵੀ ਜਿਵੇਂ ਐਗਜ਼ਾਮੀਨੇਸ਼ਨ ਬ੍ਰਾਂਚ ਹੈ, ਐਗਜ਼ਾਮੀਨੇਸ਼ਨ ਬ੍ਰਾਂਚ ਦੇ ਵਿੱਚ ਲੈਬ, ਉਹ ਵਾਲੀ ਲੈਬ ਜਿੱਥੇ ਤੁਹਾਡਾ ਰਿਜ਼ਲਟ ਬਣਦਾ, ਉੱਥੇ ਤੁਹਾਨੂੰ ਐਕਸੈਸ ਨਹੀਂ ਹੁੰਦਾ, ਤੁਸੀਂ ਐਕਸੈਸ ਨਹੀਂ ਕਰ ਸਕਦੇ, ਉੱਥੇ ਲਿਮਿਟਡ ਬੰਦੇ ਹੀ ਜਾ ਸਕਦੇ ਨੇ। ਠੀਕ ਹੈ। ਤਾਂ ਐਕਸੈਸ ਕੰਟਰੋਲ ਕੰਪਿਊਟਰ ਦੇ ਵਿੱਚ ਕੌਣ ਪ੍ਰੋਵਾਈਡ ਕਰਦਾ, ਕ੍ਰਿਪਟੋਗ੍ਰਾਫੀ ਪ੍ਰੋਵਾਈਡ ਕਰਦੇ, ਪ੍ਰੀਵੈਂਟ ਕਰਦਾ ਅਨਆਥੋਰਾਈਜ਼ਡ ਐਕਸੈਸ ਨੂੰ। ਅੱਗੇ ਹੈਗਾ ਡੇਟਾ ਪ੍ਰੋਟੈਕਸ਼ਨ ਡਿਊਰਿੰਗ ਸਟੋਰੇਜ ਐਂਡ ਟਰਾਂਸਮਿਸ਼ਨ। ਡੇਟਾ ਨੂੰ ਸਟੋਰ ਕਰਨਾ ਤੇ ਟਰਾਂਸਮਿਟ ਕਰਨਾ ਦੂਜੀ ਥਾਂ ਤੇ, ਡੇਟਾ ਦੀ ਪ੍ਰੋਟੈਕਸ਼ਨ ਵੀ ਹੈ ਆਪਣੇ ਕੋਲੇ, ਕ੍ਰਿਪਟੋਗ੍ਰਾਫੀ ਪ੍ਰੋਵਾਈਡ ਕਰਦੀ ਹੈ। ਤਾਂ ਫੰਕਸ਼ਨ ਕਿਹੜੇ ਕਿਹੜੇ ਸੀ, ਸਰਟੀਫਿਕੇਸ਼ਨ ਵੀ ਆਪਾਂ ਪੜ੍ਹ ਚੁੱਕੇ ਹਾਂ। ਸਰਟੀਫਿਕੇਸ਼ਨ ਆਇਆ ਕਿ ਨਹੀਂ ਆਇਆ, ਸਰਟੀਫਿਕੇਸ਼ਨ ਦਾ ਆਇਆ ਹੀ ਨਹੀਂ ਯਾਰ, ਹੈਗਾ ਤੁਸੀਂ ਲਿਖ ਲਓ, ਵੈਸੇ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਸਰਟੀਫਿਕੇਸ਼ਨ ਥੱਲੇ ਹੋਰ ਹੈਗਾ, ਹਾਂ ਇੱਥੇ ਲਿਖ ਲੈਂਦੇ ਆਪਾਂ ਸਰਟੀਫਿਕੇਟ, CRTIFICAT, ਸਰਟੀਫਿਕੇਟ। ਡਿਜੀਟਲ ਸਰਟੀਫਿਕੇਟ ਹੁੰਦੇ ਨੇ, ਇੱਕ ਡਿਜੀਟਲ ਸਿਗਨੇਚਰ ਹੁੰਦੇ ਨੇ, ਇੱਕ ਡਿਜੀਟਲ ਸਰਟੀਫਿਕੇਟ ਹੁੰਦੇ ਨੇ। ਡਿਜੀਟਲ ਸਰਟੀਫਿਕੇਟ ਆਪਾਂ ਨੂੰ ਥਰਡ ਪਾਰਟੀ ਏਜੰਸੀ ਕੋਈ ਸਾਨੂੰ ਇਸ਼ੂ ਕਰਦੀ ਹੈ, ਜਿਹਦੇ ਵਿੱਚ ਸਾਡੇ ਡਾਟਾ ਕੰਟੈਂਟ, ਡਿਜੀਟਲ ਕੰਟੈਂਟ ਨੂੰ ਵੈਰੀਫਾਈ ਕੀਤਾ ਜਾ ਸਕਦਾ। ਇਹ ਵੀ ਪਾਰਟ ਹੈ, ਫੰਕਸ਼ਨ ਹੈ ਕ੍ਰਿਪਟੋਗ੍ਰਾਫੀ ਦਾ। ਡਿਜੀਟਲ ਸਰਟੀਫਿਕੇਟ ਕੋਈ ਥਰਡ ਪਾਰਟੀ ਸਾਨੂੰ ਇਸ਼ੂ ਕਰਦੀ ਹੈ, ਜਿਹੜੇ ਸਿਕਿਉਰਿਟੀ ਪ੍ਰੋਵਾਈਡ ਕਰਦੀਆਂ ਨੇ। ਬਹੁਤ ਸਾਰੀਆਂ ਏਜੰਸੀਜ਼ ਨੇ ਜਿਹੜੀਆਂ ਜਿਵੇਂ ਪਬਲਿਕ PKI ਪੜਾਂਗੇ ਆਪਾਂ ਤੀਜੇ ਲੈਵਲ ਦੇ ਵਿੱਚ, ਹਨਾ। ਪਬਲਿਕ ਕੀ, ਸ਼ਾਇਦ ਪਤਾ ਨਹੀਂ, ਆਈ ਤੇ ਮੈਂ ਭੁੱਲ ਗਿਆ ਕੀ ਹੁੰਦਾ, ਪਬਲਿਕ ਕੀ ਪਤਾ ਨਹੀਂ, ਇੰਟੀਗ੍ਰਿਟੀ ਹੁੰਦਾ ਕਿ ਕੀ ਹੁੰਦਾ। PKI ਵਰਗੀਆਂ ਦੇ ਵਿੱਚ ਬਹੁਤ ਸਾਰੀਆਂ ਏਜੰਸੀਜ਼ ਨੇ ਜਿਹੜੀਆਂ ਸਰਟੀਫਿਕੇਸ਼ਨ ਅਥਾਰਟੀਜ਼ ਨੇ ਜਿਹੜੀਆਂ ਸਾਨੂੰ ਸਰਟੀਫਿਕੇਟ ਇਸ਼ੂ ਕਰਦੀਆਂ ਨੇ। ਤਾਂ ਇਹ ਵੀ ਤਾਂ ਪਾਰਟ ਹੈ, ਯਾਦ ਰੱਖਣਾ। ਠੀਕ ਆ। ਤਾਂ ਫਿਰ ਇਹ ਸਰਟੀਫਿਕੇਸ਼ਨ ਹੋ ਗਿਆ, ਇੰਟੀਗ੍ਰਿਟੀ ਦਾ, ਕੀ ਐਕਸਚੇਂਜ ਹੋ ਗਿਆ। ਤਾਂ ਆਨਸਰ B, ਤਿੰਨੋਂ ਹੀ ਟਰਮਾਂ ਨੇ ਜਿਹੜੀਆਂ ਰਿਲੇਟ ਕਰਦੀਆਂ ਨੇ, ਫੰਕਸ਼ਨ ਨੇ ਕ੍ਰਿਪਟੋਗ੍ਰਾਫੀ ਦੇ। ਸੋ ਇਹ ਸੀਗੇ ਆਪਣੇ ਕੋਲੇ, ਕਹਿ ਸਕਦੇ ਹਾਂ ਵੀ ਲੈਵਲ 2 ਆਪਣਾ ਕੰਪਲੀਟ ਹੋ ਗਿਆ, ਤੀਸਰਾ ਨਹੀਂ 13ਵੇਂ ਚੈਪਟਰ ਦਾ, ਨੈਟਵਰਕ ਸਿਕਿਉਰਿਟੀ ਐਂਡ ਸਾਈਬਰ ਸਿਕਿਉਰਿਟੀ। ਸੋ ਤੁਸੀਂ ਜੇਕਰ ਬਾਕੀ ਦੀਆਂ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਤੁਸੀਂ ਸਿਰੇ ਤੋਂ ਜਾ ਕੇ ਦੇਖਣਾ ਸ਼ੁਰੂ ਕਰੋ। ਲੈਵਲ 2 ਵਾਲੀਆਂ ਜ਼ਰੂਰ ਦੇਖਣੀਆਂ ਨੇ। ਲੈਵਲ 1 ਬੇਸਿਕ ਜੇਕਰ ਤੁਹਾਡਾ ਬਣਿਆ ਹੋਇਆ ਤਾਂ ਲੈਵਲ 2 ਵਾਲੀਆਂ ਘੱਟੋ ਘੱਟ ਸਾਰੀਆਂ ਜ਼ਰੂਰ ਦੇਖੋ। ਠੀਕ ਹੈ।
ਟੈਸਟ ਸੀਰੀਜ਼ ਲੈਣੀ ਆ ਮੈਂ ਤੁਹਾਨੂੰ ਦੱਸਿਆ ਹੀ ਹੋਇਆ 9465390346 ਇਸ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, WhatsApp ਮੈਸੇਜ। ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੇ ਤੁਸੀਂ ਪੇਪਰ ਤੋਂ ਬਾਅਦ ਖੁਦ ਆ ਕੇ ਕਮੈਂਟ ਕਰਕੇ ਦੱਸੋਗੇ ਵੀਡੀਓ ਤੇ, ਜਦੋਂ ਆਪਾਂ ਐਨਾਲਿਸਿਸ ਪਾ ਰਹੇ ਹੋਵਾਂਗੇ ਵੀ ਪੇਪਰ ਕਿਵੇਂ ਦਾ ਆਇਆ। ਤੁਸੀਂ ਖੁਦ ਦੱਸੋਗੇ, ਤੁਸੀਂ ਆਪ ਦੱਸੋਗੇ ਵੀ ਅਸੀਂ ਟੈਸਟ ਸੀਰੀਜ਼ ਲਈ ਸੀ, ਸਾਨੂੰ ਬੈਨੀਫਿਟ ਹੋਇਆ। ਸੋ ਜੁੜੇ ਰਹੋ ਉਹਨਾਂ ਟਾਈਮ, ਬਾਕੀ ਦੀਆਂ ਵੀਡੀਓ ਦੇਖਦੇ ਰਹੋ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।